सत श्री अकाल दोस्तों, thank you so much for joining us again. We are learning and earning with Streak of Amrit. What we are earning are the ethics, are the principles of life which are invaluable, and it's really hard to learn outside. We are being mothered and fathered with great knowledge, information, with great application in life. And Babaji is selecting as a source um, a book of Harinder Singh Mehboob, which is Ilahi Nazar Pandey, Volume 1. So far, we have done 11 parts of that 13th part voluminous epic. Today, Babaji is going to touch the ninth part of that, and that has been Babaji's discretion, how he was selecting various parts time to time. They may be haphazard in a way, but they were always to the point and according to the contemporary needs and situations. This is very glad news that very soon we are going to be uh, joining some of Harinder Singh Mehboob's great lovers, great thinkers, great followers. And we are really very excited to have great time with them together. For this program, for sure, they are not going to join us, but for the next one, we are hopeful that they would be here with us in the screen. They are going to join us from Australia and from India. Um, that's a news I was excited to share with you. Now, without wasting any time, I would invite Dr. Gurtaran Singh ji to start this auspicious part ninth of this book. Before we start that, again, the viewers who have just joined us, Dr. Gurtaran Singh ji has done PhD on Professor Puran Singh and Walt Whitman, American poet. He has also served as a professor there at Punjabi University, Patiala. ਬਾਬਾ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ। ਜੋ ਚੀਜ਼ਾਂ ਮੈਂ ਇੰਟਰੋਡਿਊਸ ਕੀਤੀਆਂ ਨੇ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੌਣ ਜੁਆਇਨ ਕਰਨ ਵਾਲੇ ਨੇ, ਤੁਸੀਂ ਕਿਰਪਾ ਕਰਕੇ ਉਹਨਾਂ ਬਾਰੇ ਵੀ ਦੱਸਣਾ। ਤੇ ਅੱਜ ਫਿਰ ਭਾਗਾ ਭਰੇ ਆਪਣਾ 9ਵਾਂ ਪਾਰਟ ਆਪਾਂ ਇਸ ਟ੍ਰਿਕ ਦਾ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵਿਸ਼ਵ ਦੀ ਪੰਜਾਬ ਹਿੰਦੁਸਤਾਨ ਨਾਲ ਜੁੜੀ ਜਾਂ ਅੱਡ-ਅੱਡ ਕੰਟਰੀਜ਼ ਦੇ ਨਾਲ ਜੁੜੀ ਵੱਖ-ਵੱਖ ਧਰਮਾਂ ਦੀ ਸੰਗਤ ਨੂੰ ਮੈਂ ਉਹਨਾਂ ਦੇ ਦੀਨ ਦੇ ਵਿੱਚ ਫਤਿਹ ਦੇ ਨਾਲ ਸਾਰਿਆਂ ਨੂੰ ਬਹੁਤ ਸਤਿਕਾਰ ਦੇ ਵਿੱਚ ਇਹ ਬੇਨਤੀ ਕਰਦਾ ਕਿ ਉਹ ਸਾਰੇ ਸਾਡੇ ਇਹਨਾਂ ਖਿਆਲਾਂ ਦੇ ਨਾਲ ਸਾਂਝ ਪਾਉਣ ਤੇ ਆਪਣੇ ਜੋ ਸੁਤੰਤਰ ਵਿਚਾਰ ਨੇ ਉਹ ਆਪਣੇ ਸਾਂਝੇ ਕਰਕੇ ਵਿਸ਼ਵ ਦੀ ਸੇਵਾ ਦੇ ਵਿੱਚ ਅਸੀਂ ਸਾਰੇ ਅੱਗੇ ਤੋਂ ਅੱਗੇ ਵਧੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਅਸੀਂ ਜੋ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਉਹ ਤੋਂ ਪਹਿਲਾਂ ਸਰਦਾਰ ਗੁਰਦੀਪ ਸਿੰਘ ਜੀ, ਜੋ ਕਿ ਇੰਡੀਆ ਦੇ ਵਿੱਚ ਇੰਗਲਿਸ਼ ਦੇ ਪ੍ਰੋਫੈਸਰ ਸੀਗੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ। ਇਹਨਾਂ ਦੀ ਰੁਚੀ ਤੋਂ ਬਿਨਾਂ ਤਾਂ ਇਸ ਤਰ੍ਹਾਂ ਦਾ ਬੰਦਾ ਕੋਈ ਟਾਈਮ ਹੀ ਨਹੀਂ ਕੱਢ ਸਕਦਾ। ਬਿਲਕੁਲ ਬੇਗਰਜ਼ ਨਿਰਸਵਾਰਥ ਇਹਨਾਂ ਦੀ ਸੇਵਾ ਨਹੀਂ, ਇਹ ਕੰਮ ਨਹੀਂ ਹੋਣਾ ਸੀ। ਮੈਂ ਕੋਈ ਵਡਿਆਈ ਵੀ ਨਹੀਂ ਕਰਦਾ, ਇਹ ਕੰਮ ਨਹੀਂ ਹੋ ਸਕਦਾ ਸੀ। ਸੋ ਇਹਨਾਂ ਦੀ ਸਭ ਤੋਂ ਵੱਡੀ ਦੇਣ ਹੈ ਅੱਜ ਅਸੀਂ ਜਿਹੜਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ। ਮੈਂ ਹਰਿੰਦਰ ਸਿੰਘ ਮਹਿਬੂਬ ਦੀਆਂ ਸਹਿਜੇ ਰਚਿਓ ਖਾਲਸਾ ਦੀਆਂ 8 ਕਿਤਾਬਾਂ ਨੇ, ਉਹ ਸਾਰੀਆਂ ਪਹਿਲਾਂ ਟਰਾਂਸਲੇਟ ਕਰ ਦਿੱਤੀਆਂ। ਉਹਨਾਂ 'ਚੋਂ 2 ਰਹਿੰਦੀਆਂ ਨੇ ਛਪਣ ਵਾਲੀਆਂ। ਉਹਨਾਂ ਦੀ ਪੋਇਟਿਕਸ ਹੈ, ਉਹ ਵੀ ਛਪ ਚੁੱਕੀ ਆ। ਉਹਨਾਂ ਦੀ ਬੇਟੀ ਦਾ ਜੋ ਇਹਦੇ ਉੱਤੇ ਉਹਦਾ ਆਪਦਾ ਥੀਸਿਸ ਹੈ, ਪੰਜਾਬੀ ਸੂਫੀ ਕਵਿਤਾ ਦੇ ਵਿੱਚ ਜਿਹੜਾ ਮੌਤ ਦਾ ਮੌਤ ਚੇਤਨਾ, ਉਹ ਵੀ ਮੈਂ ਟਰਾਂਸਲੇਟ ਕਰ ਦਿੱਤਾ, ਉਹ ਵੀ ਛਪ ਜਾਏਗਾ। ਇਸ ਵੇਲੇ ਮੈਂ ਗੁਰੂ ਆਪਣੇ ਨਾਨਕ ਸਾਹਿਬ ਦੇ ਉੱਤੇ
ਜੋ ਹਰਿੰਦਰ ਸਿੰਘ ਦਾ ਪਹਿਲਾ ਮਹਾਕਾਵ ਆ, ਜਿਲਦ ਪਹਿਲੀ ਇਲਾਹੀ ਨਦਰ ਦੇ ਪੈਂਡੇ, ਉਹਦਾ ਟਰਾਂਸਲੇਸ਼ਨ ਵੀ ਕਰ ਰਹੇ ਹਾਂ। ਉਹਦੇ ਟੋਟਲ 688 ਸਫ਼ੇ ਨੇ। ਕੱਲ ਤੱਕ 500 ਸਫ਼ੇ ਹੋ ਜਾਣਗੇ, 1-2 ਸਫ਼ੇ ਸ਼ਾਇਦ ਵੱਧ ਵੀ ਹੋ ਜਾਣ। 188 ਸਫ਼ੇ ਬਾਕੀ ਰਹਿ ਜਾਣਗੇ। ਜਦੋਂ ਅਸੀਂ ਟਰਾਂਸਲੇਸ਼ਨ ਕਰਦੇ ਹਾਂ, ਉਹ ਖਿਆਲ ਦੇ ਨਾਲ ਸਾਨੂੰ ਲੰਮਾ ਸਮਾਂ ਵਿਚਰਨ ਦਾ, ਸਾਂਝ ਪਾਉਣ ਦਾ, ਸੋਚਣ ਦਾ, ਧਿਆਨ ਧਰਨ ਦਾ, ਵਿਚਾਰ ਵਿੱਚ ਲਿਆਉਣ ਦਾ ਜਦੋਂ ਟਾਈਮ ਮਿਲਦਾ, ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਡੇ ਮਨ ਵਿੱਚ ਆਉਂਦੀਆਂ ਨੇ। ਉਹ ਗੱਲਾਂ ਜਿਹੜੀਆਂ ਮੇਰੇ ਮਨ ਵਿੱਚ ਆਈਆਂ, ਉਹ ਮੈਨੂੰ ਤਾਂ ਪੜ੍ਹ ਕੇ ਆਈਆਂ ਨੇ। ਅਸਲ ਵਿੱਚ ਤਾਂ ਜੀਨੀਅਸ ਬੰਦੇ ਦੀ ਸਾਨੂੰ ਦੇਣ ਆ। ਅਸੀਂ ਜਿਹੜੀ ਮਾਰ ਖਾਧੀ ਆ ਸਿੱਖ ਕੌਮ ਨੇ, ਭਾਵੇਂ ਕਿੱਡੀ ਕੌਮ ਦੀ ਕੋਈ ਸੇਵਾ ਕਰ ਰਹੇ ਨੇ, ਵਰਲਡ ਪੰਚਾਇਤ ਆ, ਉਹਨਾਂ ਦੀ ਸੇਵਾ ਬਹੁਤ ਵੱਡੀ ਆ, ਪ੍ਰਮੁੱਖ ਆ, ਪਰ ਫਿਰ ਵੀ ਉਹ ਵੀ ਕਿਸੇ ਲੈਵਲ ਦੇ ਉੱਤੇ ਇਸ ਚੀਜ਼ ਦੀ ਘਾਟ ਦੇ ਨਾਲ ਕੋਈ ਨਾ ਕੋਈ ਘਾਟਾ ਉਹ ਵੀ ਖਾ ਰਹੇ ਨੇ। ਪਰ ਅਸੀਂ ਪੰਜਾਬ ਦੇ ਜਿਹੜੇ ਲੋਕ ਆ, ਇਹ ਤੇ ਤੁਸੀਂ ਆਪ ਹੀ ਸੋਚ ਲਿਓ। ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੀ YouTube ਹੈ, ਇਹਦੇ ਵਿੱਚ ਜਿਹੜੇ ਕੁਝ ਮੈਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ, ਜਿਹੜੇ ਮੇਰੇ ਇਹਨਾਂ ਜੀਨੀਅਸ ਬੰਦਿਆਂ ਨੂੰ ਪੜ੍ਹਨ ਦੇ ਨਾਲ ਹੀ ਵਿਚਾਰ ਵਿੱਚ ਆਏ ਨੇ, ਇਹ ਵੀ ਹੁਣ ਅੱਜ ਤੋਂ 10-15 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਮੰਨ ਲਓ, ਮੇਰੀ ਕੋਈ 65 ਸਾਲ ਦੀ ਲਗਾਤਾਰ ਸਟੱਡੀ ਆ, 80 ਸਾਲ ਦੇ ਨੇੜੇ ਉਮਰ ਆ, ਇਹ ਵਿਚਾਰ ਮੇਰੇ ਮਨ 'ਚ ਹੋਣਾ ਹੈ। ਪਰ ਮੈਂ ਪੜ੍ਹਾਈ ਨਹੀਂ ਕਦੇ ਛੱਡੀ, ਕੰਮ ਨਹੀਂ ਛੱਡਿਆ। ਫਿਰ ਤੁਸੀਂ ਇਹ ਵੀ ਸੋਚ ਕੇ ਦੇਖੋ ਕਿ ਵਿਚਾਰ ਕਿਸ ਕਿਸਮ ਦੇ ਅੱਗੇ ਦੀ ਅੱਗੇ ਕਿੰਨੀ ਉਮਰ ਚਾਹੀਦੀ ਹੈ, ਕਿੰਨੀ ਮਿਹਨਤ ਚਾਹੀਦੀ ਹੈ। ਭਾਵੇਂ ਤੁਸੀਂ ਮੇਰੇ ਨਾਲੋਂ 3 ਗੁਣਾ ਤੁਹਾਡਾ ਦਿਮਾਗ ਹੋਵੇ, ਫਿਰ ਵੀ ਤੁਸੀਂ ਇਹ ਸੋਚ ਲਿਓ, ਜੇ ਮੈਂ 65 ਸਾਲਾਂ ਦੇ ਵਿੱਚ ਜਿਹੜਾ ਰੋਜ਼ 7-8 ਘੰਟੇ ਲਾਉਣਾ, ਹੁਣ ਮੈਨੂੰ ਕੋਈ ਗੱਲਾਂ ਆਉਂਦੀਆਂ ਨੇ ਜਿਨ੍ਹਾਂ ਕਰਕੇ ਅਸੀਂ ਸਾਰੇ ਨੁਕਸਾਨ ਖਾ ਰਹੇ ਹਾਂ, ਤਾਂ ਫਿਰ ਕਿੰਨਾ ਸਮਾਂ, ਕਿੰਨੀ ਮਿਹਨਤ ਹਰ ਬੰਦੇ ਨੂੰ, ਜੇ ਇਸ ਪਾਸੇ ਧਰਮ ਦੇ ਵਿੱਚ ਸੇਵਾ ਨਿਭਾਉਣੀ ਹੈ, ਕਿੰਨੀ ਕੁ ਮਿਹਨਤ ਦੀ ਲੋੜ ਹੈ। ਇਹ ਸਾਰੇ ਆਪੋ ਆਪਣੀ ਤਰ੍ਹਾਂ ਨਾਲ ਬਹੁਤ ਇਮਾਨਦਾਰੀ ਦੇ ਨਾਲ ਇਸ ਬਾਰੇ ਤੁਸੀਂ ਸਾਰੇ ਵਿਚਾਰ ਕਰਿਓ। ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਅੰਮ੍ਰਿਤ ਦੇ ਉੱਤੇ 18 YouTube'ਾਂ ਬਣਾਈਆਂ ਜੀ। ਇਹ ਐਪਕ ਆ। ਤੁਸੀਂ ਇਹ ਭਾਗਾਂ ਵਾਲੀ ਗੱਲ ਮੰਨੋ ਕਿ ਅਸੀਂ ਤੁਹਾਡੇ ਤੱਕ ਓਰਲ ਗੱਲਬਾਤ ਦੇ ਰਾਹੀਂ ਪਹੁੰਚਾ ਰਹੇ ਹਾਂ। ਗੱਲਬਾਤ ਦੇ ਰਾਹੀਂ ਗੱਲ ਬਹੁਤ ਛੇਤੀ ਸਮਝ ਆ ਜਾਂਦੀ ਹੈ। ਜੇ ਪੜ੍ਹ ਕੇ ਸਮਝਣੀ ਹੋਵੇ 30-40 ਸਾਲ 50 ਸਾਲ ਵੀ ਲੱਗ ਜਾਂਦੇ ਨੇ। ਇਹਨਾਂ ਨੂੰ ਓਲਡ ਸਟੋਰੀਜ਼ ਵੀ ਕਹਿੰਦੇ ਨੇ। ਜਦੋਂ ਓਰਲ ਚ ਚੀਜ਼ ਆ ਜਾਂਦੀ ਆ, ਓਲਡ ਕਹਾਣੀਆਂ ਬਣ ਜਾਂਦੀਆਂ ਨੇ ਆਉਣ ਵਾਲੇ ਸਮੇਂ ਦੀਆਂ। ਇਹਨਾਂ ਨੂੰ ਸਾਰੇ ਧਰਮਾਂ ਨੇ, ਸਾਰੇ ਕਵੀਆਂ ਨੇ, ਰਾਈਟਰਸ ਨੇ ਬਹੁਤ ਗ੍ਰੇਟ ਮੰਨੇ। ਇਹਨਾਂ ਨੂੰ ਲਾਈਫ ਦੀ, ਆਰਟ ਦੀ, ਧਰਮ ਦਾ ਰੂਟ ਆਧਾਰ ਮੰਨੇ। ਇਹ ਕੰਮ ਜਿਹੜਾ ਕਰਦੇ ਆ, ਤੁਸੀਂ ਵੱਧ ਤੋਂ ਵੱਧ ਸੁਣ ਕੇ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਅਹਿਸਾਨਮੰਦ ਹੋ ਜਾਂ ਸਾਡੇ ਖਿਆਲਾਂ ਦੇ ਉੱਤੇ ਨਿਰਭਰ ਕਰੋ। ਤੁਸੀਂ ਅੱਗੇ ਕੰਮ ਕਰੋ, ਅੱਗੇ ਤੋਂ ਅੱਗੇ, ਜਿੱਥੇ ਕਿਤੇ ਕੋਈ ਘਾਟ ਆ। ਸੋ ਮੈਂ ਤੁਹਾਡੇ ਨਾਲ ਉਹਨੇ ਕੁਝ ਗੱਲਾਂ ਸਾਂਝੀਆਂ ਕਰਦਾ ਜਿਹੜੀਆਂ ਕਿ ਮੈਂ ਲਿਖੀਆਂ ਨੇ, ਕਿ ਅਸੀਂ ਸਾਰੀ ਵਰਲਡ ਦੇ ਵਿੱਚ ਸਿੱਖ ਕੌਮ ਆ ਜਿਹੜੀ, ਉਹ ਕਿਹੜੀ ਚੀਜ਼ ਦਾ ਘਾਟਾ ਖਾ ਰਹੀ। ਉਹਨੇ ਕੀਤਾ ਵੀ ਬਹੁਤ ਕੁਝ ਆ, ਕਿਹੜਾ ਕੁਝ ਆ ਜਿਹੜਾ ਅਸੀਂ ਨਹੀਂ ਕੀਤਾ। ਜੋ ਕੁਝ ਕਰਨ ਵਾਲਾ, ਉਹਦੇ ਉੱਤੇ ਮੈਂ ਤੁਹਾਨੂੰ ਪਹਿਲੀ ਗੱਲ ਹੈ ਜਿਹੜੀ, ਇਹ ਕੁਝ ਪੁਆਇੰਟ ਨੇ ਸਾਰੇ ਟੋਟਲ, ਜਿਹੜੇ ਕਿ 10 ਜਾਂ 11 ਪੁਆਇੰਟ ਨੇ ਟੋਟਲ, ਛੋਟੇ ਛੋਟੇ ਕਰਕੇ ਮੈਂ ਤੁਹਾਨੂੰ ਦੱਸਣੇ ਨੇ। ਉਦੋਂ ਬਾਅਦ ਅਸੀਂ ਅੰਮ੍ਰਿਤ ਦਾ 9ਵਾਂ ਹਿੱਸਾ ਜਿਹੜਾ ਉਹ ਸ਼ੁਰੂ ਕਰਨਾ। ਉਹਦਾ ਸਿਰਲੇਖ ਹੈ ਅੰਮ੍ਰਿਤ ਦਾ ਇੱਕੋ ਸਮੇਂ ਅਸਲੀ ਅਤੇ ਰਹੱਸਮਈ ਮੰਡਲਾਂ ਵਿੱਚ ਨਿਵਾਸ।
ਅਸਲੀ ਜਿਹੜੇ ਦਿਸਦੇ ਨੇ, ਰਹੱਸਮਈ ਜਿਹੜੇ ਦਿਸਦੇ ਨੇ, ਇਨਵਿਜ਼ੀਬਲ ਨੇ। ਪਰ ਇੱਕ ਗੱਲ ਖਿਆਲ ਰੱਖਿਓ, ਗੁਰਬਾਣੀ ਦੇ ਵਿੱਚ ਇਨਵਿਜ਼ੀਬਲ ਆ ਜਿਹੜਾ ਨਹੀਂ ਦਿਸਦਾ ਉਹਨੂੰ ਵੀ ਉਹੀ ਮਹੱਤਤਾ, ਜਿਹੜਾ ਦਿਸਦਾ ਉਹਨੂੰ ਵੀ ਉਹੀ ਮਹੱਤਤਾ। ਜਿਵੇਂ ਖਾਲਸਾ ਸਾਜਿਆ 10ਵੇਂ ਜਾਮੇ ਚ, ਪਹਿਲੇ ਗੁਰੂ ਚ ਵੀ ਹੈ। ਹਰਿਮੰਦਰ ਸਾਹਿਬ ਦਾ ਇਸ਼ਨਾਨ ਵੀ ਪਹਿਲੇ ਗੁਰੂ ਚ। ਸਿੱਖ ਦੀਆਂ ਸਿਫਤਾਂ ਮੁਸੀਬਤਾਂ ਜੋ ਵੀ ਸਿੱਖ ਨੂੰ ਆਉਂਦਾ ਉਹ ਪਹਿਲੇ ਗੁਰੂਆਂ ਨੇ ਵੀ ਉਵੇਂ ਹੀ ਦੱਸਿਆ, ਜਿਵੇਂ ਖਾਲਸਾ ਸਾਜਿਆ ਹੋਇਆ ਉਹਨਾਂ ਦੇ ਗੁਰੂ। ਇਹ ਗੱਲ ਸਾਰੀ ਕੌਮ ਨੂੰ ਸਮਝਣ ਵਾਲੀ ਹੈ ਕਿ ਅਣਦਿਸਦਾ ਤੇ ਦਿਸਦਾ, ਭਾਵੇਂ ਜਿਹੜਾ ਅਣਦਿਸਦਾ ਹੀ ਰਹੂਗਾ, ਉਹ ਫਿਰ ਵੀ ਦਿਸਦੇ ਜਿੰਨੀ ਮਹੱਤਤਾ ਰੱਖਦਾ। ਉਹਦੇ ਚ ਕੋਈ ਡਿਫਰੈਂਸ ਨਹੀਂ ਹੈਗਾ ਗੁਰੂ ਲਈ। ਉਹ ਉਨੀ ਮਹੱਤਤਾ ਰੱਖਦਾ, ਉਹਨਾਂ ਹੀ ਸਾਡੇ ਚ ਸ਼ਾਮਿਲ। ਜਿਵੇਂ ਸਿੱਖ ਜਦੋਂ ਨਹੀਂ ਸਾਜਿਆ ਸੀ, ਅਣਦਿਸਦਾ ਸੀ, ਸਾਡੇ ਚ ਸ਼ਾਮਿਲ ਸੀ। ਇਹ ਗੱਲ ਖਾਲਸੇ ਦੇ ਸਬੂਤ ਰਾਹੀਂ ਸਮਝਾਉਣੀ ਸੌਖੀ ਹੋ ਜਾਂਦੀ। ਤੁਸੀਂ ਜਦੋਂ ਬਾਣੀ ਪੜ੍ਹਦੇ ਹੋ, ਬਾਣੀ ਵੀ ਬਹੁਤ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ ਤਾਂ ਕਿ ਇਹਨਾਂ ਜੀਨੀਅਸ ਬੰਦਿਆਂ ਨੂੰ ਐਪਲੀਕੇਟ ਕੀਤਾ ਜਾ ਸਕੇ, ਉਹਦਾ ਜ਼ਹੂਰ ਕੀਤਾ ਜਾ ਸਕੇ ਉਹਦੇ ਮੁਤਾਬਕ ਕਿ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਮਰਨਾ ਉਹਦੇ ਕੀ ਮਤਲਬ ਨਹੀਂ। ਕਿ ਬਾਣੀ 'ਚ ਬਹੁਤ ਵਾਰ ਆਉਂਦਾ ਜਦੋਂ ਬੰਦਾ ਸ਼ਬਦ 'ਚ ਮਰਦਾ, ਉਹ ਕਦੇ ਵੀ ਨਹੀਂ ਮੁੜ ਕੇ ਮਰਦਾ, ਉਹ ਜੋ ਐਸਾ ਜਿਉਂਦਾ ਹੋ ਜਾਂਦਾ। ਉਹ ਕਿਹੜੀ ਮੌਤ ਹੈ ਜਿਹੜੀ ਸ਼ਬਦ 'ਚ ਮੌਤ ਹੋ ਕੇ ਬੰਦਾ ਮਰਦਾ ਹੀ ਨਹੀਂ। ਇਹ ਗੱਲ ਸਮਝਣ ਵਾਲੀ ਹੈ। ਸਾਰੇ ਧਰਮਾਂ ਬਾਰੇ ਵੱਡੇ ਤੋਂ ਵੱਡੇ ਇਸ਼ਟ ਯਕੀਨ ਨੇ, ਗੁਰੂ ਉਹਨਾਂ ਦੀ ਗੱਲ ਕਰਦਾ। ਪਰ ਸਤਿਗੁਰੂ ਹੈ ਜਿਹੜਾ, ਸਭ ਤੋਂ ਵੱਡੀ ਪਾਵਰ ਸਤਿਗੁਰੂ ਦੇ ਵਿੱਚ। ਸਤਿਗੁਰੂ ਤੋਂ ਪਹਿਲਾਂ ਸਾਰੀਆਂ ਬਾਟਾਂ ਨੇ ਜਿਹੜੀਆਂ ਸਿਫਤਾਂ ਵੀ ਨੇ, ਪਿਆਰ ਵੀ ਕੀਤਾ, ਉਹਨਾਂ ਨੂੰ ਸ਼ਾਮਿਲ ਵੀ ਕੀਤਾ, ਪਰ ਸਤਿਗੁਰੂ ਤੋਂ ਪਹਿਲਾਂ ਹਰ ਧਰਮ ਦੀ ਬਾਟ ਅਧੂਰੀ ਹੈ। ਇਸੇ ਕਰਕੇ ਪੂਰਨ ਸਿੰਘ ਨੇ ਲਿਖਿਆ ਕਿ ਸਾਰੇ ਧਰਮ ਪਹਿਲਾਂ ਪੋਰਸ਼ਨਸ ਵਿੱਚ ਨੇ। ਜਦੋਂ ਗੁਰਬਾਣੀ ਪੜ੍ਹਦੇ ਆ, ਜਦੋਂ ਗੁਰੂ ਨਾਨਕ ਨੂੰ ਪੜ੍ਹਦੇ ਆ, ਉਹ ਰੱਬ ਤੱਕ ਹਿੱਸਿਆਂ 'ਚ ਪਹੁੰਚਦੇ ਨੇ। ਸਾਬਤ ਰੱਬ ਦਾ ਰੂਪ ਉਹਨਾਂ 'ਚ ਕਿਤੇ ਨਹੀਂ ਆਉਂਦਾ। ਇਹ ਨਾ ਖਿਆਲਾਂ ਤੋਂ ਹੀ ਉਹਨਾਂ ਨੇ ਲਿਖਿਆ। ਫਿਰ ਤੁਸੀਂ ਇਹ ਦੇਖੋ ਉਹਦੇ ਵਿੱਚ ਨਾਮ ਦਾ ਕੀ ਮਹੱਤਤਾ, ਨਾਮ ਕੀ ਚੀਜ਼। ਜਦੋਂ ਨਾਮ ਆਉਂਦਾ ਉਹ ਥਾਂ ਕੀ ਮਿਲਦੀ ਆ, ਇੰਨੀ ਵਾਰੀ ਕਿਉਂ ਹੁੰਦਾ। ਸ਼ਬਦ ਆਉਂਦਾ, ਹਉਮੈ ਆਉਂਦੀ ਆ, ਗੁਰਮੁਖ ਆਉਂਦਾ, ਧਰਮ ਆਉਂਦੇ ਨੇ, ਮਿਥਿਆਸ ਆਉਂਦੇ ਨੇ, ਭਾਰਤੀ ਧਰਮ ਆਉਂਦੇ ਨੇ, ਬ੍ਰਾਹਮਣ ਆਉਂਦਾ, ਜੋਗੀ ਆਉਂਦਾ, ਸੂਫੀ ਆਉਂਦਾ, ਸਾਰੇ ਆਉਂਦੇ ਨੇ। ਜੋ ਵੀ ਦੀਨ ਦੇ ਵੱਖਰੇ ਵੱਖਰੇ ਬੰਦੇ ਨੇ ਜਾਂ ਕਾਰਜ ਕਰਨ ਵਾਲੇ ਨੇ। ਤੁਸੀਂ ਇਹ ਦੇਖਣਾ ਹੈ ਕਿ ਗੁਰੂ ਤੋਂ ਪਹਿਲਾਂ ਇਹਨਾਂ ਦੀ ਕੀ ਪੋਜੀਸ਼ਨ, ਗੁਰੂ ਤੇ ਪਹੁੰਚ ਕੇ ਕੀ ਆ। ਹੁਣ ਮੈਂ ਤੁਹਾਡੇ ਨਾਲ ਬੜੀ ਅਜੀਬ ਗੱਲ ਛੋਣਾ, ਤੁਸੀਂ ਇਹ ਗੱਲ ਮੈਂ ਕਰ ਵੀ ਰਿਹਾ, ਕਿੰਨੇ ਕੁ ਸਫਲ ਹੋਏ ਆ ਉਹ ਤੇ ਅਕਾਲ ਪੁਰਖ ਨੂੰ ਮਨਜ਼ੂਰ ਆ। ਅਸੀਂ ਕਰ ਵੀ ਰਹੇ ਹਾਂ ਰਲ ਕੇ, ਇਹ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਜਿਹੜਾ ਤੁਹਾਡੇ ਵਿੱਚ ਬਹੁਤ ਥੋੜੇ ਬੰਦਿਆਂ ਨੇ ਕਦੇ ਇਹਦੇ ਤੇ ਇਸ ਤਰ੍ਹਾਂ ਸੋਚਿਆ ਹੋਏਗਾ, ਪਰ ਜਿਹਦੇ ਬਾਰੇ ਅਸੀਂ ਸਭ ਤੋਂ ਵੱਧ ਘਾਟਾ ਖਾ ਰਹੇ ਹਾਂ। ਮਿਸਾਲ ਦੇ ਲਈ ਪਹਿਲੀ ਗੱਲ ਆ, ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਕੋਈ ਬਾਹਰੋਂ ਸਫੀਰ ਆਉਂਦਾ, ਆਮ ਤੌਰ ਤੇ ਸ਼ਾਇਦ ਹੀ ਕੋਈ ਸਫੀਰ ਹੋਊਗਾ ਜਿਹੜਾ ਲੰਗਰ ਨਹੀਂ ਛਕਦਾ, ਤੇ ਲੰਗਰ ਵਿੱਚ ਕਈ ਸੇਵਾ ਵੀ ਕਰਦੇ ਨੇ। ਪਰ ਉਹ ਸਫੀਰ ਜਦੋਂ ਆਉਂਦੇ ਨੇ, ਸਾਡੀ ਜਿਹੜੀ ਸਭ ਤੋਂ ਕੀਮਤੀ ਜ਼ਿੰਮੇਵਾਰੀ ਆ ਉਹ ਇਹ ਆ ਕਿ ਉਹ ਸਫੀਰ ਇੱਥੇ ਆ ਕੇ ਕਹਿਣ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਮੈਂ ਉਹਨਾਂ ਤੇ ਚੌਰ ਕਰਨਾ, ਉਹ ਕਿੱਥੇ ਨੇ, ਮੈਨੂੰ ਦਰਸ਼ਨ ਕਰਾਓ ਇੱਥੇ, ਮੈਂ ਉਂਝ ਤੇ ਕੀਤੇ ਨੇ। ਇਹ ਗੱਲ ਉਹਨਾਂ ਦੀ ਆਤਮਾ ਤੱਕ ਪਹੁੰਚਾਉਣ ਲਈ ਲੰਗਰ ਤੇ ਅਸੀਂ ਪਹੁੰਚਾਤਾ ਵਿਜ਼ੀਬਲ ਆ, ਪਰ ਸ਼ਬਦ ਆ ਜਿਹੜਾ ਆਤਮਾ ਦੀ ਖੁਰਾਕ ਆ ਜੋ ਇਨਵਿਜ਼ੀਬਲ ਆ, ਇਹ ਉਹਨਾਂ ਤੱਕ ਪਹੁੰਚਾਉਣ ਦੇ ਲਈ ਸਾਰੇ ਯਤਨ ਕਰੋ। ਘੱਟ ਤੋਂ ਘੱਟ ਮੈਂ ਜੇ ਤੁਹਾਡੇ ਨਾਲ ਗੱਲ ਕਰਦਾ, ਇਹ ਯਤਨ ਵੀ ਅਸੀਂ ਕਰ ਰਹੇ ਹਾਂ। ਥੋੜਾ ਮੰਨ ਲਓ, ਆਖਿਰ ਗੱਲ ਜਦੋਂ ਕਰਦੇ ਹਾਂ, ਇਹਦੇ ਲਈ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ, ਉਹ ਜਿੰਨਾ ਕੁ ਹੁੰਦਾ ਉਹਨੂੰ ਇੱਕ ਤਾਂ ਪਬਲਿਕ ਵਿੱਚ, ਸੰਗਤ ਵਿੱਚ ਸਾਂਝਾ ਕਰੋ। ਇੱਕ ਉਦੋਂ ਅੱਗੇ ਜਿਹੜਾ ਕਰਦੇ ਹੋ ਉਹਦਾ ਵੀ ਜ਼ਿਕਰ ਕਰੋ।
ਤਾਂ ਕਿ ਜੋ ਕੁਝ ਅਸੀਂ ਲਿਖਦੇ ਹਾਂ, ਕਿਤੇ ਕੋਈ ਯੂਨੀਵਰਸਿਟੀ 'ਚ ਪਾਉਂਦੇ ਹਾਂ, ਕਿਤੇ ਵੀ ਲੈ ਕੇ ਜਾਂਦੇ ਹਾਂ, ਉਹ ਖਿਆਲ ਸੰਗਤ ਦੇ ਵਿੱਚ ਸਾਂਝਾ ਹੁੰਦਾ ਰਹੇ। ਮੈਂ ਦੇਖਿਆ ਕਿ ਜਿਹੜਾ ਇਲਮ ਆ, ਮੈਂ ਇੱਕ ਪੇਪਰ ਲਿਖਤਾ, ਉਦੋਂ ਗਾਹਾਂ ਉਹਨੂੰ ਦੇਖ ਕੇ ਇੱਕ ਬੰਦਾ ਕੋਈ ਆਪਣੀ ਤਰ੍ਹਾਂ ਦਾ ਹੋਰ ਲਿਖ ਲੈਂਦਾ, ਜਿਵੇਂ ਗਾਹਾਂ ਦੀ ਗਾਹਾਂ ਖੱਡਾਂ ਪੱਟੀ ਜਾਂਦੇ ਆ, ਪਰ ਸਮਾਜ ਨਾਲ, ਸੰਗਤ ਨਾਲ ਉਹਦੀ ਕੋਈ ਸ਼ਮੂਲੀਅਤ ਨਹੀਂ ਬਣਦੀ। ਸੰਗਤ ਨੂੰ ਪਤਾ ਹੋਵੇ ਕਿ ਤੁਹਾਡਾ ਇਹ ਕੰਮ ਕਿੱਥੇ ਚੱਲਿਆ ਗਿਆ, ਤੁਹਾਡਾ ਸ਼ਬਦ ਦੀ ਜਿਹੜੀ ਖੁਰਾਕ ਆ, ਆਤਮਾ ਦੀ, ਨਾਮ ਤੇ ਸ਼ਬਦ ਦੀ ਖੁਰਾਕ ਕਿੱਥੇ ਕੁ ਪਹੁੰਚਾਈ ਆ, ਕਿੰਨੀ ਕੁ ਪਹੁੰਚਾਈ ਆ, ਕਿੱਥੇ ਕਿੱਥੇ ਚਲੀ ਗਈ। ਇਹ ਕੰਮ ਆ ਜਿਹੜਾ ਸਾਰੇ ਆਪੋ ਆਪਣੀ ਤਰ੍ਹਾਂ ਨਾਲ ਵਿਚਾਰ ਕਰਕੇ ਸੋਚ ਕੇ ਤੁਸੀਂ ਸਾਰੇ, ਇੱਕ ਮੈਂ ਹੋਰ ਬੇਨਤੀ ਕਰਦਾ, ਜਿਹੜੇ ਸਰੋਤੇ ਨੇ ਉਹ ਬੜੇ ਉੱਚੇ ਸੁੱਚੇ ਹੁੰਦੇ ਨੇ, ਸਮਾਜ ਨੂੰ ਵੀ ਉਹੀ ਬਦਲਦੇ ਨੇ। ਅੱਜ ਮੈਂ ਹੁਣ ਵੋਟਾਂ ਦੇ ਵਿੱਚ ਸਾਰਾ ਸਿਸਟਮ ਬਦਲਤਾ, ਉਹ ਐ ਨਹੀਂ ਚਾਹੀਦਾ ਕਿ ਸੁਣ ਕੇ ਚਲੇ ਗਏ, ਉਹ ਇਹ ਸਾਰੀਆਂ ਚੀਜ਼ਾਂ ਸੁਣ, ਉਹ ਇਹ ਫੈਸਲੇ ਦੇਣ ਕਿ ਕਿਹੜੀ ਗੱਲ ਕਿੱਥੇ ਕੀਮਤੀ ਆ, ਤਾਂ ਇੱਥੇ ਜ਼ਿਕਰ ਕਾਤੇ ਨਹੀਂ ਹੋ ਰਿਹਾ ਜਾਂ ਹੋਣਾ ਚਾਹੀਦਾ। ਇਹ ਗੱਲਾਂ ਮੈਂ ਸਾਰੀ ਵਿਸ਼ਵ ਦੀ ਸੰਗਤ ਨੂੰ ਬੇਨਤੀ ਕਰਦਾ, ਜਿਹੜਾ ਵੀ ਬੰਦਾ ਇਹ YouTube ਸੁਣਦਾ, ਉਹਨਾਂ ਤੱਕ ਸਾਡਾ ਇਹ ਸੁਨੇਹਾ ਹਰ ਥਾਂ ਤੇ ਪਹੁੰਚਾਇਆ ਜਾਵੇ। ਜਿਹੜਾ ਬੰਦਾ ਇਹਦੇ ਤੇ ਕੰਮ ਕਰਦਾ, ਜੀ ਸਦਕੇ, ਜੇ ਅਸੀਂ ਇਸ ਪਾਸੇ ਤੋਂ ਅਜੇ ਨਹੀਂ ਸ਼ੁਰੂ ਕੀਤਾ, ਇਹ ਕੰਮ ਤੋਂ ਬਿਨਾਂ ਦੁਨੀਆ ਦੇ ਵਿੱਚ ਜਿਹੜੇ ਅਸੀਂ ਦਾਅਵੇ ਕਰਦੇ ਹਾਂ, ਕਦੇ ਵੀ ਉਹ ਸਾਡੇ ਦਾਅਵੇ ਪੂਰੇ ਨਹੀਂ ਹੋ ਸਕਦੇ। ਅਸੀਂ ਦਾਅਵਾ ਵੱਡਾ ਕਰਦੇ ਹਾਂ, ਫਿਰ ਉਹ ਇੱਕ ਕਿਸਮ ਦਾ ਥ੍ਰੈਟ 'ਚ ਬਦਲ ਜਾਂਦਾ, ਜਿਵੇਂ ਕਿਸੇ ਨੂੰ ਡਰਾਉਣਾ ਹੁੰਦਾ ਹੈ, ਜਿਵੇਂ ਕਿਸੇ ਤੇ ਰੋਹ ਪਾਉਣਾ ਹੁੰਦਾ, ਜਾਂ ਜਿਵੇਂ ਹੁਣ ਸਿੱਖ ਗੱਲਾਂ ਕਰਦੇ ਨੇ ਆਮ ਹੀ, ਫਲਾਣੇ ਬਈ ਸਿੱਖਾਂ ਨੇ ਐ ਕੀਤਾ, ਉਹਨਾਂ ਨੇ ਕੀਤਾ, ਅਸੀਂ ਕੀ ਕੀਤਾ, ਸਾਡਾ ਕੀਤਾ ਸਾਡੇ ਨਾਲ ਖੜੂਗਾ, ਉਹਨਾਂ ਦਾ ਨਹੀਂ ਖੜਨਾ। ਇੱਥੇ ਤਾਂ ਗੁਰੂਆਂ ਨੇ ਆਪਦੇ ਔਲਾਦ ਨਾਲ ਨਹੀਂ ਕਿਸੇ ਨਾਲ ਲਿਹਾਜ਼ ਕੀਤੀ, ਅਸੀਂ ਉਹ ਵਿਰਾਸਤ ਕਿਵੇਂ ਵਰਤ ਲਾਂਗੇ। ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਰਨ ਦੀ ਲੋੜ ਆ। ਅਗਲੀ ਚੀਜ਼, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ, ਇਸ ਉੱਪਰ ਲਿਖੀ ਕਿਤਾਬ ਹਰਿੰਦਰ ਸਿੰਘ ਮਹਿਬੂਬ ਦਾ ਮਹਾਕਾਵ, ਇਹਦੇ ਉੱਤੇ ਮੈਂ ਕਿਤਾਬ ਤਾਂ ਲਿਖੀ, ਪੰਜਾਬੀ ਦੇ ਵਿੱਚ ਲਿਖੀ ਆ, ਕਿ ਭਿੰਡਰਾਂਵਾਲੇ ਦੀਆਂ ਬਹੁਤ ਜ਼ਿਆਦਾ ਫੋਟੋਆਂ ਲੱਗੀਆਂ ਨੇ, ਇਹਦਾ ਨਾਂ ਬਹੁਤ ਵਰਤਿਆ ਜਾਂਦਾ ਥਾਂ ਥਾਂ ਤੇ, ਇੰਨੀਆਂ ਜ਼ਿਆਦਾ ਫੋਟੋਆਂ ਨੇ, ਇੰਨਾ ਜ਼ਿਆਦਾ ਇਹਦਾ ਨਾਂ, ਖਾਲਿਸਤਾਨ ਦੇ ਇੰਨੇ ਜ਼ਿਆਦਾ ਜਕਾਰੇ ਵੱਜਦੇ ਨੇ, ਪਰ ਉਹ ਕਿਤਾਬ ਕਿਸੇ ਨੇ ਨਹੀਂ ਪੜ੍ਹੀ। ਉਹ ਤਾਂ ਮਹਾਕਾਵ ਹਰਿੰਦਰ ਮਹਿਬੂਬ ਦਾ, ਉਹ ਮੇਰਾ ਤੇ ਹੈ ਨਹੀਂ। ਉਹਦੇ 'ਚ ਜੇ ਕੋਈ ਮੇਰੇ ਤੋਂ ਮਾੜੀ ਮੋਟੀ ਘਾਟ ਰਹਿ ਗਈ ਹੋਊਗੀ, ਫੇਰ ਵੀ ਐਪਕ ਹੀ ਹੈ। ਤੁਸੀਂ ਜਦੋਂ ਭਿੰਡਰਾਂਵਾਲੇ ਤੇ ਇੰਨੀਆਂ ਗੱਲਾਂ ਕਰਦੇ ਹੋ, ਘੱਟ ਤੋਂ ਘੱਟ ਉਹਦੀ ਕਿਤਾਬ ਪੜ੍ਹ ਕੇ ਜਿੰਨੀਆਂ ਸਿੱਖ ਸਿਆਸਤ ਉਹਦੇ 'ਚ ਵਿਚਾਰੀ ਤਾਂ ਜਾਵੇ ਕਿ ਅੱਗੇ ਕੀ ਕਰਨਾ, ਕੀ ਅਸੀਂ ਭਿੰਡਰਾਂਵਾਲੇ ਨਾਲ ਇਨਸਾਫ ਕਰਦੇ ਹਾਂ ਜਾਂ ਆਪਦੀ ਹਉਮੈ ਪਾਲਦੇ। ਮੇਰਾ ਯਕੀਨ ਹੈ ਕਿ ਜਿਵੇਂ ਮਾਲਾ ਪਾਈ ਹੁੰਦੀ ਆ, ਐ ਸ਼ਹੀਦਾਂ ਦੀਆਂ ਫੋਟੋਆਂ ਦੱਬ ਕੇ ਜ਼ਿਆਦਾ ਨੇ, ਉਹਦੇ ਅੰਦਰ ਅਨੁਭਵ ਸਾਡੇ ਅੰਦਰ ਘੱਟ ਆ। ਇਹਦੇ ਕਰਕੇ ਸਾਡੀ ਇਹ ਜਿਹੜੀ ਖਾਲਿਸਤਾਨ ਦੀਆਂ ਬਾਰ-ਬਾਰ ਗੱਲਾਂ ਕਰਦੇ ਆ, ਇਹ ਇੱਕ ਵੰਗਾਰ ਬਣ ਗਈ। ਇਹਦੇ ਪਿੱਛੇ ਅਮਲ ਛੋਟਾ, ਇੱਕ ਕੁਆਰੀ ਕੁੜੀ ਵਿਆਹੀ ਜਾਂਦੀ ਆ, ਉਹਨੂੰ ਪਤਾ ਹੁੰਦਾ ਕਿ ਮੇਰੇ ਬੇਟਾ ਪੈਦਾ ਹੋਊਗਾ, ਉਹ ਕਦੇ ਦੱਸਦੀ ਆ ਵੀ ਮੈਂ ਬੇਟਾ ਪੈਦਾ ਕਰੂੰਗੀ। ਤੁਸੀਂ ਇਹਨੂੰ ਇੰਨਾ ਹੀ ਸਸਤਾ ਸਮਝਦੇ ਹੋ। ਇਹਦਾ ਜ਼ਹੂਰ ਕਰ ਦੋ ਦੁਨੀਆ 'ਚ, ਸ਼ਬਦ ਲੋਕਾਂ ਦੀ ਆਤਮਾ ਤੱਕ ਪਹੁੰਚਾ ਦੋ, ਵਰਲਡ ਦੀ। ਉਹ ਭੱਜ ਕੇ ਕਹਿਣ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਇੱਥੇ ਦਰਸ਼ਨ ਕਰੋ, ਜਿਹੜਾ ਗੁਰੂਆਂ ਨੇ ਖੁਦ ਬਣਾਇਆ। ਮੈਂ ਚੌਰ ਕਰਦਾ ਉੱਥੇ, ਚਾਹੇ ਕੋਈ ਨਾ ਕਰਨ ਦੇਵੇ। ਇਹ ਡਿਮਾਂਡ ਉਹਨਾਂ ਦੇ ਮਨ 'ਚ ਪੈਦਾ ਕਰੋ, ਇਹਦੇ ਤੇ ਸੋਚੋ। ਜੇ ਤੁਸੀਂ ਨਹੀਂ ਪੈਦਾ ਕੀਤੀ, ਕਦੇ ਸੋਚੀ ਵੀ ਨਹੀਂ, ਫਿਰ ਕਿੰਨਾ ਕੁ ਕੰਮ ਕੀਤਾ। ਫਿਰ ਤਾਂ ਇਹ ਤੋਂ ਬਿਨਾਂ ਤਾਂ ਅਸੀਂ ਹੱਕਦਾਰ ਹੀ ਨਹੀਂ ਹੈਗੇ। ਅਗਲੀ ਚੀਜ਼, ਮੈਂ ਬਹੁਤ ਹਿੰਦੂ ਭਰਾਵਾਂ ਨੂੰ ਪਿਆਰ ਕਰਦਾ। ਉਹ ਹੁਣ ਮੈਨੂੰ ਕਈ ਵਾਰੀ ਕਹਿੰਦੇ ਨੇ ਪਤਾ ਨਹੀਂ ਮੈਂ ਖਾਲਿਸਤਾਨੀ ਚਾਹੁੰਦਾ, ਮੈਂ ਨਹੀਂ ਕਦੇ ਮੰਗਿਆ, ਅੱਜ ਤੱਕ ਮੇਰਾ ਕੋਈ ਲਿਖਿਆ ਦਿਖਾ ਦੋ ਕਿਤੇ ਜਸਟੀਫਿਕੇਸ਼ਨ ਭਾਵੇਂ ਦੇਤੀ ਹੋਵੇ ਬੋਲਣ ਦੇ ਵਿੱਚ। ਪਰ
ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜਿਵੇਂ ਉਹ ਸੋਹਣ ਲਾਲ ਜੀ ਨੇ, ਉਹ ਮਿਨਿਸਟਰ ਵੀ ਰਹੇ ਨੇ ਹਾਇਰ ਐਜੂਕੇਸ਼ਨ ਦੇ, ਉਹਨਾਂ ਨੇ ਕਿਹਾ ਸੀ ਇਹਦਾ ਫੈਕਟ ਆ ਨਾ, ਅਸਲੀਅਤ ਮੈਂ ਕੋਈ ਬੰਗਾਰਦਾ ਨਹੀਂ ਕਿਸੇ ਨੂੰ, ਕਿ ਇੱਕ 84 ਹੋਰ ਦਿਖਾਉਣੀ ਪਊਗੀ। ਇੱਕ ਫੇਸਬੁੱਕ ਤੇ ਵੀ ਇੱਕ ਦਿਨ ਇੱਕ ਬੰਦੇ ਨੇ ਲਿਖਿਆ ਵੀ ਤੈਨੂੰ 84 ਯਾਦ ਆ। ਸਾਰੇ ਭਰਾਵਾਂ ਨੂੰ ਮੈਂ ਇਤਿਹਾਸਿਕ ਸੱਚਾਈ ਆ ਇਹ, ਕਿ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਜੰਗ ਹੋਈ ਆ, ਉਹ 84 ਸਿੱਖ ਸੀਗੇ। ਜਨਰਲ ਬਰਾੜ ਦੀ ਕਿਤਾਬ ਪੜ੍ਹ ਲਓ। ਉਹ 84 ਸਿੱਖਾਂ ਨੇ ਕਿਸੇ ਇੱਕ ਨੇ ਹਥਿਆਰ ਨਹੀਂ ਸੁੱਟੇ, ਸਾਰੇ ਦੇ ਸਾਰੇ ਉਹ ਸ਼ਹੀਦ ਹੋਏ। ਉਹ 84 ਸਿੱਖ ਮੌਤ ਨਾਲ ਮਖੌਲ ਕਰਦੇ ਸੀ। CID ਦੇ ਬੰਦੇ ਆਏ, ਉਹਨਾਂ ਨੂੰ ਕਾਲੇ ਤੇਲ ਦੇ ਨਾਲ ਲਿਪ ਕੇ ਵਾਪਸ ਮੋੜਤਾ। ਉਹ ਬਰਾੜ ਹੀ ਦੱਸਦਾ, ਕਹਿੰਦਾ ਸੀ ਦਾਲੇ ਹੱਸੀਏ ਨਾਲ ਦੇਖੀ ਵੀ ਉਹ ਕੌਣ ਹੁੰਦੇ ਨੇ। ਤੁਸੀਂ ਸੋਚ ਕੇ ਦੇਖੋ ਮੌਤ ਨੂੰ ਕਿਵੇਂ ਮਖੌਲ ਕਰਦੇ ਸੀ। ਉੱਥੇ 14,000 A ਕਲਾਸ ਇੰਡੀਆ ਦੀ ਮਿਲਟਰੀ ਦਾ ਬੰਦਾ ਮਰਿਆ। ਜ਼ਖਮੀ ਤਾਂ ਪਤਾ ਹੀ ਨਹੀਂ ਕਿੰਨੇ ਕੋਏ ਨੇ। ਉਹ ਬ੍ਰਹਮ ਮਿਸ਼ਰੇ ਦੇ ਜਿਹੜੇ ਸਭ ਤੋਂ ਵਧੀਆ ਕਮਾਂਡੋ ਸੀ, ਉਹ ਕਹਿੰਦਾ ਮੈਂ 6 ਘੰਟਿਆਂ 'ਚ ਫਤਿਹ ਕਰ ਦੂੰ। ਉਹਦੇ ਕਮਾਂਡੋ ਹੀ ਇੱਥੇ ਜਦੋਂ ਮਾਰੇ ਗਏ, ਉਹਦੀ ਪੇਸ਼ ਨਾ ਗਈ, ਉਹਨੂੰ ਫਿਰ ਇੰਦਰਾ ਗਾਂਧੀ ਨੇ ਵਾਪਸ ਬੁਲਾ ਲਿਆ। ਤੁਸੀਂ 84 ਤਾਂ ਭਿੰਡਰਾਂ ਵਾਲੇ ਨੇ ਇੰਡੀਆ ਨੂੰ ਦਿਖਾਈ, ਨਾਲੇ ਮਿਲਟਰੀ ਨੂੰ ਦਿਖਾਈ। ਤੁਸੀਂ ਕੀ ਕੀਤਾ? ਧੀਆਂ ਭੈਣਾਂ ਦੀ ਇੱਜ਼ਤ ਲੁੱਟੀ, ਘਰਾਂ ਨੂੰ ਅੱਗ ਲਾਈ। ਇਹ ਮਰਦਾਂ ਦੇ ਕੰਮ ਨੇ, ਇਹ ਹਾਰੇ ਹੋਏ ਬੰਦਿਆਂ ਦੀ ਨਿਸ਼ਾਨੀ ਆ। ਹਾਰ ਚੁੱਕੇ ਨੇ ਉਹ, ਇਹ ਹਾਰ ਆ। ਧੀਆਂ ਭੈਣਾਂ ਦੀ ਇੱਜ਼ਤ ਕੌਣ ਲੁੱਟਦਾ ਹੁੰਦਾ? ਤੁਸੀਂ ਵਿੱਚ ਉਹਨਾਂ ਦੇ ਰਹਿੰਦੇ ਹੋ। ਤੁਹਾਡੀ ਆਪਦੀ ਆਤਮਾ ਦੀ ਗਿਰਾਵਟ ਆ ਇਹ, ਕਿ ਤੁਸੀਂ ਉਹਨਾਂ ਨੂੰ ਆਪਦੀਆਂ ਧੀਆਂ ਭੈਣਾਂ ਨਹੀਂ ਸਮਝੇ, ਜਾਂ ਹੁਣ ਨਹੀਂ ਸਮਝਦੇ। ਸਾਡੇ ਤੇ ਕੋਈ ਇਹੋ ਜਿਹਾ ਦੋਸ਼ ਲਾ ਕੇ ਦਿਖਾਵੇ, ਸਾਡੇ 'ਚ ਕੋਈ ਨੁਕਸ ਕੱਢ ਕੇ ਦਿਖਾ। ਇਹ ਫਿਰ ਇੰਡੀਆ ਕਾਹਦਾ? ਫਿਰ ਕਾਹਦਾ ਇੰਡੀਆ ਸਾਡਾ ਆਪਣਾ? ਇਹ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ। ਬਾਕੀ ਅਗਲੀ ਚੀਜ਼ ਆ, ਭਿੰਡਰਾਂ ਵਾਲੇ ਦੇ ਉੱਤੇ ਕਿਤਾਬ ਪੜ੍ਹਨ ਦੀ ਲੋੜ ਆ। ਸ਼ਹੀਦ ਦੀ ਲਾਸ਼ ਆਪ ਪੜ੍ਹ ਲਓ, ਉਹਨੂੰ ਸਿੱਖ ਸਿਆਸਤ ਦੇ ਵਿੱਚ ਲਿਆ ਕੇ ਵਿਚਾਰੋ। ਜਿੰਨਾ ਚਿਰ ਸਿੱਖ ਸਿਆਸਤ ਦੇ ਵਿੱਚ ਆ ਸ਼ਬਦ ਦਾ ਵਿਜ਼ਨ, ਇਹ ਸ਼ਬਦ ਤੁਸੀਂ ਦੁਨੀਆ ਦੀ ਆਤਮਾ ਦੀ ਖੁਰਾਕ ਨਹੀਂ ਬਣਾਇਆ, ਯਤਨ ਨਹੀਂ ਕੀਤਾ, ਸਿੱਖ ਸਿਆਸਤ ਕਿਵੇਂ ਹੋਈ? ਤੇ ਆਪਦੀ ਮਰਜ਼ੀ ਨਾਲ ਹੀ ਬਣਾਈ ਹੋਈ ਆ ਤੁਹਾਡੀ। ਇਹਦੇ ਤੇ ਜੇ ਕੰਮ ਕੀਤਾ, ਤੁਸੀਂ ਉਹਦਾ ਵਿਰੋਧ ਕੀਤਾ, ਮੈਨੂੰ ਚੰਗੀ ਤਰ੍ਹਾਂ ਪਤਾ। ਤੁਹਾਡੀ ਜ਼ੁਬਾਨ ਇੰਨਾ ਕੁ ਕੰਮ ਕਰਦੀ ਆ ਕਿ ਤੁਸੀਂ ਇੱਕ ਕਿਤਾਬ ਦੇ ਖਿਲਾਫ ਬੋਲ ਦੋ, ਉਹ ਉੱਥੇ ਹੀ ਦਬ ਜਾਂਦੀ ਹੈ, ਉਹਨੂੰ ਕੋਈ ਨਹੀਂ ਪੜ੍ਹਦਾ। ਫਿਰ ਉਹ ਬਹੁਤ ਪਿੱਛੇ ਚਲੀ ਜਾਂਦੀ ਹੈ। ਇਹ ਕੰਮ ਤੁਸੀਂ ਕੀਤੇ ਨੇ। ਤੁਸੀਂ ਜਿਹੜੀਆਂ ਇਹ ਗੱਲਾਂ ਅਸੀਂ ਕਰਦੇ ਆ, ਨੌਜਵਾਨ ਮੁੰਡਿਆਂ ਦਾ ਨੁਕਸਾਨ ਕਰਦੇ ਆ। ਉਹਦੇ ਵਿੱਚ ਜਿੰਨੇ ਨਵੇਂ ਮੁੰਡੇ ਨੇ ਉਹਨਾਂ ਨੂੰ ਫੜਾਈ ਜਾਂਦੀ। ਖਾਲਿਸਤਾਨ ਦਾ ਰੌਲਾ ਸਮਝ ਕਿਸੇ ਨੂੰ ਮਾੜੀ ਜਿਹੀ ਨਹੀਂ। ਤੁਸੀਂ ਖਾਲਿਸਤਾਨ ਤੇ ਕਹਿਣ ਦੀ ਲੋੜ ਹੀ ਨਹੀਂ। ਅਗਲੀ ਚੀਜ਼, ਜਿੰਨੇ ਵੀ ਦੁਨੀਆ ਦੇ ਵਿੱਚ ਅਸੀਂ ਜਿੱਥੇ ਵੀ ਕਿਤੇ ਦੁੱਖ, ਜਿਵੇਂ ਯੂਕਰੇਨ ਦੇ ਵਿੱਚ ਇਸ ਵੇਲੇ ਜਿਹੜਾ ਕਸ਼ਟ ਆ ਲੋਕਾਂ ਤੇ, ਉਹਨਾਂ ਦਾ ਆਇਆ ਵੀ ਉੱਥੋਂ ਦੀ ਮੇਅਰ ਦਾ, ਉਹਨੇ ਧੰਨਵਾਦ ਕੀਤਾ ਲੰਗਰ ਦਾ। ਮੇਰੀ ਸਾਰੀ ਵਿਸ਼ਵ ਪੰਚਾਇਤ ਤੋਂ ਲੈ ਕੇ ਵਰਲਡ ਦੇ ਸਿੱਖਾਂ ਨੂੰ ਬੇਨਤੀ ਆ, ਸਾਰੀ ਵਰਲਡ ਦੇ ਵਿੱਚ ਲੰਗਰ ਦੀ ਸੇਵਾ ਦੇ ਨਾਲ ਆਪਦੇ ਵਲੰਟੀਅਰ ਤਿਆਰ ਕਰੋ। ਘੱਟ ਤੋਂ ਘੱਟ 2, 3, 4 ਲੱਖ ਤੱਕ ਚਾਹੀਦਾ। ਸ਼ੁਰੂ ਤਾਂ ਕਰੋ। ਉਹ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਲਿਆ ਕੇ ਮੱਲਮ ਪੱਟੀ ਕਰਨ। ਜੰਗ ਦੇ ਵਿੱਚ ਜਾਣਾ ਪੈਂਦਾ, ਸੇਵਾ 'ਚ ਉੱਥੇ ਵੀ ਜਾ। ਲੰਗਰ ਅਸੀਂ ਆਤਮਾ ਦਾ ਵੀ ਵਰਤਾਇਆ, ਸਰੀਰ ਦਾ ਵੀ ਵਰਤਾਇਆ। ਦੋਨੇ ਹੀ ਗੁਰੂ ਕੋਲੋਂ ਆਏ। ਵਲੰਟੀਅਰਸ ਨੇ ਜਿਹੜੇ, ਉਹ ਸਿੱਖਿਅਕ ਵੀ ਹੋਣ। ਜਿਵੇਂ ਮਾਨ ਸਾਹਿਬ ਨੇ ਕਿਹਾ, ਇੱਕਦਮ ਅਸੀਂ ਯੂਕਰੇਨ ਦੇ ਵਿੱਚ ਫੌਜ ਭੇਜਣੀ ਹੈ। ਯੂਕਰੇਨ ਦੇ ਵਿੱਚ ਜੇ ਸਿੱਖ ਨੂੰ ਪੂਰਾ ਪਤਾ ਹੋਵੇ, ਉਹਨਾਂ ਤੇ ਕਸ਼ਟ ਆ, ਉਹਨਾਂ ਨੂੰ ਦਰਦੀ ਦੀ ਲੋੜ ਆ, ਲੰਗਰ ਦੀ ਲੋੜ ਆ, ਜ਼ਖਮੀ ਹੁੰਦੇ ਨੇ, ਉਹਨਾਂ ਦੀ ਸੰਭਾਲ ਦੀ ਲੋੜ ਆ। ਖਾਲਸਾ ਉਹਨਾਂ ਦੀ ਮਦਦ ਕਰੇ। ਪਰ ਜਿੱਥੋਂ ਤੱਕ ਲੜਾਈ ਦਾ ਸਵਾਲ ਆ, ਇਹਨੂੰ ਬਰੀਕੀ ਨਾਲ ਪੜ੍ਹ ਕੇ ਦੇਖੋ। ਇੱਥੇ ਪੁਤਨ ਠੀਕ ਆ, ਇਸ ਥਾਂ ਦੇ ਉੱਤੇ ਉਹਦਾ ਸਟੈਂਡ ਠੀਕ ਆ।
ਉਹ ਜਿਹੜੀ ਲੜਾਈ ਲੜ ਰਿਹਾ ਉਹ ਮੋਰਲ ਲੜਾਈ ਆ, ਉਹ ਧਰਤੀ ਦੀ ਲੜਾਈ ਨਹੀਂ ਹੈਗੀ, ਉਹਨਾਂ ਸੰਤਾਂ ਦੀ ਲੜਾਈ ਆ ਜਿਹੜੇ ਬਹੁਤ ਵੱਡੇ ਸੇਂਟ, ਜਿਨ੍ਹਾਂ ਨੂੰ ਆਇਨਸਟਾਈਨ ਵੀ ਗ੍ਰੇਟ ਮੰਨਦਾ। ਇਹ ਉਹਨਾਂ ਚਲੋ ਉਹਨਾਂ ਦੇ ਕੰਟਰੀਜ਼ ਦੇ ਆਪਣੀਆਂ ਤਰ੍ਹਾਂ ਦੇ ਝਗੜੇ ਨੇ, ਅਸੀਂ ਉਹ ਸੇਵਾ 'ਚ ਜਦੋਂ ਹਾਜ਼ਰ ਹੋਣਾ, ਘੱਟ ਤੋਂ ਘੱਟ ਸਾਰੀ ਕੌਮ ਦਾ ਫੈਸਲਾ ਕਮੇਟੀ ਹੋਵੇ ਚੁਣੀ, ਉਹਦਾ ਫੈਸਲਾ ਹੋਵੇ ਕਿ ਇੱਥੇ ਕਿਸ ਕਿਸਮ ਦੀ ਮਦਦ ਕਰਨੀ ਹੈ, ਉਸੇ ਤਰ੍ਹਾਂ ਦੀ ਮਦਦ ਹੋਵੇ। ਇਹ ਨਹੀਂ ਕਿ ਇੱਕ ਬੰਦੇ ਨੇ ਬੋਲਤਾ, ਨਾ ਪਤਾ ਨਾ ਕੋਈ ਤਿਆਰੀ ਆ ਕਿਸੇ ਕਿਸਮ ਦੀ। ਅਗਲੀ ਚੀਜ਼ ਆ ਕਮੇਟੀ ਬਣੀ ਹੈ, ਉਹ ਪੁਰਾਣੇ ਖਤਮ ਹੋਏ ਹੋਏ ਬੰਦੇ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਨਵੀਂ ਯੂਥ ਮਰ ਰਹੀ ਹੈ, ਕੁਰਬਾਨੀਆਂ ਕਰ ਰਹੀ ਹੈ, ਇਹਨਾਂ ਚੋਂ ਵੀ ਕੋਈ ਪਾ ਲਓ। ਇਹਨਾਂ ਦੀਆਂ ਬਹੁਤ ਸਿਆਣੀਆਂ ਜਥੇਬੰਦੀਆਂ ਨੇ। ਇਹ ਜਿਹੜਾ ਪਲੈਨਡ ਤੁਹਾਡਾ ਕੰਮ ਆ, ਹੁਣ ਤਾਂ ਹੱਡਾ ਰੋੜੀ ਦੇ ਹੱਡ ਵੇਚਣ ਵਾਲੀ ਤੁਹਾਡੀ ਗੱਲ ਆ। ਇਹ ਤੇ ਗਿਰਾਵਟ ਦੀ ਸਿਖਰ ਆ, ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ। ਨੀਅਤ ਹੀ ਇਹਦੇ ਪਿੱਛੇ ਸਾਫ਼ ਨਹੀਂ ਹੈਗੀ। ਉਹ ਮਾਨ ਸਾਹਿਬ ਨੇ ਉਹਨੂੰ ਕਹਿਣਾ ਚਾਹੀਦਾ ਸੀ ਵੀ ਨੌਜਵਾਨ ਮੁੰਡਿਆਂ ਨੂੰ ਵੀ ਪਾਓ। ਉਹ ਕਿਉਂ ਨਹੀਂ ਪਾਇਆ ਇੰਨੀਆਂ ਜਥੇਬੰਦੀਆਂ ਨੇ? ਤੋਂ ਜਰੀਆਂ ਨਹੀਂ ਜਾਂਦੀਆਂ, ਜਾਂ ਤੁਹਾਡੇ 'ਚ ਮਨਮਾਤਾ ਜਾਂ ਖੁਦਗਰਜ਼ੀ ਆ, ਕੋਈ ਤੇ ਨੁਕਸ ਹੈਗਾ ਹੀ ਆ। ਤੁਹਾਨੂੰ ਤਾਂ ਇਹ ਕਹਿਣਾ ਚਾਹੀਦਾ ਨਵੇਂ ਬੱਚਿਆਂ ਨੂੰ ਲਿਆਓ ਜੀ ਜਿਹੜੇ ਕੁਰਬਾਨੀਆਂ ਕਰਦੇ ਨੇ, ਅਸੀਂ ਪਿੱਛੇ ਹੋ ਕੇ ਇਹਨਾਂ ਨੂੰ ਰਾਏ ਦੇਵਾਂਗੇ। ਚਲੋ ਜੋ ਹੈ ਤੁਹਾਡੀ ਸਾਰੀ ਕੌਮ ਆ, ਤੁਸੀਂ ਜਿਵੇਂ ਮਨਜ਼ੂਰ ਕਰਦੇ ਹੋ। ਅਗਲੀ ਚੀਜ਼ ਹੈ ਮੈਂ ਤੁਹਾਡੇ ਨਾਲ ਬਹੁਤ ਸੂਖਮ ਕਿਸਮ ਦੀ ਤੁਹਾਡੇ ਨਾਲ ਕਰਦਾ ਸਾਂਝੀ, ਜਿਹਦੇ ਤੋਂ ਤੁਸੀਂ ਬੇਮੁਖ ਨਹੀਂ ਹੋ ਸਕਦੇ, ਜਿਹਨੂੰ ਤੁਸੀਂ ਸਭ ਤੋਂ ਕੀਮਤੀ ਵੀ ਮੰਨੋਗੇ, ਪਰ ਜਿਹਦੇ ਬਾਰੇ ਤੁਸੀਂ ਕਦੇ ਅੱਜ ਤੱਕ ਨਹੀਂ ਸੋਚਿਆ। ਘੱਟ ਤੋਂ ਘੱਟ ਮੈਂ ਕਿਸੇ ਤੋਂ ਨਹੀਂ ਕਦੇ ਸੁਣੀ। ਜਿਹੜੀ ਪੀਰ ਬੁੱਧੂ ਸ਼ਾਹ ਦੇ ਗੁਰੂ ਗੋਬਿੰਦ ਸਿੰਘ ਦੇ ਨਾਲ ਸ਼ਮੂਲੀਅਤ ਆ ਜੰਗ ਦੇ ਵਿੱਚ, ਜਿਹੜੀ ਆਪਣੀ ਭਗਾਣੀ ਦੀ ਜੰਗ ਹੋਈ ਸੀ, ਉਸ ਜੰਗ ਦੇ ਵਿੱਚ ਇਹ ਗੱਲ ਬਹੁਤ ਮੈਂ ਸਾਰੀ ਵਰਲਡ ਦੀ ਸਿੱਖ ਸੰਗਤ ਤੇ ਬਾਕੀ ਜਿਹੜੇ ਭਰਾ ਨੇ ਉਹਨਾਂ ਨਾਲ ਸਾਂਝੀ ਕਰਦਾ। ਵਿੱਚੇ ਮੁਸਲਮਾਨ ਭਰਾ, ਹਿੰਦੂ ਭਰਾ, ਜਾਂ ਜੋ ਵੀ ਸੁਣਨ ਵਾਲਾ, ਪੀਰ ਬੁੱਧੂ ਸ਼ਾਹ ਜਦੋਂ ਗੁਰੂ ਗੋਬਿੰਦ ਸਿੰਘ ਦੀ ਮਦਦ ਦੇ ਵਿੱਚ ਸ਼ਾਮਲ ਹੋਇਆ, ਇਹ ਪਹਿਲੀ ਜੰਗ ਸੀ ਗੁਰੂ ਗੋਬਿੰਦ ਸਿੰਘ ਦੀ। ਉਦੋਂ ਖਾਲਸਾ ਵੀ ਨਹੀਂ ਸੀ ਸਾਜਿਆ। ਉਹਦੇ ਵਿੱਚ ਦੁਨੀਆ ਦੀ ਪਹਿਲੀ ਜੰਗ ਆ ਮੁਸਲਮਾਨਾਂ 'ਚ ਵੀ, ਜਿਹਦੇ 'ਚ 700 ਸੂਫੀ ਫਕੀਰ ਬੰਦੇ ਸ਼ਾਮਲ ਹੋਏ, ਮੌਤ ਦੇ ਲਾਲ ਗਾਨੇ ਬੰਨ ਕੇ ਸ਼ਹਾਦਤ ਦੇਣ। ਇਹ ਤੇ ਇਤਿਹਾਸਿਕ ਸੱਚਾਈ ਆ ਨਾ। ਪਰ ਕਮਾਲ ਦੀ ਗੱਲ ਇਹ ਦੇਖਣ ਵਾਲੀ ਜਿਹੜੀ ਸਿੱਖ ਕੌਮ ਨੂੰ ਸਮਝਣ ਵਾਲੀ ਹੈ, ਮੁਸਲਮਾਨ ਨੂੰ ਨਹੀਂ। ਮੁਸਲਮਾਨ ਨੂੰ ਅਸੀਂ ਸਮਝਾਉਣੀ, ਅਸੀਂ ਦੱਸਣਾ ਕਿ ਦੂਜੇ ਪਾਸੇ ਰਾਜ ਔਰੰਗਜ਼ੇਬ ਦਾ ਸੀ, ਹੁਕੂਮਤ ਮੁਸਲਮਾਨ ਦੀ ਆ। ਪੀਰ ਬੁੱਧੂ ਸ਼ਾਹ ਜਹਾਦੀ ਆ, ਉਹ ਜਹਾਦ ਦੇ ਤੌਰ ਤੇ ਸਿਖਰ ਜਹਾਦ ਦੀ। ਗੁਰੂ ਗੋਬਿੰਦ ਸਿੰਘ ਧਰਮ ਯੁੱਧ ਦੇ ਤੌਰ ਤੇ ਇਕੱਠੇ ਸ਼ਾਮਲ ਹੋਏ। ਕੁਰਾਨ ਪੜ੍ਹ ਕੇ ਦੇਖੋ ਨਾ, ਕੁਰਾਨ ਦੇ ਵਿੱਚ ਜਹਾਦ ਇਹ ਆ ਜਿਹੜਾ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਚ ਸ਼ਾਮਲ ਹੋ ਕੇ ਲੜੇ। ਉਹਦੇ ਜਹਾਦੀਆਂ ਨੂੰ ਹੀ ਕਹਿੰਦੇ ਨੇ ਵੀ ਤੁਹਾਡੇ ਅੰਦਰ ਨਫਸ ਨਹੀਂ ਮਾਰਿਆ ਜੀ। ਨਫਸ ਮਾਰਨਾ ਰਹਿੰਦਾ ਜਿਹੜੇ ਜੰਗ ਲੜਨ ਵਾਲੇ ਨੇ, ਬਾਕੀਆਂ ਦੀ ਤਾਂ ਗੱਲ ਹੀ ਛੱਡੋ। ਇਹ ਜਿਹੜਾ ਜਹਾਦ ਆ, ਅਗਲੀ ਗੱਲ ਜਿਹੜੀ ਤੁਹਾਡੇ ਨਾਲ ਸਭ ਤੋਂ ਵੱਡੀ ਸਾਂਝੀ ਕਰਦਾ ਮੈਂ, ਇੱਕ ਤਾਂ ਇਹ ਜਹਾਦ ਧਰਤੀ ਦੀ ਸਭ ਤੋਂ ਵੱਡੀ ਚੀਜ਼ ਆ, ਕਿਉਂਕਿ ਸਿੱਖ ਧਰਮ ਯੁੱਧ ਤੇ ਇਸਲਾਮ ਦਾ ਜਹਾਦ ਇੱਥੇ ਇਕੱਠੇ ਹੋਏ ਨੇ। ਇਹਦੀ ਨੁਕਸ ਕੱਢ ਕੇ ਦਿਖਾ ਦੋ ਕੀ ਹੈ। ਇਸਲਾਮ ਦੀ ਵੀ ਇਹ ਸਿਖਰ ਹੈ, ਇਹ ਰਸੂਲ ਚੋਂ ਆਈ ਹੈ, ਕੁਰਾਨ ਚੋਂ ਆਈ ਹੈ। ਉਹ ਤਾਂ ਨਮਾਜ਼ੀ ਸੀਗਾ, ਬਾਅਦ ਚ ਵੀ ਨਮਾਜ਼ੀ ਰਿਹਾ, ਮਰਦਾਨਾ ਵੀ ਨਮਾਜ਼ੀ ਸੀ। ਇਹ ਗੱਲਾਂ ਸਮਝਣ ਵਾਲੀਆਂ ਨੇ। ਜਿਹੜਾ ਹਰਿੰਦਰ ਮਹਿਬੂਬ ਆ, ਇਹ ਇਸ ਸਾਂਝੇ ਜਹਾਦ ਦਾ ਕਵੀ ਆ, ਰਾਈਟਰ। ਕੋਈ ਇਹਦਾ ਗੀਤ ਪੜ੍ਹ ਲਓ, ਕੋਈ ਇਹਦੀ ਕਿਤਾਬ ਪੜ੍ਹ ਲਓ, ਐਪਿਕ ਪੜ੍ਹ ਲਓ। ਇਹ ਇਸਲਾਮਿਕ ਜਹਾਦ ਤੇ ਸਿੱਖ ਜਹਾਦ ਦਾ ਸਾਂਝਾ ਪੁਆਇੰਟ। ਇਹ ਉਹ ਜਹਾਦ ਆ ਜਿਹਦਾ ਨਾਂ ਅੱਜ ਸਿੱਖ ਨੂੰ ਪਤਾ।
ਮੁਸਲਮਾਨ ਭਰਾ ਨੂੰ ਤਾਂ ਪਤਾ ਹੀ ਕੀ ਹੋਣਾ ਸੀ। ਮੈਂ ਉਹਨਾਂ ਨਾਲ ਥੋੜੀ ਜਿਹੀ ਬੰਦਿਆਂ ਨਾਲ ਗੱਲ ਸਾਂਝੀ ਕੀਤੀ, ਉਹ ਬਹੁਤ ਹੈਰਾਨ ਹੋ, ਬਹੁਤ ਹੀ ਜ਼ਿਆਦਾ। ਅਸੀਂ ਇਹ ਜਹਾਦ ਨੂੰ ਬਲਾਸਮ ਕਰ, ਬਲਾਸਮ ਕਿਵੇਂ ਹੋਊਗਾ? ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਉਦਾਸੀਆਂ ਨੂੰ ਬਾਗ ਲਾ ਦੋ, ਉੱਥੇ ਬਾਗ ਕਿਵੇਂ ਲੱਗੂਗਾ? ਨਾਮ ਤੇ ਸ਼ਬਦ ਦਾ। ਜਦੋਂ ਉਹਨਾਂ ਦੀ ਆਤਮਾ ਤੱਕ ਲੈ ਜਾਓਗੇ, ਕੁਦਰਤ ਵੀ ਨਾਲ ਹੀ ਹੈ। ਅਸੀਂ ਜਦੋਂ ਅਗਲੀ ਅੰਮ੍ਰਿਤ ਵਾਲਾ ਹਿੱਸਾ ਕਰਾਂਗੇ, ਉਹਦੇ ਵਿੱਚ ਆਉਣਗੀਆਂ ਚੀਜ਼ਾਂ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ। ਅੰਮ੍ਰਿਤ ਇਹਦਾ ਹੀ ਹਿੱਸਾ, ਅੰਮ੍ਰਿਤ ਹੀ ਹੈ ਇਹ। ਜਿਹੜਾ ਸ਼ਾਹ ਹੁਸੈਨ, ਬੁੱਲੇ ਸ਼ਾਹ, ਖਵਾਜਾ ਗੁਲਾਮ ਫਰੀਦਾ, ਵਾਰਿਸ ਸ਼ਾਹ ਵਗੈਰਾ, ਸ਼ੇਖ ਫਰੀਦ ਜੀ ਨੇ, ਇਹ ਜਹਾਦ ਦੇ ਪੋਇਟ। ਜਹਾਦ ਕੋਈ ਜੰਗੀ ਨਹੀਂ ਹੈਗੀ, ਜਹਾਦ ਰੱਬ ਦੇ ਘਰ ਦਾ ਜ਼ਹੂਰ ਆ। ਮਾਮਾ ਦੇ ਬੱਚੇ ਪਾਲਣ ਚ ਵੀ ਜਹਾਦ ਆ। ਜਿਵੇਂ ਹਰਿੰਦਰ ਕਹਿੰਦਾ, ਜਿਵੇਂ ਰਾਵੀ ਦੇ ਕੰਢੜੇ ਮੁੱਦਤਾਂ ਤੋਂ ਬੇਇਲਮ ਫਕੀਰ ਨਾ ਵਸੀਆਂ। ਇਹ ਬੇਇਲਮ ਫਕੀਰ ਨਾ ਕੌਣ ਨੇ? ਮਾਮਾ। ਜਾਂ ਪਾਰ ਸਿਖਰ ਦੁਪਹਿਰਾਂ ਦਾ ਢੋਲ ਸੁਣੇ। ਸਿਖਰ ਦੁਪਹਿਰਾਂ ਦਾ ਢੋਲ ਕੀ ਹੈ? ਜਹਾਦ। ਪੀਲਾਂ ਛੋੜ ਕੇ ਨਾ ਜਾਵੀਂ ਪੱਕੀਆਂ ਤੋਂ। ਜਿਹੜੀ ਪਿੱਛੇ ਘਰ ਦੀ ਖੂਬਸੂਰਤੀ ਮਿਠਾਸ ਆ, ਇਹ ਵੀ ਉਹਦੇ ਹਾਣ ਦੀ ਹੋਈ ਹੈ। ਇਹ ਕੋਈ ਉਹਦੇ ਨਾਲ ਉੱਥੋਂ ਹੀ ਆਈ ਹੈ। ਸਾਰੀ ਪੋਇਟਰੀ ਉਹਦੀ, ਇੱਕ ਇੱਕ ਲਫ਼ਜ਼ ਸਾਂਝੇ ਜਹਾਦ ਦਾ ਪੁਆਇੰਟ। ਇਹ ਜਹਾਦ ਨੂੰ ਅਸੀਂ ਖੜਾ ਦੇਣਾ। ਆਤਮਾ ਮੁਸਲਮਾਨ ਭਰਾ ਦੀ, ਹਿੰਦੂ ਭਰਾ ਦੀ, ਸਿੱਖ ਭਰਾ ਦੀ, ਇਹ ਲੈ ਕੇ ਆਉਣਾ। ਕੋਈ ਉਹਦੀ ਕਵਿਤਾ ਪੜੋ, ਇਸਲਾਮਿਕ ਤੇ ਸਿੱਖ ਜਹਾਦ ਇੱਕ ਨੇ, ਗੁਲਦਸਤਾ, ਗ੍ਰੇਟੈਸਟ, ਬਹੁਤ ਵੱਡੀ ਧਰਤੀ ਦੀ ਇਹਦਾ, ਜਿਹਨੂੰ ਕੋਈ ਨਿੰਦ ਨਹੀਂ ਸਕਦਾ, ਜਿਹਦੇ ਕੋਈ ਖਿਲਾਫ ਨਹੀਂ ਬੋਲ ਸਕਦਾ, ਜਿਹਦੇ ਮੂਹਰੇ ਸਿਰ ਝੁਕਾਉਣਾ ਪਊ, ਈਰਖਾ ਕਰ ਸਕਦਾ, ਉਹ ਅਗਲੇ ਦੀ ਮਰਜ਼ੀ ਆ। ਅਗਲੀ ਚੀਜ਼ ਆ ਜਿਹੜੀ ਮੇਰੀ ਬੇਨਤੀ, ਮੈਂ ਪਹਿਲਾਂ ਵੀ ਦੱਸੀ ਆ, ਜਿਹੜੇ ਸਰੋਤੇ ਨੇ ਉਹ ਬੈਠੇ ਹੁੰਦੇ ਨੇ ਬਹੁਤ ਸ਼ਰਧਾ ਦੇ ਨਾਲ। ਇੱਕ ਤਾਂ ਸਾਡੀਆਂ ਯੂਟਿਊਬਾਂ ਜ਼ਰੂਰ ਸੁਣੋ ਤੁਸੀਂ। ਉੱਥੇ ਇਹ ਨਹੀਂ ਕਿ ਹਰੇਕ ਲਈ ਵਾਹਵਾ ਕਰਦੇ, ਤੁਸੀਂ ਕੀਮਤੀ ਚੀਜ਼ ਸਾਹਮਣੇ ਲਿਆਉਣ ਲਈ ਬਹੁਤ ਨਤੜਕ ਹੋ ਕੇ ਬੋਲਣਾ, ਸੰਕੋਚ ਨਹੀਂ ਕਰਨਾ। ਜਿਹੜੀ ਗੱਲ ਤੁਹਾਡੀ ਆਤਮਾ ਨੂੰ, ਸੱਚੀ ਸੁੱਚੀ ਆਤਮਾ ਨੂੰ ਕੀਮਤੀ ਲੱਗਦੀ ਹੈ, ਉਹ ਸਾਹਮਣੇ ਆਈ, ਉਹਦੀ ਕੀਰਤੀ ਕਰੋ। ਉਹ ਨਹੀਂ ਆਈ, ਉਹਨੂੰ ਲਿਆਓ, ਮੈਨੂੰ ਕਹੋ ਵੀ ਕਿਉਂ ਨਹੀਂ ਆਈ। ਥੋੜਾ ਜਿਹਾ ਤੁਹਾਨੂੰ ਸੁਣਾਉਣ ਵਾਲਾ ਵੀ ਫਿਕਰਮੰਦ ਹੋਵੇ ਵੀ ਭਾਈ ਸਾਹਿਬ ਤੋਂ ਕੁਛ ਇਹੋ ਜਿਹਾ ਵੀ ਮੰਗਿਆ ਜਾਂਦਾ, ਸਾਡੇ ਕੋਲੇ ਹੈ ਵੀ। ਸਰੋਤਾ ਜਿਹੜਾ, ਉਹ ਕੀਮਤੀ ਚੀਜ਼ ਤੱਕ, ਜਿਹੜੇ ਬੋਲਣ ਵਾਲੇ ਨੇ, ਲਿਖਣ ਵਾਲੇ ਨੇ, ਉਹਨਾਂ ਨੂੰ ਲੈ ਕੇ ਜਾਵੇ। ਇਹ ਸਾਰਿਆਂ ਦੀ ਜ਼ਿੰਮੇਵਾਰੀ ਰਲ ਕੇ, ਹਰ ਬੰਦੇ ਦੀ। ਪੂਰਨ ਸਿੰਘ ਤੇ ਹਰਿੰਦਰ ਮਹਿਬੂਬ ਨੂੰ ਬਹੁਤ ਜ਼ਿਆਦਾ ਸਟੱਡੀ ਕਰੋ, ਸਾਤੋਂ ਅੱਗੇ ਤੋਂ ਅੱਗੇ ਕੰਮ ਕਰੋ, ਆਪਦੀ ਅਕਲ ਘੱਟ ਵਰਤੋ। ਜੀਨੀਅਸ ਬੰਦਿਆਂ ਦੇ ਰਾਹੀਂ ਜਿਹੜਾ ਗਾਹਾਂ ਗਰਾਊਂਡ ਤਿਆਰ ਹੁੰਦਾ, ਉਸ ਲੈਵਲ ਤੇ ਵਰਤੀ ਜਾਵੇ, ਉਹਦੇ ਨਾਲ ਉਹਨੂੰ ਫਲ ਵੀ ਵੱਡਾ ਲੱਗੂ, ਇੱਜ਼ਤ ਵੀ ਮਿਲੂਗੀ, ਇਤਰਾਜ਼ ਵੀ ਨਹੀਂ ਹੋਊਗਾ। ਕਿਉਂਕਿ ਬਾਜ਼ਾਰਾਂ ਦੇ ਵਿੱਚ ਹੁਣ ਜਿਹੜਾ ਸਿੱਖੀ ਤੇ ਚੱਲ ਰਿਹਾ, ਇਹ ਦਬਕੇ ਨੇ, ਥ੍ਰੈਟਸ ਨੇ, ਬਹੁਤ ਕਮਜ਼ੋਰ ਕਿਸਮ ਦੀਆਂ। ਜਿਵੇਂ ਮਾਲਾ ਪਾਈ ਹੁੰਦੀ ਆ ਸ਼ਹੀਦਾਂ ਦੀਆਂ ਫੋਟੋਆਂ, ਜੱਸਾ ਸਿੰਘ ਨੇ ਕਿੰਨੀਆਂ ਕੁ ਫੋਟੋਆਂ ਲਾਈਆਂ ਹੋਈਆਂ ਸੀ। ਕਿੰਨੇ ਕੁ ਪੁਰਾਣੇ ਸਿੱਖ ਸੀ ਜਿਹੜੇ ਉਹ ਸ਼ਹੀਦਾਂ ਦੀਆਂ ਫੋਟੋਆਂ ਲਾਉਂਦੇ ਸੀ। ਸ਼ਹੀਦਾਂ ਦੀ ਤਾਂ ਗਿਣਤੀ ਹੋਈ ਨਹੀਂ ਹੁੰਦੀ ਸਿੱਖ ਧਰਮ ਚ। ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ, ਉਹ ਸ਼ਬਦ ਲੋਕਾਂ ਦੀ ਆਤਮਾ ਤੱਕ ਪਹੁੰਚਾਉਣਾ। ਜਿਹੜੇ ਧਰਮ ਬਾਰੇ ਜਾਣਦੇ ਹੀ ਨਹੀਂ, ਉਹਨਾਂ ਨੂੰ ਇਹ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਕੀ ਹੈ, ਇਹਦੀ ਪ੍ਰੇਅਰ ਕੀ ਹੈ, ਕਿੱਥੋਂ ਆਈ ਹੈ, ਇਹ ਕਿਵੇਂ ਬਣੀ, ਇਹਦੀ ਕੀ ਦੇਣ, ਪਹਿਲੇ ਧਰਮਾਂ ਨੂੰ ਇਹਦਾ ਕੀ ਫਰਕ, ਇਹ ਕੰਮ ਕਿੰਨਾ ਕੁ ਕੀਤਾ, ਕਿਹਨੇ ਕਿਹਨੇ ਕੀਤਾ। ਜਿਹੜੇ ਲੀਡਰ ਹੁੰਦੇ ਨੇ, ਜਿਵੇਂ ਵਰਲਡ ਪੰਚਾਇਤ ਆ, ਜਾਂ ਇੱਥੇ ਵੀ ਨੇ ਕਈ ਬਣਨਾ ਚਾਹੁੰਦੇ ਨੇ, ਜੇ ਉਹਨਾਂ ਦੀ ਇਹ ਕੰਮ ਨਿਗਾਹ ਚ ਹੀ ਨਹੀਂ ਹੈ, ਕਿ ਬਾਕੀ ਕੀ ਕਰਨਗੇ ਉਹ? ਉਹ ਚੌਧਰੀ ਭਾਲਦੇ ਨੇ ਨਾ, ਲੀਡਰ ਵਾਲੇ ਗੁਣ ਤੇ ਨਹੀਂ ਹੈਗੇ। ਜਿਹੜੇ ਬੰਦੇ ਚ ਜਿਹੜਾ ਗੁਣ ਹੈ, ਉਹਨੂੰ ਮੂਰੇ ਲਿਆਓ।
ਤੁਹਾਡੀ ਇੰਨੀ ਖੂਬਸੂਰਤ ਚੋਣ ਹੋਵੇ ਕਿ ਤੁਹਾਨੂੰ ਮੁੜ ਕੇ ਕਦੇ ਜ਼ਿੰਦਗੀ 'ਚ ਪਛਤਾਉਣਾ ਹੀ ਨਾ ਪਵੇ। ਇਹ ਨਹੀਂ ਕਿ ਆਪ ਹੀ ਜਿਵੇਂ ਲੈਂਪ 'ਚ ਬੱਤੀ ਚੜਾਈ ਦੀ ਹਰੇਕ ਨੂੰ ਹੀ ਹੋਵੇ ਵੀ ਮੈਂ ਹੀ ਆਜਮਾ ਜਾਂ ਮੈਂ ਹੀ ਆਜਮਾ। ਇਹ ਕਿਉਂ ਭੁੱਖਾ? ਸੰਗਤ ਜਦੋਂ ਆਪਦੇ ਸ਼ਬਦ ਰੂਪ ਦੇ ਵਿੱਚ ਆਊਗੀ, ਜਿਵੇਂ ਪੁਰਾਣਾ ਖਾਲਸਾ ਫੈਸਲੇ ਲੈਂਦਾ ਰਿਹਾ, ਉਹ ਆਪੀ ਚੁਣ ਲੂਗੀ ਜਿਹੜਾ ਚੁਣਨ ਦੇ ਕਾਬਲ ਆ। ਸੰਗਤ ਦੀ ਸਮੂਹਿਕ ਨਿਗਾਹ ਜਿਹੜੀ, ਉਹਦੇ 'ਚ ਬ੍ਰਾਈਟਨੈਸ ਸੂਰਜਾਂ ਨਾਲੋਂ ਵੀ ਵੱਧ ਹੁੰਦੀ ਹੈ। ਸੱਚ ਨੂੰ ਜਾਣਨ ਦੀ, ਕੂੜ ਨੂੰ ਅਣਡਿੱਠ ਕਰਨ ਦੀ। ਸੰਗਤ ਕੂੜ ਤੇ ਬਹੁਤਾ ਜ਼ੋਰ ਵੀ ਨਹੀਂ ਲਾਉਂਦੀ, ਅਣਡਿੱਠੀ ਕਰ ਦਿੰਦੀ। ਗੁਰਬਾਣੀ ਦੇ ਵਿੱਚ ਇਹ ਨਹੀਂ ਹੈਗਾ ਕਿ ਐਵੇਂ ਕਿਸੇ ਦੇ ਉੱਤੇ ਇਤਰਾਜ਼ ਕਰੀ ਜਾਓ ਜਾਂ ਉਹਦੀ ਬੇਇੱਜ਼ਤੀ ਕਰੀ ਜਾਓ। ਗੁਰਬਾਣੀ 'ਚ ਨਹੀਂ, ਨਾ ਕਿਸੇ ਨਾਲ ਦੁਸ਼ਮਣੀ ਪਾਲਣੀ ਹੈ। ਅਸੀਂ ਇਹ ਵੀ ਨਹੀਂ ਵੀ ਸਾਡੇ 'ਚ ਤਾਕਤ ਆ ਗਈ ਅਸੀਂ ਕਿਹੜਾ ਕੱਢੀ ਜਾਈਏ, ਕਿਉਂਕਿ ਸਾਨੂੰ ਇਹ ਨਹੀਂ ਹੁਕਮ ਹੈਗਾ। ਅਸੀਂ ਤੇ ਮਿਹਰਬਾਨ ਹੋਣਾ ਤੇ ਭਲਾ ਹੀ ਭਲਾ ਕਰਨਾ, ਜਿੰਨਾ ਸਾਤੋਂ ਗੁਰੂ ਨੇ ਕਰਾਉਣਾ। ਅਗਲੀ ਚੀਜ਼ ਆ ਜਿਹੜੀ ਸਭ ਤੋਂ ਜ਼ਰੂਰੀ, ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਆਉਂਦੀਆਂ ਨੇ। ਦਲਜੀਤ ਬਿੱਟੂ ਦੀ ਜਥੇਬੰਦੀ ਵੀ ਆਉਂਦੀ ਆ, ਜਾਂ ਜਿੰਨੀਆਂ ਹੋਰ ਨੇ, ਮਾਨ ਦੀ ਜਥੇਬੰਦੀ ਆ, ਮੈਨੂੰ ਹੋਰ ਨਾਂ ਨਹੀਂ ਯਾਦ, ਬਹੁਤ ਜ਼ਿਆਦਾ ਨੇ। ਟਕਸਾਲ ਦੀ ਜਥੇਬੰਦੀ ਆ। ਇਹ ਗੱਲ ਮੇਰੀ ਐਵੇਂ ਸਧਾਰਨ ਨਾ ਮੰਨ ਲਿਓ, ਤੁਸੀਂ ਲਿਖ ਕੇ ਰੱਖੋ, ਟਾਈਪ ਕਰਵਾ ਕੇ। ਜਦੋਂ ਵੀ ਕੋਈ ਸਫੀਰ ਆਉਂਦਾ ਉਹਦਾ ਨਾਂ ਉਦੋਂ ਭਰ ਦੋ, ਉਹਨੂੰ ਇਹ ਚੀਜ਼ ਦਿਓ ਕਿ ਸਾਡੀ ਸ਼੍ਰੋਮਣੀ ਕਮੇਟੀ ਹੈ ਜਿਹੜੀ, ਇਹਦੀ ਇਲੈਕਸ਼ਨ ਨਹੀਂ ਹੋ ਰਹੀ। ਇਹ ਦੁਨੀਆ ਦਾ, ਵਰਲਡ ਦਾ ਸਾਂਝਾ ਧਰਮ। ਇਹਦੇ ਗਿਣਮਿਤ ਕੇ ਸਿਆਸੀ ਬੰਦੇ ਸੈਂਟਰ ਦੀ ਸਰਕਾਰ ਤੋਂ ਲੈ ਕੇ ਇਹਦਾ ਅਰਬਾਂ ਖਰਬਾਂ ਦਾ ਫੰਡ ਖਾ ਰਹੇ ਨੇ। ਤੁਹਾਡਾ ਵੀ ਉਹਦੇ 'ਚ, ਤੁਸੀਂ ਓਡੇ ਹੀ ਹੱਕਦਾਰ ਹੋ। ਜੇ ਤੁਹਾਡੇ ਕੰਟਰੀ ਵਿੱਚ ਲੰਗਰ ਦੀ ਲੋੜ ਹੈ, ਜੇ ਉੱਥੇ ਨਹੀਂ ਪਹੁੰਚਦਾ ਤਾਂ ਦੱਸੋ, ਫਿਰ ਤੁਸੀਂ ਇਹ ਇਲੈਕਸ਼ਨ ਕਰਾਉਣ ਦੇ ਵਿੱਚ ਸਾਡੀ ਮਦਦ ਕਰੋ। ਜਦੋਂ ਤੁਸੀਂ ਲਿਖ ਕੇ ਦਿੰਦੇ ਹੋ, ਪਾਰਲੀਮੈਂਟ 'ਚ ਉਹਨਾਂ ਨੂੰ ਲਿਜਾਣਾ ਪੈਂਦਾ, ਉੱਥੇ ਫਿਰ ਡਿਸਕਸ਼ਨ। ਬਟ ਕਰ ਲਓ ਮੇਰੇ ਨਾਲ, ਜੇ ਨਾ ਹੋਵੇ। ਅਗਲੀ ਚੀਜ਼ ਇਹਦੇ ਨਾਲ ਹੀ ਪਹਿਲਾਂ ਹੀ ਟਾਈਪ ਕਰਕੇ ਰੱਖੋ, ਲਿਖ ਕੇ। ਜਿਹੜੇ ਕੈਦੀ ਨੇ, ਇਹਨਾਂ ਦੀਆਂ ਫੋਟੋਆਂ ਲਾ ਕੇ, ਕਿਹੜੇ ਸਾਲ 'ਚ ਇਹਨਾਂ ਨੂੰ ਕੈਦ ਹੋਈ, ਕਿੰਨੀ ਕੈਦ ਉਤੋਂ ਦੀ ਚਲੀ ਗਈ, ਨਾਲ ਇਹ ਦਿਓ। ਤੁਸੀਂ ਫਤੂਰ ਪੈਂਦਾ ਦੇਖਿਓ, ਇੱਥੇ ਯਾਰਡਾਂ 'ਚ ਰੌਲਾ ਪਾਈ ਜਾਂਦੇ ਹੋ, ਉਹ ਤਾਂ ਖੁਸ਼ ਹੁੰਦੇ ਨੇ ਇਸ ਗੱਲ ਤੇ, ਤਾਂ ਤੁਹਾਡੀਆਂ ਚੀਕਾਂ ਦੇ ਉੱਤੇ। ਇਹ ਚੀਜ਼ ਉਹਨਾਂ ਨੂੰ ਦਿਓ ਜਦੋਂ ਵੀ ਕੋਈ ਸਫੀਰ ਹੁੰਦਾ, ਇਹ ਦੋਏ ਚੀਜ਼ਾਂ ਦਿਓ। ਜੇ ਗਾਹਾਂ ਵਾਲਾ ਕੋਈ ਇਹੋ ਜਿਹਾ ਮੌਕਾ ਆਉਂਦਾ, ਉਹਦੇ 'ਚ ਉਹ ਐਡ ਕਰ ਲਓ। ਉਹਨਾਂ ਦੀ ਮੋਰਲ ਜ਼ਿੰਮੇਵਾਰੀ ਆ ਕਿ ਉੱਥੋਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਨੂੰ ਦੇਣਾ। ਉਹਦੇ 'ਚ ਫਿਰ ਡਿਸਕਸ਼ਨ ਹੁੰਦੀ ਹੈ, ਲਾਜ਼ਮੀ ਹੁੰਦੀ, ਪਾਰਲੀਮੈਂਟ 'ਚ ਹੋਊਗੀ। ਜੇ ਨਾ ਹੋਈ ਤਾਂ ਕਹਿ ਦਿਓ। ਸ਼ਾਇਦ ਹੀ ਕੋਈ ਕੰਟਰੀ ਨਾ ਕਰੇ, ਇਹ ਤਾਂ ਮੈਂ ਇਕੱਲੇ ਨੇ ਲਿਖ ਕੇ ਦੇਖਿਆ। ਉੱਥੇ ਫਿਰ ਵੀ ਡਿਸਕਸ਼ਨ ਹੁੰਦੀ ਹੈ, ਜੇ ਤੁਹਾਡਾ ਲੈਵਲ ਆ ਕੋਈ ਲਿਖੇ ਹੋਏ ਦਾ। ਤੁਸੀਂ ਜਦੋਂ ਜਥੇਬੰਦੀਆਂ ਦਓਗੇ, ਤੁਸੀਂ ਵਰਲਡ 'ਚ ਘਸਮਾਨ ਪੈਂਦਾ ਦੇਖਿਓ। ਅਗਲੀ ਚੀਜ਼, ਇੰਨਾ ਕੁ ਤਾਂ ਕੰਮ ਤੁਸੀਂ ਮੇਰੇ ਤੋਂ ਸਬੂਤ ਵੀ ਲੈ ਲਓ। ਜਦੋਂ ਜੂਨ 84 ਸੀ, ਰਸ਼ੀਆ ਨੇ ਮਦਦ ਕੀਤੀ, ਇੰਗਲੈਂਡ ਨੇ ਕੀਤੀ। ਹੁਣ ਨਹੀਂ ਕਰਨਗੇ। ਰਸ਼ੀਆ ਨੂੰ ਚੰਗੀ ਤਰ੍ਹਾਂ ਪਤਾ ਗੁਰੂ ਗ੍ਰੰਥ ਸਾਹਿਬ ਕੀ ਆ, ਬਹੁਤ ਉਹ ਲੜਾਈ ਇਹੀ ਲੜ ਰਿਹਾ। ਬੇਸਿਕਲੀ ਉਹ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਿਹਾ। ਉਹਨੂੰ ਉਦੋਂ ਤੁਸੀਂ ਕਿਹੜਾ ਪਹੁੰਚਾਇਆ ਸੀ? ਉਹਨੂੰ ਕੀ ਪਤਾ ਸੀ ਗੁਰੂ ਗ੍ਰੰਥ ਸਾਹਿਬ ਕੀ ਆ? ਇੰਗਲੈਂਡ ਦੇ ਵਿੱਚ ਡੇਵਿਡ ਕੈਮਰਨ ਸੀਗਾ ਉਦੋਂ, ਜਦੋਂ ਮੈਂ ਉਹਨੂੰ ਲਿਖ ਕੇ ਭੇਜਿਆ, ਉਹ ਸਿੱਖਾਂ ਦੇ ਹੱਕ 'ਚ ਹੋ ਗਿਆ ਸੀ। 10 ਮਾਰਚ ਤੋਂ 26 ਮਾਰਚ 2016 ਉਹਦੀਆਂ ਡੇਟਾਂ ਪੜ੍ਹ ਕੇ ਦੇਖ ਲਓ, ਉਹਦਾ ਕੰਮ ਪੜ੍ਹ ਕੇ ਦੇਖ ਲਓ, ਉਹਦਾ ਰਿਸਪੌਂਸ ਪੜ੍ਹ ਕੇ ਦੇਖ ਲਓ। ਉਦੋਂ ਬਾਅਦ ਜਦੋਂ ਨਵਾਂ ਪ੍ਰਾਈਮ ਮਿਨਿਸਟਰ ਹੁੰਦਾ, ਉਹ ਭੁੱਲ ਜਾਂਦਾ ਪਾਰਲੀਮੈਂਟ 'ਚ, ਪੇਪਰ ਪਿੱਛੇ ਪਿੱਛੇ ਚਲੇ ਜਾਂਦੇ ਨੇ। ਤੁਸੀਂ ਕੋਈ ਹੋਰ ਪਾ ਦਿਓ ਇਹ ਜਿਹਾ, ਉਸ ਤਰ੍ਹਾਂ ਦਾ ਆਪ ਹੀ ਫਿਰ ਉਹ ਜਿਉਂਦਾ ਰਹੂਗਾ। ਕਿਉਂਕਿ ਸਿਆਸੀ ਬੰਦਿਆਂ ਨੂੰ ਤਾਂ ਉਸ ਕੰਸ਼ੀਅਸਨੈਸ ਤੱਕ ਤੁਸੀਂ ਲੈ ਕੇ ਜਾਣਾ, ਫਿਰ ਹੀ ਤੁਹਾਡੇ ਨਾਲ ਖੜਨਗੇ। ਪਰ 33 ਪਾਰਲੀਮੈਂਟਾਂ ਤੱਕ, UNO ਤੱਕ ਜਾਂ ਪੋਪ ਤੱਕ ਮੈਂ ਲਿਖ ਕੇ ਭੇਜਿਆ ਹੋਇਆ। ਹੋਰ ਵੀ ਬਹੁਤ ਥਾਵਾਂ ਤੇ ਜੁੜਨਗੇ, ਉੱਥੇ ਉਹਦੇ ਵਿੱਚ ਵੀ ਅਕੈਡਮੀਆਂ ਦੇ ਵਿੱਚ ਵੀ 10 ਲੱਖ ਪ੍ਰੋਫੈਸਰ, ਉੱਥੇ 4,517 ਸੀਗੇ ਉਦੋਂ। ਇਹ ਗੱਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਬਹੁਤ ਧਿਆਨ ਨਾਲ ਇਹਨਾਂ ਤੇ ਪਹਿਰਾ ਦਿਓ। ਮੇਰਾ ਕੋਈ ਗੁੱਸਾ ਨਾ ਕਰੇ, ਮੈਂ ਬਹੁਤ ਪਿਆਰ ਕਰਦਾ ਸਾਰਿਆਂ ਨੂੰ। ਆ ਨਵੇਂ ਮੁੰਡੇ ਨੇ, ਇਹਨਾਂ ਦੇ ਵਿੱਚ ਉਹ ਮੈਨੂੰ ਭੁੱਲ ਗਿਆ, ਮੇਰੇ ਯਾਦ ਆ ਜਾਊਗਾ, ਗਾਜ਼ੀ ਆ ਇੱਕ, ਪਰਮਜੀਤ,
ਉਹ ਇਹਦੇ ਮੁੰਡੇ ਕਮੇਟੀ 'ਚ ਪਾਉਣੇ ਚਾਹੀਦੇ ਸੀ। ਮੈਂ ਦੇਖਦਾ ਸਾਰਿਆਂ ਨੂੰ, ਸਾਰੀ ਵਰਲਡ ਤੇ ਮੇਰੀ ਨਿਗਾਹ, ਸਾਰੀ ਵਰਲਡ ਤੇ ਸਿੱਖ ਜਿਹੜੇ 2 ਹਮਲਾ ਹੋਇਆ ਹੈ, ਆ ਜਿਹੜਾ ਸਾਂਝਾ ਜਹਾਜ਼ ਆ ਇਹਦੇ ਤੇ ਕੰਮ ਕਰੋ। ਜਿਹੜੇ ਆ ਸਿਰਸੇ ਵਰਗੇ ਨੇ ਭੰਬੀਰੀਆਂ 88 ਲਾਹੇ ਲੈਣ ਵਾਲੇ, ਤੇਰੀ ਦੇਣ ਕੀ ਆ? ਤੂੰ ਸਿੱਖ ਧਰਮ ਤੇ ਕੰਮ ਕੀ ਕੀਤਾ? ਏਡੀ ਜ਼ਿੰਮੇਵਾਰ ਥਾਂ ਤੇ ਬੈਠਾ ਸੀ ਤਾਂ ਕੰਗਾਲ ਬੰਦੇ ਆ, ਕੁਝ ਵੀ ਨਹੀਂ ਸਾਡੇ ਕੋਲ। ਫਿਰ ਵੀ ਸਾਤੋਂ ਕਰਾ ਲਿਆ। ਜੇ ਗੱਲਾਂ ਕਰਦੇ ਆ ਤਾਂ ਹੀ, ਜੇ ਕੀਤਾ ਤਾਂ ਹੀ ਕਰਦੇ ਆ। ਤੁਹਾਡੇ ਕੋਲੇ ਤਾਂ ਲੱਖਾਂ ਦੇ ਪੈਸੇ ਨੇ, ਮੌਨਸੂਨ ਲਿਆ ਦੂੰਗੇ। ਕਦੇ ਕੀਤਾ? ਤੁਸੀਂ ਦੱਸੋ। ਐ ਕੀਤਾ, ਫਲਾਣਾ ਕੀਤਾ, ਜਿਵੇਂ ਕੋਈ ਬੋਲਣ ਲਈ ਮਸ਼ੀਨ ਦਾ ਖਿਡੌਣਾ ਹੁੰਦਾ ਨਾ, ਨਾਲ ਦੀ ਨਾਲ ਬਕਣਾ ਸ਼ੁਰੂ ਕਰ ਦਿੰਦੇ। ਤੁਸੀਂ ਕਿਉਂ ਨਹੀਂ ਲੈ ਕੇ ਗਏ ਉਹਨਾਂ ਦਾਸੀਆਂ ਤੱਕ ਗੁਰੂ ਦੀ ਜਿਹੜੀ ਸ਼ਬਦ ਦੀ ਖੁਰਾਕ ਆ? ਗੁਰੂ ਦਾ ਜਿਹੜਾ ਸਫ਼ਰ ਆ ਉਹਦੇ ਨਾਲ ਕਿਉਂ ਨਹੀਂ ਪਹੁੰਚਾਈਆਂ? ਉਹ ਕੌਣ ਪਹੁੰਚਾਊਗਾ? ਉਹ ਕਿਹਦੀ ਜ਼ਿੰਮੇਵਾਰੀ ਆ? ਤੁਸੀਂ ਮਰਵਾ ਰਹੇ ਹੋ, ਤੁਸੀਂ ਖੁਦ ਮਰਵਾਉਂਦੇ ਹੋ। ਦੋਸ਼ ਉਹਨਾਂ ਤੇ ਦਿੰਦੇ ਹੋ। ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜੂਗਾ, ਸੋਚ ਸਮਝ ਕੇ ਹੱਥ ਚੱਕਣਗੇ ਕਿ ਸਾਡੇ ਸਾਂਝੇ ਜਹਾਦੀ ਨੇ, ਇਹ ਬਾਬੇ ਨਾਨਕ ਦੀ ਔਲਾਦ ਹੈ। ਕਿਉਂ ਚੱਕਣਗੇ? ਉਹਨਾਂ ਨੂੰ, ਆਮ ਲੋਕਾਂ ਨੂੰ ਕੀ ਪਤਾ? ਇਹ ਗੱਲ ਸਾਡੇ ਪੰਜਾਬ 'ਚ ਵੀ ਨਹੀਂ ਹੋਈ। ਜੇ ਕੋਈ ਕਰਦਾ, ਉਹਦੇ ਮੂਹਰੇ ਜ਼ੁਬਾਨ ਵਰਤ ਕੇ ਉੱਥੇ ਕਿਤਾਬ ਨੂੰ ਠੱਪ ਕਰ ਦਿੰਦੇ ਨੇ। ਆਪਦਾ ਕੋਈ ਡਾਲਰ ਕਮਾਉਂਦਾ, ਕਮੰਡਲ ਚੱਕ ਕੇ ਇੱਥੇ ਗੁਰਦੁਆਰਿਆਂ 'ਚ ਪੈਸੇ ਇਕੱਠੇ ਕਰਨ ਤੁਰ ਪੈਂਦੇ ਨੇ। ਬਥੇਰੇ ਨੂੰ ਜਾਣਦਾ ਮੈਂ, ਕਿਤਾਬ ਲਿਖੀ। ਬਾਕੀ ਇਹ ਵੀ ਸੋਚ ਲਿਓ ਸਿੱਖ ਸਿਆਸਤ ਦਾ ਲੈਵਲ ਕੀ ਆ। ਸਿੱਖ ਸਿਆਸਤ ਕਿੱਥੋਂ ਸ਼ੁਰੂ ਹੁੰਦੀ ਹੈ? ਗੁਰੂ ਨਾਨਕ ਦੀਆਂ ਉਦਾਸੀਆਂ 'ਚ। ਉਹ ਸਿੱਖ ਸਿਆਸਤ ਆ, ਉਹ ਸਿੱਖ ਧਰਮ ਵੀ ਆ, ਮੈਸੇਜ ਵੀ ਹੈ, ਸਿਆਸਤ ਵੀ। ਜੋ ਤੁਹਾਡੇ ਨਾਲ ਨਹੀਂ ਸਿੱਖ ਸਿਆਸਤ ਕਾਹਦੀ ਹੈ? ਇਹ ਤਾਂ ਮਨਮਤ ਆ, ਆਪ ਹੀ ਆਪਦੀ ਮੈਰਿਟ ਬਣਾਈ ਹੋਈ ਆ। ਅਗਲਾ ਜਿਹੜਾ ਦੁਬਾਰਾ ਫੇਰ ਦੁਹਰਾਉਣਾ ਕਿ ਸਿੱਖ ਸਿਆਸਤ ਦੇ ਨਾਂ ਤੇ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ, ਉਹ ਆਤਮਿਕ ਖੁਰਾਕ ਆ ਜਿਹੜੀ ਸ਼ਬਦ ਤੇ ਨਾਮ ਦੀ, ਉਹ ਪਹੁੰਚਾਉਣ। ਉਸ ਵਿਜ਼ਨ ਦੇ ਵਿੱਚੋਂ ਕੰਮ ਕਰ। ਇਹ ਨਹੀਂ ਕਿ ਇਹਨੂੰ ਪਾਸੇ ਰੱਖ ਕੇ ਬਾਜ਼ਾਰੀ ਰੌਲੇ ਨੂੰ ਸਿੱਖ ਸਿਆਸਤ ਬਣਾ ਲਈ। ਸਿੱਖ ਸਿਆਸਤ ਦਾ ਇਹਨਾਂ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ। ਜਦੋਂ ਸ਼ਬਦ ਦਾ ਅਨੁਭਵ ਤੁਹਾਡੇ ਨਾਲ ਆ, ਤੁਹਾਡੀ ਫਤਿਹ ਦੁਨੀਆ ਨਹੀਂ ਕਰ ਦੇਣੀ ਹੈ। ਤੁਹਾਡੇ ਸਾਹਮਣੇ ਆ ਕੰਮ ਕਰੋ, ਤੁਹਾਨੂੰ ਵਰਲਡ ਕਹੂਗੀ ਦੱਸੋ ਅਸੀਂ ਤੁਹਾਡੀ ਕੀ ਮਦਦ ਕਰੀਏ। ਉਹਨਾਂ ਨੇ ਆਪਦੇ ਹਿਸਾਬ ਸਮਝ ਕੇ ਤੁਹਾਡੇ ਨਾਲ ਖੜ ਜਾਣਾ। ਬੈਟ ਕਰ ਲਓ ਮੇਰੇ ਨਾਲ, ਜੇ ਨਾ ਖੜ ਤੁਹਾਡੇ ਨਾਲ ਵੀ ਮੂਹਰੇ ਖੜਨਗੇ। ਉਹਨਾਂ ਦੇ ਬੱਚਿਆਂ ਨੂੰ ਸੰਭਾਲਦੇ ਹੋ, ਉਹਨਾਂ ਦੇ ਬੱਚਿਆਂ ਨੂੰ ਹਰ ਕਿਸਮ ਦੀ ਸਹਾਇਤਾ ਦਿੰਦੇ ਹੋ, ਦੁੱਖਾਂ ਕਸ਼ਟਾਂ ਦੇ ਵਿੱਚ ਪਹੁੰਚਦੇ ਹੋ, ਗੋਦੀ ਚੁੱਕਦੇ ਹੋ, ਪਿਆਰ ਦਿੰਦੇ ਹੋ। ਮਾਵਾਂ ਵੀ ਖੁਸ਼ ਹੁੰਦੀਆਂ ਨੇ ਤੁਹਾਨੂੰ ਆਪਣੇ ਬੱਚੇ ਫੜਾ ਕੇ। ਉਹ ਲੋਕ ਤੁਹਾਡੇ ਨਾਲ ਨਹੀਂ ਖੜਨਗੇ। ਉਹਨਾਂ ਨੂੰ ਸ਼ਬਦ ਦੀ ਖੁਰਾਕ, ਉਹਨਾਂ ਦੀ ਆਤਮਾ ਤੱਕ ਲੈ ਕੇ ਜਾਓ। ਕਿਵੇਂ ਲੈ ਜਾਓਗੇ? ਜਿਨੀਅਸ ਬੰਦਿਆਂ ਨੂੰ ਪੜ੍ਹ ਕੇ, ਜਿਨੀਅਸ ਬੰਦਿਆਂ ਨੂੰ ਪੜ੍ਹ ਕੇ ਖੁਦ ਆਪਣੀ ਆਤਮਾ ਚੋਂ ਬ੍ਰਾਈਟਨੈਸ ਪੈਦਾ ਕਰੋ, ਜਿਹੜੀ ਉੱਥੋਂ ਉਸ ਗਰਾਊਂਡ ਚੋਂ ਆਉਂਦੀ ਆ। ਫੇਰ ਇਹ ਕੰਮ ਕਰੋ। ਨਹੀਂ ਚੁੱਪ ਕਰਕੇ ਬਹਿ ਜਾਓ। ਸਿੱਖੀ ਦੀ ਬੇਇੱਜ਼ਤੀ ਨਾ ਕਰੋ, ਭਿੰਡਰਾਂ ਵਾਲੇ ਦੀ ਬੇਇੱਜ਼ਤੀ ਨਾ ਕਰੋ, ਤੇ ਆਪਦੀ ਬੇਇੱਜ਼ਤੀ ਨਾ ਕਰੋ, ਕੌਮ ਦੀ ਬੇਇੱਜ਼ਤੀ ਨਾ ਕਰੋ। ਕਿਉਂਕਿ ਥ੍ਰੈਟਸ ਨੇ, ਕੁਛ ਨਹੀਂ ਇਹਦੇ ਨਾਲ। ਕੋਈ ਤੁਹਾਡੀ ਕਮਾਈ ਨਹੀਂ ਹੈਗੀ, ਨਾ ਤੁਸੀਂ ਕੁਛ ਕਰ ਸਕਦੇ ਹੋ। ਸਿਰਫ ਹੌਲੀ ਹੌਲੀ ਕਈ ਤਾਂ ਹੁਣ ਲੇਰਾਂ ਵੀ ਮਾਰਦੇ ਨੇ, ਜਿਵੇਂ ਪੁਰਾਣੇ ਵੇਲੇ ਆਹ ਕੀਤਾ ਸੀ, ਤੁਸੀਂ ਕੀਤਾ ਸੀ, ਉਹ ਉਹਨਾਂ ਨੇ ਤਾਂ ਕਰਕੇ ਦਿਖਾਤਾ। ਫਿਰ ਗੁਰੂ ਤਾਂ ਆਪਦੇ ਬੱਚਿਆਂ ਨੂੰ ਝੱਲਾ ਕੇ ਪਰੇ ਮਾਰਦਾ ਜਿਹਦੇ ਅਮਲ ਨਹੀਂ ਹੈਗੇ। ਤੁਸੀਂ ਉਹਨਾਂ ਦਾ ਮੁੱਲ ਖਾਣਾ ਚਾਹੁੰਦੇ ਹੋ, ਜਾਂ ਦਬਕਾ ਮਾਰ ਦਿੰਦੇ ਹੋ ਵੀ ਕਾਬਲ ਦੇ ਵਿੱਚ ਸਿੱਖਾਂ ਨੇ ਐ ਕੀਤਾ ਸੀ, ਉਹਨਾਂ ਨੇ ਕੀਤਾ ਸੀ, ਤੁਸੀਂ ਕੀ ਕੀਤਾ? ਤੁਹਾਡਾ ਲੈਵਲ ਉਸ ਟਾਈਮ ਵਾਲਾ ਹੈਗਾ। ਜੱਸਾ ਸਿੰਘ ਜਿਹੜਾ ਤਾਂ ਬੰਦਾ ਹੋਣਾ ਹੀ ਬਹੁਤ ਔਖਾ ਦੁਨੀਆ ਜਿਹੜਾ ਵਰਲਡ 'ਚ ਜਰਨੈਲ ਨਹੀਂ ਹੈਗਾ। ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਜਿਹੜੀ 5 ਪਿਆਰਿਆਂ ਵਾਲੀ ਦਾਤ ਸੀ, ਜਿਹੜਾ ਇਲਾਹੀ ਰੋਸ਼ਨੀ ਸੀ, ਉਹ ਸਾਰੇ ਸਿੱਖਾਂ 'ਚ ਪਈ ਸੀ। ਉਹ ਟੌੜੇ ਵੇਲੇ ਵੀ ਜਥੇਦਾਰਾਂ 'ਚ ਬਹੁਤ ਜ਼ਿਆਦਾ ਸੀ। ਸਾਰੇ ਜਥੇਦਾਰੀ ਟੌੜੇ ਵਰਗੇ ਸੀ, ਤਲਵੰਡੀ ਵਰਗੇ ਸੀ। ਪਰ ਟੌੜੇ ਤਲਵੰਡੀ ਨੇ, ਚਲੋ ਬਾਦਲ ਨੇ ਤਾਂ ਬੇੜਾ ਹੀ ਬਿਠਾਇਆ। ਇਹ ਦੱਸੋ ਜਿਹੇ ਜਿਹੇ ਜਥੇਦਾਰ ਸੀ ਉਦੋਂ ਅੱਗੇ ਵਧਾਏ ਨੇ?
ਉਹਨਾਂ ਨਾਲ ਇਹ ਦਿਮਾਗ ਕਿਤੇ ਕੀਤਾ ਕੰਮ ਕਿ ਜਿਹੜੇ ਜਥੇਦਾਰ ਨੇ ਇਹਨਾਂ 'ਚ ਹੋਰ ਇਲਾਹੀ ਚੀਜ਼ਾਂ ਲਿਆਈਏ, ਅਸੀਂ ਇਹਨਾਂ ਨੂੰ ਦੁਨੀਆ 'ਚ ਲੈ ਕੇ ਜਾਈਏ। ਕਿਹੜਾ ਜਥੇਦਾਰ ਲੈ ਕੇ ਗਿਆ? ਉਹ ਲੋਹ ਪੁਰਸ਼ ਸੀ ਜੀ, ਫਲਾਣਾ ਉਹ ਸੀ ਜੀ। ਲੋਹ ਪੁਰਸ਼ ਤੁਹਾਡੇ ਹੀ ਬਣਾਏ ਹੋਏ ਨੇ। ਜੇ ਲੋਹ ਪੁਰਸ਼ ਤਾਂ ਉਹ ਹੈ ਜਿਹੜਾ ਸਦੀਆਂ ਕੌਮ ਨੂੰ ਅੱਗੇ ਲੈ ਜਾਂਦਾ, ਉਹਨੂੰ ਕਹਿ ਲਿਓ। ਇਹ ਕਾਹਦੇ ਨੇ? ਇਹ ਤਾਂ ਗਾਹਾਂ ਦੀ ਗਾਹਾਂ, ਜਿਵੇਂ ਘਰ ਦੀ ਜਾਇਦਾਦ ਘਟਦੀ ਜਾਂਦੀ ਆ, ਐਂ ਸਿੱਖ ਵਿਰਾਸਤ ਕਮਜ਼ੋਰ ਪੈਂਦੀ 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 ਹੌਲੀ ਹੌਲੀ ਬਹੁਤ ਗਿਰਾਵਟ ਤੇ ਪਹੁੰਚ ਚੁੱਕੀ ਹੈ। ਇਹ ਸ਼ਬਦ ਦਾ ਪ੍ਰਕਾਸ਼ ਆ ਜਿਹੜਾ, ਇਹ ਲੈ ਕੇ ਆਓ ਕੌਮ ਦੇ ਅੰਦਰ। ਜੇ ਨਹੀਂ ਹੈਗਾ, ਘੱਟ ਤੋਂ ਘੱਟ ਹੱਥ ਬੰਨ ਕੇ ਦੀ ਕਮੀ ਤਾਂ ਮਹਿਸੂਸ ਕਰੋ। ਇਹ ਤਾਂ ਨਹੀਂ ਕਹਦੇ ਨਾ ਹੁੰਦਿਆਂ ਹੀ ਰੌਲਾ ਪਾਈਏ। ਇਹ ਤੋਂ ਬਿਨਾਂ ਤੁਹਾਨੂੰ ਫਤਿਹ ਕਦੇ ਵੀ ਨਹੀਂ ਮਿਲੂਗੀ। ਫਤਿਹ ਤੁਹਾਨੂੰ ਦੁਨੀਆ ਨੇ ਦੇਣੀ, ਦੁਨੀਆ ਨੇ ਤੋਂ ਪਹਿਲਾਂ ਹੀ ਖੜ ਜਾਣਾ। ਜਦੋਂ ਬੰਦਾ ਕਿਸੇ ਪ੍ਰਾਪਤੀ ਦੇ ਕਾਬਲ ਹੋ ਜਾਂਦਾ ਨਾ, ਉਹਨੂੰ ਆਲੇ ਦੁਆਲੇ ਹੁੰਗਾਰੇ ਮਿਲਣੇ ਸ਼ੁਰੂ ਹੋ ਜਾਂਦੇ ਨੇ। ਸਾਰੀ ਲਾਈਫ ਹੀ ਸਾਹਮਣੇ ਆ ਜਾਂਦੀ ਹੈ, ਆਲੇ ਦੁਆਲੇ ਦੁਨੀਆ ਹੀ ਹੁੰਗਾਰਾ ਭਰ ਜਾਂਦੀ ਹੈ। ਇਹ ਕੰਮ ਤੁਹਾਨੂੰ ਸਾਰਿਆਂ ਨੂੰ ਕਰਨ ਦੀ ਲੋੜ ਹੈ। ਅਗਲਾ 10ਵਾਂ ਮੈਂ ਦੁਬਾਰਾ ਫੇਰ ਰਿਪੀਟ ਕਰਦਾ, ਖਾਲਿਸਤਾਨ ਸ਼ਬਦ ਦੀ ਵਰਤੋਂ ਬਹੁਤ ਘੱਟ ਕਰ। ਅਮਲ ਵੱਡਾ ਹੋਵੇ, ਪ੍ਰਾਪਤੀ ਵੱਡੀ ਹੋਵੇ, ਜ਼ਹੂਰ ਹੋਵੇ, ਲਫ਼ਜ਼ ਨਾ ਵਰਤ ਕਿਉਂ ਲੋੜ ਪੈਂਦੀ ਹੈ ਤੁਹਾਨੂੰ ਵਰਤਣ ਦੀ? ਸਿਰਫ ਆਪਣੀ ਕਮਜ਼ੋਰੀ ਲੁਕਾਉਣ ਲਈ। ਜਦੋਂ ਕੁਛ ਕੋਲੇ ਨਹੀਂ ਹੁੰਦਾ ਦਬ ਕੇ ਮਾਰਦੇ ਆ, ਗਲੀਆਂ 'ਚ ਦਬ ਕੇ ਮਾਰਨ ਵਾਲੀਆਂ ਗੱਲਾਂ, ਕੁਛ ਨਹੀਂ ਇਹਦੇ ਪਿੱਛੇ ਹੋਰ। ਆ ਜਥੇਦਾਰ ਆ ਹਰਪ੍ਰੀਤ ਸਿੰਘ, ਜਿਵੇਂ ਦੁਪਹਿਰ ਵੇਲੇ ਚਿੜੀ ਨੇ ਮੂੰਹ ਅੱਡਿਆ ਹੁੰਦਾ, ਇਹਦੇ 'ਚ ਤਾਂ ਬਰਕਤ ਹੀ ਨਹੀਂ ਹੈਗੀ। ਕੋਈ ਸਪਿਰਿਟ ਦੀ ਚੀਜ਼ ਹੈ ਇਹ 'ਚ? ਇਹ ਜਿਹੇ ਖਿਡੌਣੇ ਨੇ ਜਿਹੜੇ। ਜਥੇਦਾਰ ਆ ਜਿਹੜਾ, ਉਹਦੇ 'ਚ ਸਾਰੇ ਧਰਮਾਂ ਦਾ ਅਨੁਭਵ ਚਾਹੀਦਾ। ਜੇ ਉਹ ਇਸਲਾਮਿਕ ਕੰਟਰੀਜ਼ 'ਚ ਜਾਂਦਾ, ਅਸ਼ ਕਰਾ ਕੇ ਆਵੇ। ਇਹ ਬਾਬੇ ਨਾਨਕ ਦੀ ਦੇਣ ਆ ਜਦੋਂ ਸਾਨੂੰ। ਜੇ ਉਹ ਜੂਦਾਇਜ਼ਮ 'ਚ ਜਾਂਦਾ, ਉਹਨਾਂ ਨੇ ਅੰਦਰੋਂ ਪ੍ਰਕਾਸ਼ ਤੇ ਮੁਹੱਬਤ ਪੈਦਾ ਕਰਕੇ ਆਵੇ, ਤੁਹਾਨੂੰ ਭੁੱਲਣ ਨਾ। ਜੇ ਉਹ ਗ੍ਰੀਕ 'ਚ ਜਾਂਦਾ, ਉੱਥੇ ਹੋਮਰ ਨਾਲ ਸਾਂਝ ਉਹ ਪਾਵੇ ਜਿਹੜੀ ਉਹਨਾਂ ਨੂੰ ਚਾਹੀਦੀ। ਚਾਈਨਾ 'ਚ ਜਾਂਦਾ, ਤੌਬਾ ਦੇ ਨਾ ਪਾ। ਕਿਤੇ ਵੀ ਜਾਂਦਾ, ਕ੍ਰਿਸਚੈਨਿਟੀ 'ਚ ਜਾਂਦਾ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਉਹ 'ਚ ਤਾਂ ਬਹੁਤ ਬ੍ਰਾਈਟਨੈਸ ਚਾਹੀਦੀ ਆ ਕਿ ਬੰਦਾ ਉਹਦੀ ਝਾਲ ਨਾ ਚੱਲ ਸਕੇ, ਇੰਨੀ ਤਿਆਰੀ ਹੋਵੇ ਉਹਦੀ। ਇਹ ਕੀ ਨੇ? ਮੁਰਦੇ ਨੇ। ਤੁਸੀਂ ਆਪ ਹੀ ਦੇਖ ਲਓ, ਹੈ ਕੁਛ ਇਹ ਇਹਨਾਂ ਕੋਲੇ ਹੈ? ਜੇ ਨਹੀਂ ਹੈਗਾ, ਪਿੱਛੇ ਹਟ ਜਾਣਾ। ਆਪ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਐਡੀ ਜ਼ਿੰਮੇਵਾਰ ਥਾਂ ਦੇ ਉੱਤੇ ਬੇਸ਼ਰਮ ਹੋ ਕੇ ਬੈਠਣਾ, ਜਾਂ ਗਾਹਾਂ ਦੀ ਗਾਹਾਂ ਜੁਗਤਾਂ ਬਣਾਉਣੀਆਂ ਵੀ ਕਿਤੇ ਨਿਕਲ ਨਾ ਜਾਈਏ। ਇਹ ਜ਼ਿੰਮੇਵਾਰ ਕੌਣ ਹੈ? ਉਹ ਸਾਰੇ ਦੇ ਸਾਰੇ ਬੰਦੇ ਨੇ ਜਿਹੜੇ ਕਮੇਟੀ, ਮੈਂ ਇਹਨਾਂ ਨੂੰ ਰਿਜੈਕਟ ਕਰਦਾ, ਚਾਹੇ ਮੈਂ ਇਕੱਲਾ ਹੀ। ਇਹ ਬੇਕਾਰ ਬੰਦੇ। ਇਹਨਾਂ ਨੇ ਸਿੱਖੀ ਦਾ ਬੇੜਾ ਬਿਠਾਇਆ ਸਾਰਿਆਂ ਨੇ, ਕਦੇ ਇਹਨਾਂ ਨੇ ਸਿੱਖੀ ਬਾਰੇ ਸੋਚਿਆ ਹੀ ਨਹੀਂ ਕੁਛ। ਫਿਰ ਪਿੱਛੇ ਉਹ ਇਕੱਠੇ ਕਰ ਲਏ ਸਰਨੇ ਨੇ ਬੁੱਧੀਜੀਵੀ। ਉਹ ਬੁੱਧੀਜੀਵੀ ਤਾਂ ਬੇੜਾ ਬਿਠਾਉਣ 'ਚ ਸ਼ਾਮਲ ਨੇ ਆਪ। ਉਹਨਾਂ ਨੇ ਬਾਦਲ ਦੀ ਉਹ ਝੋਲੀ ਚੁੱਕੀ ਹੈ। ਪ੍ਰਿਥੀਪਾਲ ਕਪੂਰ ਵਰਗਿਆਂ ਨੇ, ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ, ਉਹ ਤਾਂ ਕੋਈ ਡੀਸੀ ਬਣ ਲਈ, ਕੋਈ ਕੁਛ ਬਣ ਲਈ, ਚਾਹੇ ਕੋਈ ਬਣਿਆ ਚਾਹੇ ਨਹੀਂ। ਇਹ ਵੀ ਤਾਂ ਉਹਨੇ ਜ਼ਿੰਮੇਵਾਰ ਇਹਨਾਂ ਦੀ ਕੀ ਦੇਣ? ਜੇ ਨਾ ਬੁੱਧੀਜੀਵੀਆਂ ਦੀ ਦੇਣ ਹੁੰਦੀ, ਫਿਰ ਅਸੀਂ ਕਿਉਂ ਡੁੱਬਦੇ? ਕੱਲ ਨੂੰ ਤੁਹਾਡਾ ਰਾਜ ਆ ਜੇ ਇਹੀ ਬੁੱਧੀਜੀਵੀ ਫੇਰ ਨੇ, ਕੀ ਹੋਣੀ ਹੈ? ਉਹ ਵੀ ਆਰਾਮ ਨਾਲ ਚਲੇ ਗਏ। ਉਹਨਾਂ ਨੇ ਇਹ ਕਿਸੇ ਨੇ ਵੀ ਨਹੀਂ ਕਿਹਾ ਵੀ ਯਾਰ ਸਾਡਾ ਵੀ ਤਾਂ ਉਨਾ ਹੀ ਕਸੂਰ ਆ, ਸਾਡੀ ਵੀ ਗਲਤੀ ਹੈ। ਕਿਸੇ ਇੱਕ ਨੇ ਕਿਹਾ ਹੋਵੇ, ਉਹਨਾਂ ਨੂੰ ਹਾਜ਼ਮ ਹੈ, ਕਿਉਂਕਿ ਉਹ ਬੁੱਧੀਜੀਵੀ ਨੇ, ਅਸੀਂ ਬੁੱਧੀਜੀਵੀ ਹਾਂ ਸਾਰੇ। ਇਹ ਗੱਲਾਂ ਨੇ ਜਿਹੜੀਆਂ, ਇਹਨਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ, ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ। ਹੁਣ ਅਸੀਂ, ਮਾਫੀ ਮੰਗਦਾ ਮੈਂ ਸਾਰਿਆਂ ਤੋਂ, ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ, ਪਰ ਕੌਮ ਦੇ ਲਈ ਮੈਂ ਗੱਲ, ਮੈਂ ਕਿਹੜਾ ਤੂੰ ਤੋਂ ਕੁਝ ਮੰਗਦਾ? ਮੇਰੀ ਤਾਂ ਸਿਹਤ ਹੀ ਨਹੀਂ ਹੈ ਕਿ ਮੈਂ ਕਿਤੇ ਨਹੀਂ ਜਾ ਸਕਦਾ, ਕੋਈ ਕੰਮ ਤੁਹਾਡੇ ਕੋਲੇ ਨਹੀਂ ਜਾ ਕੇ ਕਰ ਸਕਦਾ, ਵੀ ਮੈਨੂੰ ਆਪਣੀ ਕੋਈ ਨੀਤ ਹੋਵੇ। ਪਰ ਮੇਰਾ ਨਿਗਾਹ ਸਾਰੀ ਵਰਲਡ 'ਚ, ਜਿੱਥੇ ਵੀ ਕੋਈ ਗੱਲ ਹੁੰਦੀ ਹੈ, ਕੋਈ ਧੱਕਾ ਹੁੰਦਾ, ਸਾਰੀ ਵਰਲਡ ਦੇ ਵਿੱਚ ਮੈਂ ਦੇਖ ਰਿਹਾ, ਮਿਲਟਰੀ ਤੋਂ ਲੈ ਕੇ ਕਿ ਕਿੱਥੇ ਕੀ ਹੋਇਆ, ਕਿਉਂ ਹੋਇਆ, ਕਿਹਨੇ ਕੀਤਾ। ਇਹ ਗੱਲ ਦੇ ਉੱਤੇ ਜੇ ਮੈਨੂੰ ਫਿਕਰ ਹੈ ਕਿ ਅਸੀਂ ਕੰਮ ਕਰਦੇ ਹਾਂ ਰਲ ਕੇ, ਤਾਂ ਹੀ ਮੇਰੇ ਨਾਲ ਆਪਣਾ ਗੁਰਦੀਪ ਸਿੰਘ ਆਇਆ, ਇਹ ਖੁਦ ਇਸ ਉੱਤੇ ਕੰਮ ਕਰੂਗਾ। ਇਹਦੇ 'ਚ ਲੇਬਰ, ਇਹਨੂੰ ਇਹ ਵਧੀਆ ਲੱਗਿਆ, ਇਹ ਐਡੀ ਸੇਵਾ ਨਿਭਾ ਰਿਹਾ, ਤਾਂ ਹੀ ਨਿਭਾ ਰਿਹਾ। ਇਹ ਨਿਗਾਹ ਸਾਡੀ ਸਾਰੀ ਦੁਨੀਆ 'ਚ ਚਾਹੀਦੀ ਹੈ। ਉਦੋਂ ਆਊਗੀ ਜਦੋਂ ਅਸੀਂ ਕੌਮ ਨੂੰ, ਭਾਵੇਂ ਮਾੜੇ ਆ, ਭਾਵੇਂ ਟਕੇ ਦਾ ਦਿਮਾਗ ਨਹੀਂ,
ਇਹਨੂੰ ਪਹਿਲੀ ਪ੍ਰੈਫਰੈਂਸ ਦਿੰਦੇ ਹਾਂ ਆਪਣੀ ਆਤਮਾ 'ਚ, ਬਾਕੀ ਚੀਜ਼ਾਂ ਨੂੰ ਪਿੱਛੇ ਰੱਖਦੇ ਆ, ਉਦੋਂ ਫਿਰ ਸਾਡੇ ਅੰਦਰ ਇਹ ਚੀਜ਼ਾਂ ਦਾ ਖਿਆਲ ਰਹਿੰਦਾ ਜਿੱਥੇ ਕੋਈ ਲੋੜ ਆ। ਸੋ ਇਹ ਮੈਂ ਬੇਨਤੀ ਕੀਤੀ ਆ ਅੱਗੇ। ਹੁਣ ਅਸੀਂ ਕਰਦੇ ਹਾਂ ਜਿਹੜਾ ਅੰਮ੍ਰਿਤ ਵਾਲਾ ਹਿੱਸਾ, ਉਹ ਬਹੁਤ ਛੋਟਾ ਜਿਹਾ ਹੀ ਆ, ਛੇਤੀ ਹੀ ਪੂਰਾ ਹੋ ਜਾਏਗਾ। ਤੁਹਾਡਾ ਕਾਫੀ ਟਾਈਮ ਮੈਂ ਲੈ ਲਿਆ, ਮੈਂ ਫਿਰ ਤੋਂ ਮਾਫੀ ਮੰਗਦਾ ਸਾਰਿਆਂ ਤੋਂ। ਅੰਮ੍ਰਿਤ ਦਾ ਇੱਕੋ ਸਮੇਂ ਅਸਲੀ ਅਤੇ ਰਹੱਸਮਈ ਮੰਡਲਾਂ ਵਿੱਚ ਨਿਵਾਸ। ਜੇ ਖਾਲਸੇ 'ਚ ਪੰਜ ਪਿਆਰਿਆਂ 'ਚ ਆ ਕੇ ਅੰਮ੍ਰਿਤ ਛਕਾਇਆ ਗਿਆ, ਅਣਦਿਸਦੇ 'ਚ ਵੀ ਉਵੇਂ ਹੀ ਹੈ। ਇੱਕ ਭਾਵੇਂ ਛੋਟੇ ਜਿਹੇ ਬਾਟੇ 'ਚ ਛਕਾਇਆ ਜਾਂਦਾ, ਅਸਮਾਨ ਦੇ ਤਾਰਿਆਂ ਤੋਂ ਪਾਰ ਤੱਕ ਦੀ ਪ੍ਰਿਆ ਰਹੇ। ਇਹ ਨਿੱਕੇ ਕਾਰ 'ਚ ਵੀ ਆ ਸਕਦੀ ਹੈ, ਸ਼ਬਦ 'ਚ ਵੀ ਆ ਸਕਦੀ ਹੈ। ਇਹ ਬ੍ਰਹਿਮੰਡ ਦੇ ਉੱਤੇ ਇੱਕ ਤਾਕਤ ਬਣ ਕੇ ਵੀ ਛਾ ਸਕਦੀ ਹੈ। ਇਹਦਾ ਕੋਈ ਐ ਆਕਾਰ ਵੱਡੇ ਛੋਟੇ ਨਾਲ ਸੰਬੰਧ ਨਹੀਂ। ਸਿਚੁਏਸ਼ਨ ਦੇ ਮੁਤਾਬਕ ਇਹਨੇ ਛੋਟੇ ਕਾਰ 'ਚ ਵੀ ਹੋਣਾ, ਵੱਡੇ 'ਚ ਵੀ ਹੋਣਾ। ਇਹ ਕੀੜੀ 'ਚ ਵੀ ਆ ਸਕਦੀ ਹੈ, ਬ੍ਰਹਿਮੰਡਾਂ 'ਚ ਵੀ ਆ ਸਕਦੀ ਹੈ। ਇਹਦੀ ਬਰਕਤ ਵੱਡੀ ਆ, ਇਹ ਆਕਾਰ ਨਹੀਂ ਦੇਖਦੀ। ਆਕਾਰ ਛੋਟਾ, ਜਦੋਂ ਬਰਕਤ ਆਉਂਦੀ ਆ ਉਹ ਵੱਡੀ ਬਰਕਤ ਵਾਲੇ ਜਿਹੜੇ ਹੋ ਜਾਂਦਾ, ਕਿਉਂਕਿ ਬਰਕਤ ਨੇ ਉਹਨੂੰ ਵੱਡਾ ਛੋਟਾ ਕਰ। ਇਹ ਗੱਲ ਸਮਝਣ ਵਾਲੀ, ਕੀੜੀ ਤੁਲ ਨਾ ਹੋ। ਇਸੇ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਲਗੀਧਰ ਵੱਲੋਂ ਇਸ ਨੂੰ ਪੀਣ ਦੀ ਸਦ। ਗੁਰੂ ਸਾਹਿਬ ਨੇ ਖੁਦ ਅੰਮ੍ਰਿਤ ਛਕਿਆ, ਤਾਂ ਛਕਿਆ ਕਿ ਸੰਗਤ ਦੇ ਵਿੱਚ ਇੱਕ ਬਰਾਬਰਤਾ ਆਵੇ, ਗੁਰੂ ਦੀ ਉਚਾਈ ਵੀ ਰਵੇ। ਜਿਵੇਂ ਪਰਿਵਾਰ 'ਚ ਪਿਓ ਮਾਂ ਦੀ ਉਚਾਈ ਹੁੰਦੀ, ਪਰ ਬਰਾਬਰ ਵੀ ਬਹਿ ਕੇ ਇਕੱਠੇ ਖਾਂਦੇ ਨੇ। ਸੰਗਤ ਵੀ ਆ, ਗੁਰੂ ਦੀ ਪਛਾਣ ਵੀ ਹੈ, ਉਹਦੀ ਵਿੜੇਤਣ ਵੀ ਕਾਇਮ ਹੈ, ਪਰ ਸੰਗਤ ਦੇ ਵਿੱਚ ਵੀ ਗੁਰੂ ਆ। ਗੁਰੂ ਨੇ ਖੁਦ ਅੰਮ੍ਰਿਤ ਛਕਿਆ। ਕਿਉਂ ਛਕਿਆ? ਕਿਉਂਕਿ ਜਦੋਂ ਪੰਜਾਂ ਪਿਆਰਿਆਂ ਲਈ ਅੰਮ੍ਰਿਤ ਆਇਆ, ਗੁਰੂ ਨੂੰ ਵੀ ਉਹਦੀ ਉਨੀ ਲੋੜ ਸੀ। ਉਹ ਬਾਰ-ਬਾਰ ਥੋੜਾ ਛਕਾਇਆ ਜਾਂਦਾ, ਉਹਦਾ ਜ਼ਹੂਰ ਇੱਕੋ ਵਾਰੀ ਹੋਣਾ ਸੀ। ਬਾਅਦ 'ਚ ਬੰਦੇ ਆਪੋ ਅੱਡ ਛਕੀ ਜਾਣਗੇ, ਪਰ ਉਹਦਾ ਜ਼ਹੂਰ ਦੀ ਇੱਕ ਘੜੀ ਸੀ। ਉਹ ਘੜੀ ਗੁਰੂ ਨੂੰ ਵੀ ਚਾਹੀਦੀ ਸੀ। ਇਹ ਗੱਲ ਸੋਚਣ ਵਾਲੀ। ਗੁਰੂ ਨੇ ਆਪਣੀ ਤਰ੍ਹਾਂ ਅੰਮ੍ਰਿਤ ਸੰਗਤ ਦੇ ਵਿੱਚ ਛਕਿਆ। ਪ੍ਰੇਮ ਅੰਤ ਛਲਕਾ ਸੰਗਤ ਤੇ, ਇਉਂ ਕਲਗੀਧਰ ਬੋਲੇ। ਪ੍ਰੇਮ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਪਰ ਸਿਰ ਦੇ ਕੇ ਪ੍ਰੇਮ ਆਉਂਦਾ, ਸ਼ਬਦ ਦੇ ਵਿੱਚ ਜਿਹੜਾ ਮਰਿਆ ਉਹ ਕਦੇ ਨਹੀਂ ਮਰਦਾ। ਬਾਰ-ਬਾਰ ਗੁਰਬਾਣੀ ਦੇ ਵਿੱਚ ਆਉਂਦਾ। ਫਿਰ ਤਰ ਤਲੀ ਗਲੀ ਮੋਰੀਆ, ਜ਼ੋਰ ਨਾਲ ਚਾਹ ਨਾਲ ਹੋਣਾ। ਇਹ ਵੀ ਨਹੀਂ ਪਈ ਹੋਈ ਐ ਜੇ ਕਰਕੇ। ਜਿੰਨਾ ਚਾਹ ਵੱਡਾ, ਉਨੀ ਅੰਮ੍ਰਿਤ ਦੀ ਪ੍ਰਾਪਤੀ ਵੱਡੀ ਆ। ਜਿਹੜਾ ਫਰੀਦ ਜੀ ਕਹਿੰਦੇ ਨੇ, ਜਿਸ ਮਰਨੀ ਸੇ ਜਗ ਟਰੇ ਮੇਰੇ ਮਨ ਅਨੰਤ। ਇਹ ਜਿਹੜਾ ਚਾਹ, ਇਹ ਸਹਿਜ ਦੀ ਅਵਸਥਾ ਆ ਗਈ, ਬਹੁਤ ਵੱਡੀ। ਪ੍ਰੇਮ ਅੰਤ ਛਿਲਕਾ ਸੰਗਤ ਤੇ, ਇਉਂ ਕਲਗੀਧਰ ਬੋਲੇ। ਰਾਹ ਜੁਗਾਂ ਜੁਗਾਂ ਤੋਂ ਨਿਆਰਾ। ਇਹ ਰਾਹ ਵਰਗਾ ਧਰਤੀ ਤੇ ਕੋਈ ਰਾਹ ਨਹੀਂ, ਸਦਾ ਹੀ ਨਿਆਰਾ ਰਹੂਗਾ। ਰਾਹ ਜੁਗਾਂ ਜੁਗਾਂ ਤੋਂ ਨਿਆਰਾ, ਸਿੰਘ ਤੁਰੇ ਨਾ ਡੋਲੇ। ਜਿਹੜਾ ਸ਼ਬਦ ਦੀ ਭੇਟ ਚੜ ਗਿਆ ਸਿੱਖ, ਉਹਦੇ ਵਿੱਚੋਂ ਮਿਲਟ ਹੋ ਕੇ ਜਿਹੜਾ ਉਹਨੂੰ ਸਰੀਰ ਮਿਲਿਆ, ਉਹ ਇਸ ਨਿਆਰੇ ਰਾਹ ਤੇ ਤੁਰੇਗਾ ਵੀ, ਉਹ ਨਹੀਂ ਡੋਲੂਗਾ। ਕਿਉਂ? ਉਹ ਮੌਤ ਤੇ ਲਾਈਫ ਦੋਵਾਂ ਨੂੰ ਹੀ ਬਲੈਸ ਕਰਦਾ। ਮੌਤ ਵੀ ਇੱਕ ਚਾਕਰ ਆ, ਨੌਕਰ ਆ। ਲਾਈਫ ਵੀ ਤੁਹਾਡੀ ਸੇਵਾ 'ਚ, ਮੌਤ ਵੀ ਸੇਵਾ 'ਚ। ਦੋਵੇਂ ਬਖਸ਼ਿਸ਼ ਦੀ ਡਿਮਾਂਡ ਵਿੱਚ ਨੇ। ਦੋਵਾਂ ਤੇ ਸਿੱਖ ਬਖਸ਼ਿਸ਼ ਕਰਦਾ ਜਦੋਂ ਸ਼ਹੀਦ। ਰਾਹ ਦਿਸਦੇ ਤੋਂ ਰਾਹ ਗੈਬ ਦੇ। ਗੈਬ ਦੇ ਜਿਹੜੇ ਨਹੀਂ ਦਿਸਦੇ। ਅਮਲ ਹੁਸੈਨ ਬਗਾਰਨ। ਖੂਬਸੂਰਤ ਅਮਲ। ਕਿਹੜਾ ਅਮਲ? ਜਿਹੜਾ ਸ਼ਬਦ ਦੀ ਭੇਟ ਚੜ ਕੇ ਆਉਂਦਾ, ਜਿਹਦੇ ਵਿੱਚ ਸ਼ਬਦ ਤੋਂ ਬਿਨਾਂ ਨਾ ਸੋਚਣੀ ਆ, ਨਾ ਕਰਨੀ ਆ, ਨਾ ਤੁਰਨਾ, ਨਾ ਬੈਠਣਾ, ਨਾ ਜਾਗਣਾ, ਨਾ ਸੰਗਤ ਵਿੱਚ ਆਉਣਾ। ਉਹ ਉਸ ਅਮਲ ਨੂੰ ਗੁਰੂ ਕਹਿੰਦਾ। ਉਹ ਸਾਹਮਣੇ ਲਿਆਤਾ। ਇਹ ਵੀ ਨਹੀਂ ਕੋਈ ਫਿਲਾਸਫੀ ਬਣਾ ਕੇ ਕਹਿੰਦੇ ਨੇ, ਅਮਲ 'ਚ ਲਿਆ ਕੇ ਕਹਿੰਦੇ ਨੇ ਨਾ। ਰਾਹ ਦਿਸਦੇ ਤੋਂ ਰਾਹ ਗੈਬ ਦੇ,
ਅਮਲ ਹੁਸੈਨ ਬਗਾਰਨ ਤੁਹਾਨੂੰ ਬਗਾਰ ਰਹੇ ਨੇ ਕਿਉਂ ਕਿ ਇਹ ਅਮਲ ਇਹ ਸਧਾਰਨ ਨਹੀਂ ਹੈਗਾ। ਇਹ ਦੁਨੀਆ ਤੇ ਆਇਆ ਵੀ ਆ ਪਰ ਜਿਵੇਂ ਆਇਆ ਇਸ ਅਮਲ ਤੇ ਤੁਰਨਾ ਵੀ ਐਵੇਂ ਵਿਲੱਖਣ ਆਇਆ ਵੀ ਵਿਲੱਖਣ। ਸਾਰੇ ਰਾਹ ਇਹਦੇ ਵਿਲੱਖਣ ਨੇ। ਰਾਹ ਦਿਸਦੇ ਤੋਂ ਰਾਹ ਗਾਇਬ ਦੇ ਅਮਲ ਹੁਸੈਨ ਬਗਾਰਨ ਦੇਸ ਭੇਸ ਲੰਘ ਬਨ ਬਨ ਦੇ ਰੰਗ ਜ਼ਹੀਨ ਉਤਾਰਨ। ਜਿਹੜਾ ਅੰਮ੍ਰਿਤ ਦੀ ਸਾਦਾ ਹੈ ਹਰ ਕੰਟਰੀ ਵਿੱਚ ਇਹਦੀ ਪ੍ਰਵਾਜ਼ ਜਾ ਰਹੀ ਹੈ। ਬ੍ਰਹਮੰਡ ਸਾਰੇ ਦੇ ਵਿੱਚ ਇਹਦੀ ਪ੍ਰਵਾਜ਼ ਆ, ਇਹਦੀ ਬਰਕਤ ਆ। ਭਾਵੇਂ ਕਿਸੇ ਥਾਂ ਤੇ ਆਉਂਦਾ ਹਰ ਚੀਜ਼ ਨੂੰ ਇਹਦੀ ਖਬਰ, ਹਰ ਚੀਜ਼ ਦੀ ਕੰਸ਼ੀਅਸਨੈਸ ਤੱਕ ਪਹੁੰਚਿਆ ਹੋਇਆ। ਜਿੰਨੇ ਵੀ ਲੋਕਾਂ ਦੇ ਪਹਿਰਾਵੇ ਦੇਸ਼ ਭੇਸ ਨੇ ਸਾਰਿਆਂ ਤੱਕ ਇਹ ਪਹੁੰਚ ਰਿਹਾ। ਇਹਦੀ ਸੱਦ ਜਾ ਰਹੀ ਹੈ। ਦੇਸ਼ ਭੇਸ ਲੰਘ ਬਨ ਬਨ ਦੇ ਰੰਗ ਜ਼ਹੀਨ ਉਤਾਰ। ਜ਼ਹੀਨ ਕੀ ਬਹੁਤ ਜਿਹੜੀ ਰੱਬ ਦੇ ਘਰ ਦੀ ਇੰਟੈਲੀਜੈਂਸ ਆ, ਜਿਹੜੀ ਰੱਬੀ ਨੂਰ ਆ, ਰੈਡੀਅੰਸ ਆ, ਜਿਹੜੀ ਬ੍ਰਿਲੀਅੰਸ ਆ ਜਿਹੜੀ ਰੱਬ ਦੇ ਘਰ ਦੀ, ਉਹ ਨਿਆਰਾ ਪ੍ਰਕਾਸ਼ ਵੀ ਨਾਲ ਹੀ ਆ ਰਿਹਾ। ਇੱਕ ਚੀਜ਼ ਦੇਖਣ ਵਾਲੀ ਆ ਕਿ ਪੁਰਾਣੇ ਜਿੰਨੇ ਬੰਦੇ ਸੀ ਗਿਆਨੀਆਂ ਦੀ ਪੜ੍ਹ ਲਓ ਤੁਸੀਂ ਕਿਤਾਬਾਂ, ਜੇ ਉਹਨਾਂ ਨੇ ਗੁਰਬਾਣੀ ਪੜ੍ਹੀ ਸੀ ਬਹੁਤ ਹੀ ਜ਼ਿਆਦਾ, ਭਾਈ ਗੁਰਦਾਸ ਵੀ ਉਹ ਨਹੀਂ ਪੜ੍ਹਿਆ। ਅੱਜ ਅਸੀਂ ਲੇਖਕਾਂ ਨੂੰ ਛੱਡ ਕੇ ਆਪ ਹੀ ਲਿਖੀ ਜਾਂਦੇ। ਜੀਨੀਅਸ ਬੰਦੇ ਦੀ ਕੱਪ ਦੀ ਦੇਣ ਹੁੰਦੀ ਆ, ਉਹਨੂੰ ਨਹੀਂ ਤੁਸੀਂ ਛੱਡ ਸਕਦੇ, ਬਾਕੀ ਉਹਨੂੰ ਪੜ੍ਹਨਾ ਪੜ੍ਹੋ। ਪਰ ਜੀਨੀਅਸ ਬੰਦਾ ਜਿਹੜਾ ਧਰਮ ਦੇ ਲਈ ਸਪੈਸ਼ਲ ਹੁੰਦਾ, ਕੰਮ ਕਰਕੇ ਜਾਂਦਾ, ਉਹਦੀ ਪਛਾਣ ਰੱਖਣੀ ਹੈ, ਉਹਨੂੰ ਪਹਿਲ ਦੇਣੀ ਹੈ ਹਰ ਕੀਮਤ ਦੇ ਉੱਤੇ। ਪੁਰਾਣੇ ਸਿੱਖਾਂ ਦਾ ਲੱਖਾਂ ਜੀਣ ਥੀਣ ਦੇ ਮੰਡਲ, ਲੱਖਾਂ ਗਗਨ ਚ ਫੈਲੇ। ਤੁਸੀਂ ਗੁਰਬਾਣੀ ਪੜ੍ਹੋ, ਕੋਈ ਵੀ ਕੰਟਰੀ, ਕੋਈ ਵੀ ਪਲੈਨਟ ਆ, ਭਾਵੇਂ ਸਪੇਸ ਆ, ਕਿਤੇ ਵੀ ਗੁਰਬਾਣੀ ਦੇ ਮੂਹਰੇ ਕੋਈ ਹੱਦ ਨਹੀਂ। ਹਰ ਸਫ਼ਰ ਤੱਕ ਇਹਦੀ ਪਹੁੰਚ ਆ, ਹਰ ਥਾਂ ਦੇ ਵਿੱਚ ਇਹ ਪਹੁੰਚਦੀ ਹੈ। ਤਾਰਿਆਂ ਸਤਾਰਿਆਂ ਤੱਕ ਸਾਰੇ ਬ੍ਰਹਿਮੰਡ ਵਿੱਚ ਇਹਦੀ ਪਹੁੰਚ ਹੈ। ਇਹ ਕੱਲੀ ਇਸ ਧਰਤੀ ਦੀ ਪ੍ਰੇਅਰ ਨਹੀਂ ਕਿ ਕਿਉਂ? ਕਿਉਂਕਿ ਰੱਬ ਦੇ ਘਰ ਦੀ ਸਾਬਤ ਪ੍ਰੇਅਰ, ਜੇ ਸਾਬਤ ਪ੍ਰੇਅਰ ਆ ਹਰ ਥਾਂ ਨੂੰ ਇਹਦੀ ਲੋੜ ਆ। ਭਾਵੇਂ ਉਹਨਾਂ ਦੀ ਆਪਣੀ ਪ੍ਰੇਅਰ ਵੀ ਆ ਪਰ ਇਹਦੀ ਵਗਿਆ ਨਹੀਂ ਹੋਊਗੀ। ਇਹ ਪ੍ਰੇਅਰ ਉਹਦੀ ਸੁਰ ਭੰਗ ਨਹੀਂ ਕਰੂਗੀ। ਸਾਬਤ ਪ੍ਰੇਅਰ ਇਹਦਾ ਪਾਰਟ। ਪ੍ਰੇਅਰ ਦੇ ਅੰਦਾਜ਼ ਵੱਖਰੇ ਹੋ ਸਕਦੇ ਨੇ, ਜਿਵੇਂ ਕੀਰਤਨ ਸ਼ਬਦ ਪੜ੍ਹਦੇ ਆ ਵੱਖਰੇ ਅੰਦਾਜ਼ ਨੇ, ਪਰ ਉਹਦੀ ਰੂਟ ਇੱਕ ਆ। ਲੱਖਾਂ ਜੀਣ ਥੀਣ ਦੇ ਮੰਡਲ, ਲੱਖਾਂ ਗਗਨ ਚ ਫੇਰੇ, ਦਿਸਣ ਗੁਪਤ ਇਤਿਹਾਸਾਂ ਉੱਤੇ ਪਹਿਰੇਦਾਰ ਸਵੇਰੇ। ਜਿਹੜਾ ਗੁਰੂ ਨੇ ਸਵੇਰਾ ਨਿਸ਼ਚਿਤ ਕੀਤਾ ਨਾ, ਇਹ ਗੁਰੂ ਨਾਲ ਹੀ ਆਇਆ। ਅੰਮ੍ਰਿਤ ਵੇਲੇ ਦਾ ਸਵੇਰਾ ਇਹ ਹਰ ਥਾਂ ਦੇ ਉੱਤੇ ਹੀ ਆ। ਇਹ ਕੱਲਾ ਸਾਡੇ ਚ ਹੀ ਨਹੀਂ ਲੈ ਕੇ ਆਂਦਾ, ਇਹ ਸਵੇਰ ਹਰ ਥਾਂ ਦੇ ਉੱਤੇ ਆ। ਉਹਨਾਂ ਨੂੰ ਆਪਣੀ ਤਰ੍ਹਾਂ ਨਾ ਦਿਸੂਗੀ, ਕਿਉਂਕਿ ਹਰ ਦੀਨ ਦੇ ਵਿੱਚ ਹੋ ਗਏ। ਉਹਨਾਂ ਨੇ ਉਸ ਦੀਨ ਦੇ ਵਿੱਚ ਹੀ ਆਪਣੀ ਬਲੈਸਿੰਗ ਵਰਤਾਈ। ਉਹ ਸਵੇਰ ਉਹਨਾਂ ਨੂੰ ਆਪਣੀ ਤਰ੍ਹਾਂ ਨਾ ਦਿਸੂਗੀ। ਉਹਨਾਂ ਨੇ ਇਹ ਵੀ ਨਹੀਂ ਮਿਹਰ ਕੀਤੀ ਕਿ ਤੇਰੇ ਦੀਨ ਤੋਂ ਬਾਹਰ ਮੈਂ ਤੈਨੂੰ ਦਿਖਾਉਂਦਾ। ਉਹ ਦੀਨ ਨੂੰ ਸ਼ਬਦ ਕਰ ਕਰਕੇ ਉਹਨਾਂ ਦੇ ਸਾਹਮਣੇ ਲਿਆਂਦਾ। ਪੜ੍ਹ ਲਓ, ਹਿੰਦੂਇਜ਼ਮ ਪੜ੍ਹ ਲਓ, ਇਸਲਾਮ ਪੜ੍ਹ ਲਓ, ਕੁਛ ਵੀ, ਕ੍ਰਿਸਚੈਨਿਟੀ ਪੜ੍ਹ ਲਓ, ਕੁਛ ਵੀ ਪੜ੍ਹ ਲਓ, ਹਰ ਚੀਜ਼ ਨੂੰ ਉਹ ਸਾਬਤ ਕਰਦੇ ਨੇ। ਜਿੱਥੇ ਪੂਰੀ ਆ ਉਹਨੂੰ ਗ੍ਰੇਟ ਮੰਨ ਕੇ ਨਾਲ ਲੈਂਦੇ। ਦਿਸਣ ਗੁਪਤ ਇਤਿਹਾਸਾਂ ਉੱਤੇ ਪਹਿਰੇਦਾਰ ਸਵੇਰੇ। ਇਤਿਹਾਸ ਨਹੀਂ ਦਿਸਦਾ, ਜਿਵੇਂ 5 ਪਹਿਰੇ ਗਾਇਬ ਸੀ ਪਹਿਲਾਂ, ਪਰ ਸਵੇਰ ਦੀ ਉਹਦੇ ਉੱਤੇ ਪਹਿਰਾ। ਤੁਸੀਂ ਇਹ ਦੇਖੋ ਗੁਪਤ ਨੂੰ ਦੇਖ ਕਿਵੇਂ ਰਿਹਾ, ਪੋਇਟ ਨੂੰ ਅਣਦਿਸਦਾ ਕਿਵੇਂ ਦਿਸਦਾ। ਅਣਦਿਸਦਾ ਬਾਹਲਾ ਦਿਸਦਾ, ਕਿਉਂਕਿ ਅਣਦਿਸਦੇ ਸੀ ਬਹੁਤਾ ਕੁਛ ਪਿਆ। ਦਿਸਦਾ ਤਾਂ ਨੇੜੇ ਹੱਦਾਂ ਚ ਆ ਗਿਆ, ਅਣਦਿਸਦੇ ਚ ਹੱਦ ਹੀ ਨਹੀਂ ਕੋਈ।
ਜਿਹੜਾ ਇਨਵਿਜ਼ੀਬਲ ਹਿਸਟਰੀ ਦੇ ਉੱਤੇ ਵਰਲਡ 'ਚ ਬਹੁਤ ਵੱਡਾ ਰਾਈਟਰ ਹੈ ਦੁਨੀਆ ਦਾ, ਗ੍ਰੇਟੈਸਟ। ਸ਼ਬਦ ਅੰਤ ਗੁਰ ਬੇੜਾ ਪੱਤਣ ਓਲੇ ਹਨ ਪਰ ਨੇੜੇ। ਇਹ ਦੂਰ ਵੀ ਨੇ ਜਦੋਂ ਅਮਲ ਦੇ ਵਿੱਚ ਨਹੀਂ, ਜਦੋਂ ਅਮਲ 'ਚ ਆ ਗਏ ਤੁਹਾਡੀ ਆਤਮਾ ਦਾ ਪਾਰਟ ਨਹੀਂ। ਪਰ ਤੁਹਾਡੀ ਆਤਮਾ ਦਾ ਪਾਰਟ ਹੋ ਕੇ ਵੀ ਫਿਰ ਇਹਦੀਆਂ ਮੰਜ਼ਲਾਂ ਖਤਮ, ਐਂਡਲੈਸਨੈਸ ਹੈ। ਇਹਨੂੰ ਪ੍ਰਾਪਤ ਕਰਕੇ ਵੀ ਆਏ ਮਿਥਿਆ ਨਹੀਂ ਜਾ ਸਕਦਾ। ਇਹ ਕਿਉਂਕਿ ਪ੍ਰੇਅਰ ਦੇ ਵਿੱਚ ਜੇ ਮਿਥੀ ਗਈ ਉਹ ਪ੍ਰੇਅਰ ਨਹੀਂ, ਜੋ ਤੁਹਾਡੀ ਇੱਕੋ ਵਾਰੀ ਕਲਾਵੇ 'ਚ ਆ ਗਈ ਉਹ ਪ੍ਰੇਅਰ ਨਹੀਂ ਹੈਗੀ। ਪ੍ਰੇਅਰ 'ਚ ਲੱਗੇ ਤੋਂ ਅੱਗੇ ਵੈਰਾਈਟੀ ਹੁੰਦੀ ਹੈ। ਅੱਗੇ ਪ੍ਰੇਅਰ ਦੀ ਸਿਫਤੀ ਹੈ, ਉਹ ਪ੍ਰੇਅਰ ਹੀ ਤਾਂ ਬਣਦੀ ਆ। ਜਿਹਨੂੰ ਪੂਰਨ ਸਿੰਘ ਕਹਿੰਦਾ, ਲਵ ਕੈਨ ਫੇਸ ਰੈਪੀਟੀਸ਼ਨ, ਨੌਲੇਜ ਕੈਨ ਨਾਟ। ਪ੍ਰੇਅਰ ਹੀ, ਕਿਉਂਕਿ ਇਹਦੀ ਜੜ ਮਨੁੱਖਤਾ ਦੇ ਪਿਆਰ 'ਚ ਲੱਗੀ ਹੋਈ ਹੈ, ਪਰਸਨਲ ਲਵ 'ਚ ਨਹੀਂ, ਮਨੁੱਖਤਾ ਦੇ 'ਚ। ਇਸ ਕਰਕੇ ਮੈਂਸ ਰੈਪੀਟੀਸ਼ਨ ਫੇਸ ਕਰਦੀ ਹੈ, ਇਹੀ ਇਹਦੀ ਬਿਊਟੀ ਹੈ। ਜਿਉਂ-ਜਿਉਂ ਰੈਪੀਟੀਸ਼ਨ ਕਰਦੇ ਹੋਰ ਬਿਊਟੀਫਾਈ ਹੋਈ ਜਾਂਦੀ। ਕਿਉਂ? ਕਿਉਂਕਿ ਪ੍ਰਕਾਸ਼ ਦੀ ਨੇੜਤਾ ਹੋਰ ਵਧੀ ਜਾਂਦੀ, ਹੋਰ ਵਧੀ ਜਾਂਦੀ, ਹੋਰ ਵਧੀ ਜਾਂਦੀ। ਪ੍ਰਕਾਸ਼ 'ਚ ਪ੍ਰਕਾਸ਼ ਹੀ ਹੋਈ ਜਾਂਦਾ। ਉਮਲ ਉਮਲ ਸਤਿਗੁਰ ਵੱਲ ਚੱਲੋ, ਮੇਰਾ ਦੇ ਵੱਡ ਜੇਰੇ। ਉਮਲ ਉਮਲ ਸ਼ਬਦ ਅੰਤ ਗੁਰ ਬੇੜਾ ਪੱਤਣ ਓਲੇ ਹਨ ਪਰ ਨੇੜੇ। ਨੇੜੇ ਕਿੱਥੇ? ਗੁਰੂ ਦੇ ਨੇੜੇ। ਉਮਲ ਉਮਲ, ਉਮਲ ਕੀ ਗਸ਼ਨ, ਜਿਵੇਂ ਜ਼ੋਰ ਨਾਲ ਕਿਸੇ ਚੀਜ਼ ਵੱਲ ਜਾਣਾ, ਚਾਹ ਨਾਲ ਵੱਧ ਕੇ ਸਪਰਿੰਗ ਫੋਰਥ ਹੋਣਾ। ਉਹ ਕਹਿੰਦੇ ਸ਼ਬਦ ਬਹੁਤ ਦੂਰ ਆ ਪਰ ਗੁਰੂ ਨਾਲ ਨੇੜੇ ਆਇਆ ਹੋਇਆ, ਇੱਥੇ ਪਹੁੰਚ ਵਿੱਚ ਆ। ਇਸ ਕਰਕੇ ਸਾਰੇ ਪੂਰੇ ਜੋਸ਼ ਨਾਲ ਇੱਥੇ ਪਹੁੰਚੋ, ਇਹਦੇ ਦੀਦਾਰ ਕਰੋ। ਉਮਲ ਉਮਲ ਸਤਿਗੁਰ ਵੱਲ ਚੱਲੋ, ਮੇਰਾ ਦੇ ਵੱਡ ਜੇਰੇ। ਬਖਸ਼ਿਸ਼ਾਂ ਦੇ ਬਹੁਤ ਵੱਡੇ ਹੌਸਲੇ ਨੇ, ਤੁਸੀਂ ਗੁਰੂ ਤੱਕ ਜਾ ਸਕਦੇ ਹੋ। ਬਖਸ਼ਿਸ਼ ਆ ਜਿਹੜੀ, ਉਹ ਹਰ ਬੰਦੇ ਨੂੰ ਮੁੱਲ ਬਣਾਉਂਦੀ ਆ, ਹਰ ਬੰਦੇ ਦੇ ਰਸਤੇ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਦੀ ਆ। ਜਿਵੇਂ ਗੁਰੂ ਕਿਤੇ ਵੀ ਗਿਆ ਉਹਨਾਂ ਸਮਿਆਂ 'ਚ ਯਾਦ ਕਰੋ, ਕੋਈ ਰੋਕ ਸਕਿਆ ਉਹਨੂੰ? ਉਹ ਮੇਰਾ ਸੀ, ਬਖਸ਼ਿਸ਼ਾਂ ਸੀ ਉਹਨਾਂ ਦੇ ਨਾਲ। ਉਹ ਬਖਸ਼ਿਸ਼ ਦੇ ਮੂਹਰੇ ਕੋਈ ਰਾਹ ਨਹੀਂ ਅੜਦਾ, ਕਿਉਂਕਿ ਬਖਸ਼ਿਸ਼ ਦੇ ਅਧੀਨ ਹਰ ਚੀਜ਼, ਬਖਸ਼ਿਸ਼ ਦੀ ਚਾਕਰੀ ਕਰਦੀ ਆ ਹਰ ਚੀਜ਼, ਉਹਨੂੰ ਰਾਮ ਆਉਂਦਾ, ਉਹ ਰੱਬ ਦੇ ਕਰਦੀ ਆ। ਹਰ ਚੀਜ਼ ਦੇ ਅੰਦਰ ਇੱਕ ਡੈਲੀਕੇਟ ਸੈਲਫ ਆ, ਹਰ ਚੀਜ਼ ਦੇ ਅੰਦਰ, ਪੱਥਰ 'ਚ ਵੀ ਆ। ਤੇ ਜਿਹੜੀ ਮਿਹਰ ਆ ਉਹ ਡੈਲੀਕੇਟ ਸੈਲਫ ਨੂੰ ਬਲੈਸ ਕਰਦੀ। ਬਹੁਤ ਰਸਾਤਲ, ਬਹੁਤ ਭਟਕਣਾ ਜ਼ਿੰਦਗੀ ਦੀ ਇਹ ਖੂਬਸੂਰਤੀ ਆ। ਅੱਗੇ ਤੋਂ ਅੱਗੇ ਨਰਕ ਪਏ ਨੇ, ਅੱਗੇ ਤੋਂ ਅੱਗੇ ਭਟਕਣਾ, ਦੁੱਖਾਂ ਤੋਂ ਦੁੱਖ, ਨਵੇਂ ਦੁੱਖ 'ਚ ਪੈ ਗਿਆ, ਨਵੇਂ ਦੁੱਖ 'ਚ ਪੈ ਗਿਆ, ਆਉਣਗੇ। ਇਹ ਲਾਈਫ ਦੀ ਖੂਬਸੂਰਤੀ ਆ। ਇਹਨਾਂ ਦੇ ਵਿੱਚ ਦੀ ਲੰਘ ਕੇ ਹੀ ਸ਼ਬਦ ਤੱਕ ਬੰਦਾ ਪਹੁੰਚਦਾ। ਇਹਨਾਂ 'ਚੋਂ ਪੈਰਸ ਹੋ ਕੇ ਹੀ ਜਾਣਾ ਪੈਂਦਾ। ਜਿਵੇਂ ਹੀਰ ਕਹਿੰਦੀ ਆ, ਨੈਂ ਵੀ ਡੂੰਘਾ ਤੋਲਾ ਪੁਰਾਣਾ, ਛੀਆਂ ਤਾਂ ਪੱਤਣ ਮੱਲੇ, ਮੈਂ ਵੀ ਢੋਕ ਰਾਂਝਣ ਦੀ ਜਾਣਾ, ਨਾਲ ਸਾਡੇ ਕੋਈ ਚੱਲੇ। ਇਹ ਮੌਤ ਦਾ ਰਸਤਾ। ਢੋਕ ਜੰਗਲੀਆਂ ਦੇ ਪਿੰਡਾਂ ਨੂੰ ਕਹਿੰਦੇ ਸੀ, ਸ਼ਾਹ ਸਾਹਿਬ ਨੇ ਢੋਕ ਵਰਤੀ ਆ। ਇਹ ਪੁਰਾਣੇ ਪ੍ਰਿਮੀਟਿਵ ਲੋਕਾਂ ਦੇ ਪਿੰਡ ਹੁੰਦੇ ਸੀ, ਸਾਦੇ ਬਹੁਤ, ਜਿਨ੍ਹਾਂ 'ਚ ਰੱਬੀ ਬਰਕਤਾਂ, ਰੱਬੀ ਨਿਆਂ ਜ਼ਿਆਦਾ ਸੀਗਾ, ਉਹਨਾਂ ਨੂੰ ਢੋਕਾ ਕਹਿੰਦੇ ਨੇ। ਸੋ ਇਹ ਦੁੱਖ ਸੁੱਖ ਸਾਰੇ ਜ਼ਿੰਦਗੀ ਦੇ ਔਰਨਾਮੈਂਟ ਨੇ। ਜਦੋਂ ਸ਼ਬਦ ਦੀ ਨੇੜਤਾ, ਦੁੱਖਾਂ ਤੋਂ ਬਿਨਾਂ ਸ਼ਬਦ ਦੀ ਮਿਠਾਸ ਦਾ ਪਤਾ ਨਹੀਂ ਲੱਗਦਾ। ਗਰਮੀ ਤੋਂ ਬਿਨਾਂ ਠੰਡ ਦਾ ਅਸੀਂ ਆਨੰਦ ਨਹੀਂ ਲੈ ਸਕਦੇ। ਦੁੱਖ ਤਕਲੀਫ ਹੈ ਜਿਹੜੀ, ਇਹ ਔਰਨਾਮੈਂਟਸ ਨੇ ਜਦੋਂ ਅਸੀਂ ਵੱਡੇ ਰਹੱਸ ਨੂੰ ਪ੍ਰਾਪਤ ਕਰ ਲੈ। ਕਿਉਂਕਿ ਗੁਰੂਆਂ ਨੂੰ ਕਿਹੜਾ ਆਏ ਨਹੀਂ, ਇਹ ਉਹਨਾਂ ਦਾ ਔਰਨਾਮੈਂਟ ਨੇ, ਸ਼ਬਦ ਦਾ ਪਾਰਟ ਨੇ। ਆਏ ਸਤੀ ਤਵੀ ਤੇ ਵੀ ਬੈਠੇ ਜਿੱਥੇ ਬੈਠਣਾ,
ਪਰ ਉਹ ਹੁਕਮ ਚ ਆਏ, ਹੂੰ ਉਸ ਨੇਮ ਨੇ ਹੀ ਉਹਨਾਂ ਨੂੰ ਬਿਠਾਇਆ। ਉਹ ਆਪ ਐ ਨਹੀਂ ਸੀ ਕਿ ਉਹ ਹੁਣ ਮੈਂ ਬੈਠਣਾ, ਹੂੰ ਉਹ ਨੇਮ ਪਿੱਛੇ ਸੀਗਾ, ਗੁਰੂ ਦੇ ਪਿੱਛੇ, ਗੁਰੂ ਦੇ ਨਾਲ ਚੱਲ ਰਿਹਾ। ਜਿੱਥੇ ਸ਼ਹਾਦਤ ਦੀ ਲੋੜ ਆ, ਗੁਰੂ ਉੱਥੇ ਸ਼ਹਾਦਤ ਦਿੱਤਾ। ਜਿਹੜਾ ਮੋਦੀ ਸਾਹਿਬ ਕਹਿੰਦੇ ਨੇ 9ਵੇਂ ਗੁਰੂ ਨੇ ਹਿੰਦੂਆਂ ਲਈ ਕੁਰਬਾਨੀ ਕੀਤੀ, ਫਿਰ ਉਹਦੇ ਪੁੱਤ ਨੇ ਜਿਹੜੀ ਜੰਗ ਲੜੀ ਸੀ, ਫਿਰ ਉਹਦੇ ਵਿੱਚ ਉਹ ਜਿਹੜਾ ਰਾਜਾ ਹਰੀ ਚੰਦ ਸੀਗਾ, ਉਹ ਗੁਰੂ ਸਾਹਿਬ ਦਾ ਸ਼ਿਕਾਰ ਹੋਇਆ। ਪੀਰ ਬੁੱਧੂ ਸ਼ਾਹ ਦਾ ਜੰਗ ਚ ਉਹਨਾਂ ਦੇ ਨਾਲ, ਹਰੀ ਚੰਦ ਉੱਥੇ ਵਿਰੋਧ ਤੇ ਲੜਨ ਕਿਉਂ ਆਇਆ? ਫਿਰ ਉਹ ਗੁਰੂ ਨਾਲ ਕਾਹਤੇ ਲੜਿਆ ਜਿਹਦੇ ਪਿਓ ਨੇ ਸ਼ਹਾਦਤ ਦਿੱਤੀ? ਐਡੀ ਛੇਤੀ ਸ਼ੁਕਰਗੁਜ਼ਾਰੀ ਨੂੰ ਨਾ ਸ਼ੁਕਰਗੁਜ਼ਾਰੀ ਚ ਐਡੀ ਚ ਬਦਲ, ਇਹ ਕਿੱਧਰਲੀ ਸੱਚਾਈ ਹੈ? ਇਹ ਕਿਹੜਾ ਅਮਲ ਹੋਇਆ? ਉਹ ਮੁਸਲਮਾਨ ਹੈ, ਉਹਦੇ 2 ਪੁੱਤਰ ਸ਼ਹੀਦ ਹੋਏ, ਇੱਕ ਭਤੀਜਾ ਸ਼ਹੀਦ ਹੋਇਆ, ਬਾਅਦ ਚ ਉਹ ਵੀ ਮਾਰਤਾ ਉਸਮਾਨ ਖਾਨ ਨੇ। ਸਾਰਾ ਟੱਬਰੀ ਉਹਦਾ ਸ਼ਹੀਦ ਹੋਇਆ। ਉਹਦਾ ਸਾਲਾ ਸੀ, ਉਹਦੀ ਘਰ ਵਾਲੀ ਜਿਹੜੀ ਨਸੀਰਾ ਸੀ, ਉਹਦਾ ਭਰਾ, ਉਹ ਆਪਣਾ ਕੀ ਸੀ ਉਹਦਾ ਨਾਂ, ਜਰਨੈਲ ਸੀਗਾ, ਨਾਂ ਭੁੱਲ ਗਿਆ ਮੈਨੂੰ। ਉਹ ਗੁਰੂ ਨੂੰ ਦੇਖ ਕੇ ਜੰਗ ਛੱਡ ਕੇ ਹੀ ਚਲਿਆ ਗਿਆ ਕਿ ਮੈਂ ਇਹਨਾਂ ਨਾਲ ਕੀ ਲੜਨਾ। ਸੋ ਇਹ ਗੱਲਾਂ ਨੇ ਜਿਹੜੀਆਂ, ਇਹ ਤੁਸੀਂ ਕਿਵੇਂ ਭਲਾ ਦੋਗੇ? ਇਹ ਤੇ ਰੂਟਡ ਨੇ, ਐਡੀ ਵੱਡੀ ਦੇਣ, ਇਹਨੂੰ ਕਿਵੇਂ ਭਲਾ ਦਾਂਗੇ? ਇਹਨੂੰ ਬਲਾਸਮ ਕਰਨਾ, ਇਹਨੂੰ ਖੜਾਉਣਾ। ਹਰਿੰਦਰ ਇਹ ਚੀਜ਼ ਦਾ ਪੁਆਇੰਟ। ਉਹ ਦੋਹਾਂ ਜਹਾਦਾਂ ਦੀ ਇਕੱਠੀ ਸ਼ਮੂਲੀਅਤ ਦਾ ਪੁਆਇੰਟ, ਜਿੱਥੇ 2 ਜਹਾਦ ਵਰਲਡ ਦੇ ਸਿਖਰ ਚ ਇਕੱਠੇ, ਇਹਨੂੰ ਬਲਾਸਮ ਕਰ ਦੋ, ਧਰਤੀ ਤੇ ਸਵਰਗ ਹੋਣਾ ਹੀ ਹੋਣਾ। ਵਾਲੀ ਨਹੀਂ ਪੈਦਾ ਹੁੰਦਾ ਮੁਸਲਮਾਨ ਆ ਜਿਹੜਾ ਆਪ ਹੀ ਨਾ ਖੜ ਜਵੇ ਉਹ ਸਿੱਖਾਂ ਲਈ। ਅਸੀਂ ਕੀਤਾ ਕੀ ਹੈ? ਅਸੀਂ ਤੇ ਫੰਡ ਖਾਦੇ ਨੇ, ਕੁਰਸੀਆਂ ਮਲੀਆਂ ਹੋਈਆਂ ਨੇ। ਦੇਣ ਕੀ ਹੈ ਸਾਡੀ? ਕਦੇ ਕਿਸੇ ਕੰਟਰੀ ਤੇ ਖਿੱਚ ਲਿਆ ਤੀਰ, ਕਦੇ ਕਿਸੇ ਤੇ ਖਿੱਚ ਲਿਆ। ਆਪਣੀ ਜਾਤ ਪਛਾਣਨੀ ਨਹੀਂ ਵੀ ਮੈਂ ਜਿੱਥੇ ਬੈਠਾ ਮੈਂ ਕਰਦਾ ਕੀ ਹੈ, ਮੇਰੀ ਦੇਣ ਕੀ? ਗੁਰੂ ਦੇ ਰਾਹ ਤੇ ਤੁਰੋ, ਉਹਦੇ ਤੇ ਕੰਮ ਕਰੋ। ਜੇ ਇਸ ਥਾਂ ਤੇ ਬੈਠੋ ਕੁਝ ਕਰਕੇ ਤਾਂ ਦਿਖਾਓ। ਸਾਨੂੰ ਤਾਂ ਨਹੀਂ ਕੋਈ ਤਕਲੀਫ ਜੇ ਤੁਸੀਂ ਕਰੋ। ਅਸੀਂ ਤੇ ਕੋਈ ਹੋਰ ਹੀ ਬੈਠੂਗਾ, ਕੋਈ ਬਹਿ ਜਾਵੇ। ਬਹੁਤ ਰਸਾਤਲ, ਬਹੁਤ ਭਟਕਣਾ, ਵਿਖਮ ਕਾਲ ਦੇ ਗੇੜੇ, ਸਮੇਂ ਦੇ ਵੀ ਬੜੇ ਤੋਂ ਬੜੇ ਦੁੱਖ ਆਉਂਦੇ ਨੇ। ਜਿਵੇਂ ਕਿੰਗ ਲੀਅਰ ਸ਼ੇਕਸਪੀਅਰ ਚ ਕਹਿੰਦਾ, ਸ਼ੇਕਸਪੀਅਰ ਦਾ ਜਿਹੜਾ ਕਿੰਗ ਲੀਅਰ ਆ, ਉਹਦੇ ਵਿੱਚੋਂ ਕਹਿੰਦਾ ਆਪਦੀ ਬੇਟੀ ਜਿਹੜੀ ਇੱਕ ਗੋਡੈਸ ਆ, ਰੱਬ ਰੂਪ ਆ, I am bound upon the wheel of fire, though art a soul in bliss। ਅੱਗ ਦਾ ਚੱਕਰ ਆ ਜਿਹੜਾ ਹਰ ਬੰਦੇ ਨੂੰ ਇਹਦੇ ਵਿੱਚ ਦੀ ਲੰਘਣਾ ਪੈਂਦਾ, ਸੇਂਟ ਨੂੰ ਵੀ, ਪਾਪੀ ਨੂੰ ਵੀ। ਪਾਪੀ ਦਾ ਆਪਦਾ ਅਮਲ ਆ, ਸੇਂਟ ਦਾ ਆਪਦਾ। ਸੇਂਟ ਨਰਕ ਨੂੰ ਬ੍ਰਾਈਟਨੈਸ ਚ ਬਦਲ ਦਿੰਦਾ, ਮੌਤ ਨੂੰ ਖੂਬਸੂਰਤੀ ਚ ਬਦਲ ਦਿੰਦਾ, ਮੌਤ ਦੇ ਉੱਤੇ ਰੱਬ ਦਾ ਨੂਰ ਚੜਾ ਦਿੰਦਾ। ਐਵੇਂ ਨਹੀਂ ਤੀਜੇ ਗੁਰੂ ਨੇ ਕਿਹਾ, ਨਾਨਕ ਗੁਰਮੁਖ ਜਮ ਸੇਵ ਕਰੇ ਜਿਨ ਮਨ ਸੱਚਾ। ਇਹ ਤਾਂ ਗੁਰੂ ਦਾ ਨਾ, ਤੀਜੇ ਗੁਰੂ ਦਾ ਬੜਾ ਹੰਸ ਕੀ ਵਾਰ ਦੇ ਵਿੱਚ ਆ, ਚੌਥੇ ਗੁਰੂ ਦੀ ਸ਼ਲੋਕ ਆ ਉਹਨਾਂ ਦਾ। ਪਰ ਲਿਸ਼ਕੇ ਉਹ ਮਰਕਜ਼ ਜਿੱਥੇ ਕਰਦੇ ਅਮਲ ਨਵੇੜੇ, ਉਹ ਥਾਂ ਲਿਸ਼ਕਾ ਮਾਰਦੀ ਆ ਜਿੱਥੇ ਸੱਚਖੰਡ, ਜਿੱਥੇ ਹਰ ਬੰਦੇ ਦਾ ਮੁੱਲ ਪੈ, ਉਹਦੇ ਅਮਲ ਦਾ ਮੁੱਲ, ਜਿਹੇ ਜੀ ਉਹਨੇ ਫਸਲ ਬੀਜੀ ਆ ਉਹ ਜੀ ਉਹਦੇ ਸਾਹਮਣੇ। ਉਹ ਲਿਸ਼ਕਾ ਮਾਰਦਾ, ਪਰ ਉਹਦੇ ਵਿੱਚ ਹਰ ਬੰਦੇ ਨੇ ਆਪਣਾ ਮੁੱਲ ਲੈਣਾ, ਕਿਉਂਕਿ ਰੱਬ ਦੇ ਘਰ 'ਚ ਤੁਹਾਡੀ ਕਮਾਈ ਪਈ ਆ, ਉਹ ਰੁਲਦੀ ਨਹੀਂ। ਜਿਵੇਂ ਫਰੀਦ ਜੀ ਕਹਿੰਦੇ, ਕਬਰ ਦੇ ਵਿੱਚ ਹੱਡੀਆਂ ਵੀ ਗਲ ਜਾਣਗੀਆਂ, ਸਭ ਕੁਝ ਗਲ ਜਾਊ, ਪਰ ਆਦਮੀ ਦਾ ਈਮਾਨ ਸਲਾਮਤ ਆ, ਭਾਵੇਂ ਪਾਪ ਦਾ ਭਾਵੇਂ ਨੇਕੀ ਦਾ। ਕਿਆਮਤ ਦੇ ਰੋਜ਼ ਉਹਨੇ ਆਪਦਾ ਮੁੱਲ ਲੈ ਲਿਆ, ਉਹਨੂੰ ਮਿਲ ਜਾਣਾ। ਕਿਆਮਤ ਦੀ ਰੋਜ਼ ਕਿਹੜਾ? ਰੱਬ ਦੇ ਘਰ ਦੀ ਹਾਜ਼ਰ, ਉਹ ਸਦਾ ਹੀ ਆ। ਉਹ ਇੱਕ ਘੜੀ ਮਿੱਥ ਵੀ ਦਿੱਤੀ, ਪਰ 24 ਘੰਟੇ ਹੀ ਆ। ਅੱਡੋ ਅੱਡ ਧਰਮਾਂ ਦੇ ਅੰਦਾਜ਼ ਹੁੰਦੇ ਨੇ।
ਭਾਵੇਂ ਵੀਡੀਓ ਔਨ ਕਰ ਲਓ। ਕੈਮਰਾ ਚੱਲ ਪਿਆ ਨਹੀਂ? ਚੱਲ ਪਿਆ? ਹਾਂਜੀ ਚੱਲ ਪਿਆ? ਹਾਂਜੀ ਹਾਂਜੀ ਕਰ ਲਓ ਸੈਟ। ਪਹਿਲਾਂ ਕੋਈ ਅਪਡੇਟ ਹੋਇਆ ਇਹਦੇ ਚ? ਇਹ 40 ਮਿੰਟ ਦਿੰਦੀ ਆ ਪਹਿਲਾਂ ਕੋਈ ਨਹੀਂ, ਬਸ ਫਿਰ ਠੀਕ। ਬਾਅਦ ਕਰ ਲਿਓ, ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ। ਠੀਕ ਆ ਰਿਹਾ? ਹਾਂਜੀ ਬਹੁਤ ਵਧੀਆ। ਫਿਰ ਰੱਬ ਦਾ ਪੁੱਤ, ਚਲੋ ਹੂੰ ਬਸ ਅਗਲਾ ਬਹੁਤ ਥੋੜਾ ਜਿਹਾ ਹੀ ਹਿੱਸਾ। ਹੂੰ ਉਸ ਮਰਕਜ਼ ਤੇ ਜਾ ਕੇ ਸਿੰਘੋ ਚਸ਼ਮਾ ਬਿਮਲ ਜਗਾਵੋ। ਕਿਹੜਾ? ਸੱਚਖੰਡ ਦਾ, ਜਿੱਥੇ ਹਰ ਚੀਜ਼ ਹੈ ਜਿਹੜੀ ਉਹਨੂੰ ਇਨਸਾਫ ਮਿਲਣਾ। ਉਹ ਕਿਆਮਤ ਦੀ ਘੜੀ ਹੋਈ ਮੰਨ ਲਓ, ਇਹ ਡੂਮਸ ਡੇ ਜਿਹਨੂੰ ਕਹਿੰਦੇ ਆ, ਹੂੰ ਇਹ ਸਾਰੇ ਧਰਮਾਂ ਦੇ ਵਿੱਚ ਹੀ ਆਉਂਦਾ ਆਪਣੀ ਆਪਣੀ ਤਰ੍ਹਾਂ ਦੇ ਨਾਲ। ਉਹ ਗੁਰੂ ਸਾਹਿਬ ਕਹਿੰਦੇ ਉਸ ਮਰਕਜ਼ ਤੇ ਜਾ ਕੇ ਸਿੰਘੋ ਚਲ ਬਗਾਵੋ। ਇਹ ਨਹੀਂ ਕਿ ਚਾਹੇ ਜਾ ਮਰਕਜ਼ ਆ ਉਹ ਜਿਹਾ ਹੀ ਹੋਵੇ, ਤੁਸੀਂ ਉਹਦੇ ਚ ਹੋਰ ਨੂਰ ਲੈ ਕੇ ਆਉਣਾ, ਉਹਦੇ ਚ ਹੋਰ ਖੂਬਸੂਰਤੀ ਵਧਾਉਣੀ ਹੈ। ਤੁਹਾਨੂੰ ਜਿਹੜਾ ਸਾਜਿਆ ਗਿਆ ਹੈ, ਇਹ ਸੱਚਖੰਡ ਨੂੰ ਨੂਰੋਂ ਨੂਰ ਕਰ ਲਈ ਸਾਜਿਆ ਗਿਆ। ਸੱਚਖੰਡ ਤੁਹਾਡੇ ਨੂਰ ਨੂੰ ਤਰਸਦਾ, ਉਹਦਾ ਨੂਰ ਆ ਜਿਹੜਾ, ਉਹਦੀ ਕੋਈ ਹੱਦ ਨਹੀਂ। ਉਹਦੇ ਵਿੱਚ ਸਮੁੰਦਰ ਚ ਜਿਵੇਂ ਕੋਈ ਚੀਜ਼ ਸਮਾ ਜੂ, ਪਾਣੀ ਸਮੁੰਦਾ, ਦਰਿਆ ਸਮੁੰਦੇ ਨੇ, ਉਹ ਨੂਰ ਤੁਹਾਨੂੰ ਉਡੀਕਦਾ। ਉਹਦੇ ਚ ਇੱਕ ਨਵਾਂ ਆਪਦਾ ਆਇਡੈਂਟੀਟੀ ਦਾ ਚਸ਼ਮਾ ਦਿਖਾਓ, ਆਪਦੀ ਵੱਖਰੀ ਸ਼ਾਨ ਉੱਥੇ ਸਲਾਮਤ ਕਰੋ। ਉਸ ਮਰਕਜ਼ ਤੇ ਜਾ ਕੇ ਸਿੰਘੋ ਚਸ਼ਮਾ ਬਿਮਲ ਜਗਾਵੋ ਬਗਾਵੋ। ਸੁਨ ਜੀਵ ਪੁਸ਼ਤਾਂ ਦੀ ਉੱਤੇ ਹੂੰ ਅੰਮ੍ਰਿਤ ਬੂੰਦ ਸੁਹਾਵੋ। ਸਾਰੀ ਮਨੁੱਖਤਾ ਦੀ ਜੀਵ ਪੱਥਰ ਬਣੀ ਹੋਈ ਆ, ਸਦੀਆਂ ਤੋਂ ਲੈ ਕੇ ਪਾਪ ਕਰ ਕਰਕੇ। ਉਹਦੇ ਉੱਤੇ ਅੰਮ੍ਰਿਤ ਦਾ ਰਸ ਛੁਹਾਓ, ਉਸ ਜ਼ੁਬਾਨ ਨੂੰ ਅੰਮ੍ਰਿਤ ਰੂਪ ਬਣਾ ਦੋ ਕਿ ਅੰਮ੍ਰਿਤ ਵਰਤਾਵੇ, ਬੋਲਣ ਚ ਵੀ, ਚੁੱਪ ਰਹਿ ਕੇ ਵੀ, ਕਾਰਜ ਚ ਵੀ, ਰਿਸ਼ਤਿਆਂ ਚ ਵੀ। ਕਿ ਜ਼ੁਬਾਨ ਆ ਜਿਹੜੀ ਰੱਬ ਦੇ ਘਰ ਦੀ ਜ਼ੁਬਾਨ ਹੋ। ਜਦੋਂ ਰੱਬ ਦੇ ਘਰ ਦੀ ਜ਼ੁਬਾਨ ਹੋਗੀ, ਸਰੀਰ ਵੀ ਰੱਬ ਦੇ ਘਰ ਦਾ ਹੋ। ਉਹ ਕਹਿੰਦੇ ਦੁਨੀਆ ਦੀ ਜ਼ੁਬਾਨ ਅੰਮ੍ਰਿਤ ਤੋਂ ਬਿਨਾਂ ਬਿਲਕੁਲ ਕੁੜੱਤਣ ਨਾਲ ਭਰੀ ਹੋਈ ਆ, ਪੱਥਰ ਬਣੀ ਹੋਈ। ਵਰਲਡ ਦੀ ਜ਼ੁਬਾਨ ਨੂੰ ਅੰਮ੍ਰਿਤ ਚਾਹੀਦਾ, ਸਾਰੀ ਵਰਲਡ ਦੀ ਜ਼ੁਬਾਨ। ਵੀ ਇਹ ਜਿਹੜਾ ਅੰਮ੍ਰਿਤ ਆ, ਇਹਦੂ ਬਾਹਰ ਨਹੀਂ ਜਾਣਾ, ਇਸ ਅਮਲ ਦੇ ਵਿੱਚ ਹੀ ਰਹਿਣਾ। ਜੇ ਬਾਹਰ ਜਾਓਗੇ ਉਹ ਦੁਨੀਆਦਾਰੀ ਹੈ, ਉਹ ਬੇਮੁਖਤਾ। ਸੁਨ ਜੀ ਪੁਸ਼ਤਾਂ ਦੀ ਉੱਤੇ ਅੰਮ੍ਰਿਤ ਬੂੰਦ ਛੁਹਾਵੋ। ਉਸ ਮਰਕਜ਼ ਤੇ ਜਾ ਕੇ ਸਿੰਘੋ ਚਸ਼ਮਾ ਬਿਮਲ ਬਗਾਵੋ। ਸੁਨ ਜੀਵ ਪੁਸ਼ਤਾਂ ਦੀ ਉੱਤੇ ਅੰਮ੍ਰਿਤ ਬੂੰਦ ਛੁਹਾਵੋ। ਸਭ ਅਮਤੋਜ ਮੰਡਲਾਂ ਤੀਕਾ। ਅਮਤੋਜ ਕੀ? ਜਿਹੜੀ ਅਨਲਿਮਟਿਡ ਗਿਆਨ, ਅਨਲਿਮਟਿਡ ਰੋਸ਼ਨੀ ਹੈ, ਜਿਹੜੀ ਬ੍ਰਾਈਟਨੈਸ ਗਿਆਨ ਦੀ। ਸਭ ਅਮਤੋਜ ਮੰਡਲਾਂ ਤੀਕ, ਜਿੰਨੇ ਵੀ ਅਨਲਿਮਟਿਡ ਕਿਸਮ ਦੇ ਬ੍ਰਹਿਮੰਡ ਵਿੱਚ ਮੰਡਲ ਨੇ, ਖੇਤਰ ਨੇ ਅੱਡ ਅੱਡ ਕਿਸਮ ਦੇ, ਉਹਨਾਂ ਦੇ ਵਿੱਚ ਸਭ ਅਮਤੋਜ ਮੰਡਲਾਂ ਤੀਕ ਬਗੇ ਬਗੇ ਇਹ ਚਸ਼ਮਾ। ਇਹ ਕੱਲਾ ਇੱਕ ਥਾਂ ਤੇ ਨਹੀਂ, ਸੱਚਖੰਡ ਇੱਕ ਟਿਕਾਣਾ, ਪਰ ਉਹਦੀ ਥਾਂ ਇੱਕ ਨਹੀਂ। ਸਾਰਾ ਬ੍ਰਹਿਮੰਡ ਉਹਦਾ ਜਿਵੇਂ ਲੰਗਰ ਵਰਤਦਾ, ਇਹ ਧਰਤੀ ਤੇ ਵਰਤਦਾ, ਜਿੱਥੇ ਕਿਤੇ ਹੋਰ ਪ੍ਰੇਅਰ ਉੱਥੇ ਵੀ ਵਰਤੂਗਾ। ਇਹ ਨਹੀਂ ਕਿ ਇੱਥੇ ਹੀ ਲਿਮਟਿਡ ਆ, ਇਹ ਜਾਂਦੇ ਨੇ ਨਾ ਇੱਕਦਮ। ਕਈ ਵਾਰੀ ਅਸੀਂ ਕਹਿੰਦੇ ਨੇ ਜੀ ਧਰਮ ਫਲਾਉਣਾ ਕੰਸੈਪਚੁਅਲ ਆਏ ਆ, ਸਾਇੰਸ ਨਹੀਂ ਮੰਨਦੀ। ਫਿਰ ਸਾਇੰਸ ਚਲਾ ਲਵੇ, ਇਹ ਜੇ ਲੰਗਰ ਵਾਲੀਆਂ ਪਾਰਟੀਆਂ ਕਿਉਂ ਨਹੀਂ ਪੈਦਾ ਕਰਦੀ? ਕਰਕੇ ਦਿਖਾ ਦੇਵੇ ਇੱਕ ਸਪੌਂਟੇਨੀਅਸ ਰਿਸਪਾਂਸ, ਕਿ ਬੰਦੇ ਨੂੰ ਆਪਦੀ ਇੰਨੀ ਮਿਹਨਤ ਜੋ ਪੈਸਾ ਖਰਚ ਕੇ ਆਰਾਮ ਆਵੇ। ਜੇ ਆਰਾਮ ਆਉਂਦਾ ਤਾਂ ਹੀ ਜਾਂਦੇ ਨੇ, ਇੰਨੇ ਦੁੱਖਾਂ ਦੇ ਵਿੱਚ ਦੀ ਲੰਘ ਕੇ ਜਾਂਦੇ ਨੇ। ਇਸ ਕਰਕੇ ਤੁਹਾਡੀ ਤਿਆਰੀ ਨਹੀਂ ਸੀ, ਨਾ ਬਾਅਦ ਵਿੱਚ ਸੀ। ਸ਼ਬਦ ਆਤਮਾ ਤੱਕ ਉਹਨਾਂ ਦੀ ਤੱਕ ਪਹੁੰਚਾਓ। ਉਹ ਹਰਮੰਦਰ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ, ਸਭ ਤੋਂ ਪਹਿਲਾਂ ਕਿ ਸਾਨੂੰ ਛੇਤੀ ਦਿਖਾਓ।
ਅਸੀਂ ਸਰੋਵਰ ਦੇਖਣਾ, ਸਰੋਵਰ ਗੁਰੂ ਨਾਨਕ ਚ ਵੀ ਹੁੰਦਾ, ਬਣਾਇਆ ਤਾਂ ਚੌਥੇ ਨੇ ਆ, ਪੰਜਵੇਂ ਨੇ ਆ, ਦੇਖੇ ਜਾਓ ਸਾਰੀਆਂ ਚੀਜ਼ਾਂ। ਉਹ ਇਹ ਚੀਜ਼ਾਂ ਜਦੋਂ ਲੈ ਆਉਂਗੇ ਫਿਰ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ, ਆਪਣੇ ਆਪ ਹੀ ਫਸਲ ਉਗਾਣੀ ਹੈ। ਜੱਟ ਕਦੇ ਕਹਿੰਦਾ ਮੈਂ ਇੰਨੀ ਫਸਲ ਕੱਢੂੰਗਾ, ਐ ਕਰ ਦੂੰਗਾ, ਉਹ ਤਾਂ ਰੱਬ ਲਾਉਂਦਾ, ਫਸਲ ਹੋ ਜਾਂਦੀ ਹੈ, ਮਿਹਨਤ ਹੁੰਦੀ ਹੈ। ਉਹ ਮਿਹਨਤ ਕਰੋ ਸਾਰੇ, ਜਦੋਂ ਮਿਹਨਤ ਕਰੋਗੇ ਰੌਲਾ ਨਹੀਂ ਪਾਉਂਦੇ, ਫਿਰ ਆ ਚੀਕਾਂ ਨਹੀਂ ਮਾਰੋਗੇ ਜਿਹੜੀਆਂ ਥ੍ਰੈਟਸ ਨੇ ਲੋਕਾਂ ਨੂੰ ਬਾਰ-ਬਾਰ ਜਿਵੇਂ ਦਬ ਕੇ ਮਾਰੀਦੇ ਨੇ। ਨਾਲੇ ਤੁਹਾਡੇ ਭਰਾ ਨੇ ਉਹ ਜਦੋਂ ਸਾਡੇ ਕੋਲੇ ਉਹ ਰੱਬ ਦੇ ਘਰ ਦੀ ਉਹਨਾਂ ਨੂੰ ਚੀਜ਼ ਵੱਡੀ ਦੇਣ ਲਈ ਹੋਈ ਨਹੀਂ ਹੈਗੀ, ਫਿਰ ਸਾਡਾ ਕੀ ਹੱਕ? ਫਿਰ ਉਹ ਜਿਹੇ ਜਿਹੇ ਬੈਠੇ ਨੇ ਕਰੀ ਜਾਣ ਤੇ ਉਹਨਾਂ ਨੂੰ। ਸਭ ਅਮਤੋਜ ਮੰਡਲਾਂ ਤੀਕਨ ਬਗੇ ਬਗੇ ਚਸ਼ਮਾ, ਜਿੰਨੇ ਵੀ ਪਲੈਨਟ ਨੇ ਜਾਂ ਜਿੰਨੇ ਵੀ ਬ੍ਰਹਿਮੰਡ ਦੇ ਵਿੱਚ ਖੇਤਰ ਨੇ, ਉਹ ਸਾਰਿਆਂ ਤੱਕ ਹੀ ਇਹ ਅੰਮ੍ਰਿਤ ਜਾਵੇ। ਇਹ ਇਕੱਲਾ ਇਸ ਧਰਤੀ ਤੱਕ ਨਿਸ਼ਚਿਤ ਨਹੀਂ, ਇਹਦੀ ਜਿਹੜੀ ਸ਼ਬਦ ਦਾ ਪ੍ਰਕਾਸ਼ ਤੇ ਪਹੁੰਚ ਤੇ ਫਲਾਈਟ ਆ, ਉਹਦੇ ਤੱਕ ਤੁਹਾਡਾ ਗਿਆਨ ਜਾਂਦਾ ਹੋਵੇ। ਇਹਨੂੰ ਨੇੜੇ ਜੇ ਨਿਸ਼ਚਿਤ ਕਰਕੇ ਆਪਦੇ ਅਰਥਾਂ ਚ ਲੈਂਦੇ, ਕਿਉਂਕਿ ਇਹਦੇ ਅਰਥ ਰੱਬ ਦੇ ਘਰ ਦੇ ਅਰਥ, ਇਹ ਰੱਬ ਦੇ ਘਰੋਂ ਆਈ ਹੋਈ ਚੀਜ਼ ਆ। ਤੁਹਾਡੇ ਨਾਲ ਹੀ ਮੈਂ ਅੰਮ੍ਰਿਤ ਛਕ ਰਿਹਾ। ਜੇ ਮੈਨੂੰ ਰੱਬ ਨੇ ਜਿਹੜੇ ਰੂਪ ਚ ਭੇਜਿਆ ਉਹਦੇ ਹੁਕਮ ਚ ਹੀ ਆਇਆ, ਹੁਕਮ ਚ ਹੀ ਇਹ ਅੰਮ੍ਰਿਤ ਆਇਆ। ਤੁਹਾਡੇ ਨਾਲ ਹੀ ਮੈਂ ਅੰਮ੍ਰਿਤ ਛਕ ਰਿਹਾ। ਪਹਿਲਾਂ ਤਾਂ ਨਹੀਂ ਕਿਸੇ ਗੁਰੂ ਨੇ ਛਕਿਆ, ਸੰਗਤ ਨਾਲ ਹੀ ਛਕਿਆ ਨਾ, ਕਿਉਂਕਿ ਅੰਮ੍ਰਿਤ ਵਿਜ਼ੀਬਲ ਰੂਪ ਚ ਕਦੋਂ ਆਇਆ? ਜੇ 10ਵੇਂ ਗੁਰੂ ਨੇ ਛਕਿਆ, ਪਹਿਲੇ ਨੇ ਵੀ ਛਕ ਲਿਆ, ਸਾਰਿਆਂ ਨੇ ਛਕਦੇ। ਉਹ ਤਾਂ ਇੱਕੋ ਹੀ ਰੂਪ ਨੇ, ਉਹ ਤਾਂ ਸਰੀਰ 10 ਚਾਹੀਦੇ ਸੀਗੇ, ਕਿਉਂਕਿ ਇੱਕ ਨਾ ਸਰਦਾ ਨਹੀਂ ਸੀ, ਐਡਾ ਜ਼ਹੂਰ ਨਹੀਂ ਸੀ ਹੋ ਸਕਦਾ, ਇਹਨੇ ਰੂਪ ਨਹੀਂ ਸੀ ਆ ਸਕਦੇ। ਪਰ ਗੁਰੂ ਪਿੱਛੇ ਇੱਕ ਤਾਂ ਹੀ ਗੁਰੂ ਨਾਨਕ ਦਾ ਨਾਮ ਹੁੰਦਾ, ਸਤਿਗੁਰੂ ਨਾਨਕ। ਉਹਦੇ ਬਹਿਣ ਹੁਣੇ ਦਰ ਸੰਗਤ, ਅਮਰ ਕੁੰਡ ਵਿੱਚ ਬਸਣਾ। ਜਿਹੜਾ ਸਾਰੇ ਪਲੈਨਟਾਂ ਦੇ ਵਿੱਚ ਤੁਸੀਂ ਚਸ਼ਮਾ ਬਗਾਉਣਾ, ਉਹ ਅਸੀਂ ਅੰਮ੍ਰਿਤ ਜਦੋਂ ਛਕਣਾ, ਜਿਹੜੇ ਪਿਆਲੇ ਦੇ ਵਿੱਚ ਨਿਸ਼ਚਿਤ ਅੰਮ੍ਰਿਤ ਛਕਣਾ, ਉਹਦੇ ਵਿੱਚ ਆ ਜਾ। ਕਿਉਂਕਿ ਉਹਦਾ ਨਿੱਕੇ ਵੱਡੇ ਕਾਰਜ ਨਹੀਂ, ਉਹ ਅੰਮ੍ਰਿਤ ਆ। ਉਹਨੂੰ ਛੋਟੇ ਰੂਪ ਚ ਵਰਤਾ ਦੋ, ਬਰਕਤ ਉਹਦੀ ਨਾ ਘਟੇ, ਉਹ ਹੀ ਬਰਕਤ ਆ। ਉਹ ਕਾਰਜ ਨਹੀਂ ਆਉਂਦੀ, ਉਹ ਸ਼ਕਤੀ ਚ ਆਉਂਦੀ ਹੈ। ਜਿੱਥੇ ਅੰਮ੍ਰਿਤ ਆ, ਇੱਕ ਬੂੰਦ ਆ, ਉਹਦੇ ਚ ਉਨੀ ਹੋਈ ਸ਼ਕਤੀ ਹੈ। ਭਾਵੇਂ ਅੰਮ੍ਰਿਤ ਦਾ ਕੁੰਡ ਆ, ਉਨੀ ਹੋਈ ਸ਼ਕਤੀ ਹੈ ਉਹਦੇ ਚ, ਇੱਕੋ ਚੀਜ਼। ਕਿਉਂਕਿ ਇਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਇਹਨੂੰ ਵੰਡਿਆ ਨਹੀਂ ਜਾ ਸਕਦਾ। ਇਹ ਨਿੱਕੀ ਥਾਂ ਤੇ ਵੀ ਸਾਬਤ ਆ, ਵੱਡੀ ਚ ਵੀ ਸਾਬਤ ਆ। ਉਹਦੇ ਬਹਿਣ ਹੁਣੇ ਦਰ ਸੰਗਤ, ਅਮਰ ਕੁੰਡ ਵਿੱਚ ਬਸਣਾ। ਜਿਹੜਾ ਪਿਆਲੇ ਦੇ ਵਿੱਚ, ਵੱਡੇ ਦੇ ਵਿੱਚ, ਕੀ ਉਹਨੂੰ ਬਾਉਲ ਕਹਿੰਦੇ ਆ ਨਾ, ਜਿਹਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ, ਉਹਨੇ ਇਹਦੇ ਵਿੱਚ ਆਉਣਾ, ਹੋ ਸਾਹਮਣੇ ਦਰ ਸੰਗਤ ਦੇ ਵਿੱਚ। ਅਮਰ ਕੁੰਡ ਵਿੱਚ ਬਸਣਾ, ਖੰਡੇ ਧਾਰ ਨਾਲ ਜੋ ਖੇਡੇ, ਸਭਨਾ ਅੰਮ੍ਰਿਤ ਪੀਣਾ। ਸਭ ਅਮਤੋਜ ਮੰਡਲਾਂ ਤੀਕਨ ਬਗੇ ਬਗੇ ਇਹ ਚਸ਼ਮਾ, ਉਹਦੇ ਬਹਿਣ ਹੁਣੇ ਦਰ ਸੰਗਤ, ਅਮਰ ਕੁੰਡ ਵਿੱਚ ਬਸਣਾ। ਉਹ ਜਿਹੜਾ ਬ੍ਰਹਿਮੰਡਾਂ ਚ ਵਗਦਾ, ਹੁਣੇ ਜਦੋਂ ਅੰਮ੍ਰਿਤ ਛਕਣਾ, ਇਹ ਕੁੰਡ ਦੇ ਵਿੱਚ ਆ ਜਾਂਦਾ। ਉਧਰ ਵੀ ਦੇਖ ਲਓ, ਇੱਥੇ ਦੇਖ ਲਓ, ਛੋਟੇ ਕਾਰ ਦੇ ਵਿੱਚ ਬ੍ਰਹਿਮੰਡਾਂ ਦਾ ਸਾਰਾ ਉਹਦਾ ਅੰਮ੍ਰਿਤ ਦਾ ਜਿਹੜਾ ਰੂਪ, ਉਹ ਇੱਥੇ ਸਾਡੇ ਕੋਲ ਆ ਰਿਹਾ। ਖੰਡੇ ਧਾਰ ਨਾਲ ਜੋ ਖੇਡੇ, ਜਿਹੜੀ ਇਹ ਖੇਡ ਆ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ, ਇਹਦੇ ਤੇ ਤੁਸੀਂ ਹੀਸਸ ਲਿਖ ਸਕਦੇ ਹੋ, ਆਰਟੀਕਲ ਲਿਖ ਸਕਦੇ ਹੋ, ਅਨੇਕਾਂ ਤਰ੍ਹਾਂ ਦੀ ਖੋਜ ਕਰ ਸਕਦੇ ਹੋ। ਇਹ ਖੇਡ ਕਿਸ ਕਿਸਮ ਦੀ? ਜਦੋਂ ਅੰਮ੍ਰਿਤ ਤਿਆਰ ਹੁੰਦਾ, ਇਹ ਇਲਾਹੀ ਖੇਡ ਆ, ਰੱਬ ਦੇ ਨੂਰ ਦੀ ਖੇਡ ਆ। ਇਹਨੂੰ ਕਿਸੇ ਇੱਕ ਹਿੱਸੇ ਚ ਹੈ, ਇੱਕ ਨਿਗਾਹ ਨਾਲ ਦੇਖਿਆ ਨਹੀਂ ਜਾ ਸਕਦਾ, ਇੱਕ ਲਿਖਤ ਚ ਲਿਖਿਆ ਨਹੀਂ ਜਾ ਸਕਦਾ। ਇਹ ਇਹੋ ਜਿਹੀ ਖੇਡ ਆ। ਖੇਡ ਕਹਿਤੀ, ਪਰ ਰੱਬ ਦੇ ਘਰ ਦੀ ਖੇਡ ਨੂੰ ਦੁਨੀਆ ਦੀ ਖੇਡ ਨਾਲ ਵੀ ਨਹੀਂ ਰਲਾਇਆ ਜਾ ਸਕਦਾ। ਇਹ ਸ਼ਬਦ ਦੀ ਖੇਡ, ਇਹ ਇਲਾਹੀ ਘਰ ਦੀ ਖੇਡ ਆ।
ਖੰਡੇ ਧਾਰ ਨਾਲ ਜੋ ਖੇਡੇ, ਸਮਰਾ ਸਭਨਾ ਅੰਮ੍ਰਿਤ ਪੀਣਾ। ਹਰ ਬੰਦੇ ਨੇ ਇਸ ਅੰਮ੍ਰਿਤ ਨੂੰ ਪੀਣਾ, ਹਰ ਆਦਮੀ ਨੇ ਸਭਨਾ ਅੰਮ੍ਰਿਤ ਪੀਣਾ। ਗੁਰ ਅਮਲ ਦੇ ਜਿਹਦੇ ਰਿਸ਼ਤਿਆਂ, ਬ੍ਰਹਮੰਡਾਂ ਤੱਕ ਜੀਣਾ। ਗੁਰੂ ਦੇ ਅਮਲ ਤੱਕ ਜਿਹੜੇ ਤੁਸੀਂ ਰਿਸ਼ਤੇ ਪਾਲਦੇ ਹੋ, ਇਹ ਧਰਤੀ ਤੇ ਨਹੀਂ, ਬ੍ਰਹਮੰਡਾਂ ਤੱਕ ਵੀ ਇਹਨਾਂ ਦੀ ਜੜ ਲੱਗੀ ਹੋਈ ਆ। ਜੇ ਇੱਥੇ ਪਾਲਦੇ ਹੋ, ਕਿਤੇ ਹੋਰ ਵੀ ਪਲ ਹੈ। ਸਾਰੇ ਬ੍ਰਹਮੰਡ ਦੇ ਵਿੱਚ ਇਹਦਾ ਨਿਵਾਸ, ਜਿੱਥੇ ਤੱਕ ਆਰਤੀ ਜਾਂਦੀ ਆ, ਜਿੱਥੇ ਤੱਕ ਸਾਡੀ ਪਹੁੰਚ ਵੀ ਨਹੀਂ, ਸਾਡੀ ਪਹੁੰਚ ਮੁੱਕ ਸਕਦੀ ਹੈ। ਅਸੀਂ ਇੱਕ ਖਾਸ ਥਾਂ ਤੇ ਮਿਲ ਸਕਦੇ ਹਾਂ, ਖੜ ਸਕਦੇ ਹਾਂ, ਪਰ ਇਹਦਾ ਕੋਈ ਹੱਦ ਬਹਿਣਾ ਨਹੀਂ। ਇੱਕ ਸਾਬਤ ਪ੍ਰੇਅਰ, ਜਿੱਥੇ ਵੀ ਕੋਈ ਪ੍ਰੇਅਰ ਹੋਊਗੀ, ਇਹ ਪ੍ਰੇਅਰ ਉਹਦੇ ਨਾਲ ਹੋਊਗੀ। ਇਹ ਖੁਦ ਵੀ ਹੋ ਸਕਦੀ ਹੈ, ਇਹ ਉਹਦੇ ਨਾਲ ਵੀ ਹੋ ਸਕਦੀ ਹੈ। ਇਹ ਸਾਬਤ ਪ੍ਰੇਅਰ, ਸਾਬਤ ਪ੍ਰੇਅਰ ਹੈ ਜਿਹੜੀ ਰੱਬ ਦੇ ਘਰ ਦੀ ਆ। ਹਰ ਬ੍ਰਹਮੰਡ ਨੂੰ ਉਹਦੀ ਲੋੜ ਆ, ਹਰ ਪਲੈਨਟ ਨੂੰ ਲੋੜ ਆ, ਮੈਂ ਨੂੰ ਲੋੜ ਆ। ਸੋ ਇਹ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੋਈ ਹੈ, ਕਈ ਵਾਰੀ ਬਹੁਤ ਜੋਸ਼ ਦੇ ਵਿੱਚ ਅਸੀਂ ਬੋਲਦੇ ਆ, ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ। ਸਾਰੀਆਂ ਜਥੇਬੰਦੀਆਂ ਨੂੰ ਮੈਂ ਬਹੁਤ ਪਿਆਰ ਕਰਦਾ। ਕਈ ਵਾਰੀ ਜਦੋਂ ਕੰਮ ਕਰਦੇ ਹੋ, ਤੁਹਾਡੇ ਕੰਮ ਦੇ ਵਿੱਚ ਕੋਈ ਵਿਘਨ ਪੈਂਦਾ, ਕਿਉਂਕਿ ਉਹ ਕੰਮ ਰੱਬ ਦੇ ਘਰ ਦਾ, ਮੇਰਾ ਨਹੀਂ ਹੈਗਾ। ਮੈਂ ਤਾਂ ਬੁੱਢਾ ਬੰਦਾ, ਨਾ ਮੈਂ ਤੁਹਾਤੋਂ ਕੁਛ ਮੰਗਦਾ, ਨਾ ਮੈਂ ਤੁਹਾਡੇ ਕਦੇ ਕਿਸੇ ਕੰਮ 'ਚ ਕੋਈ ਰੁਕਾਵਟ ਪਾਈ ਆ। ਤੁਸੀਂ ਇਹ ਸਾਰੀਆਂ ਗੱਲਾਂ ਵਿਚਾਰਨੀਆਂ ਨੇ ਜ਼ਰੂਰ। ਮੇਰੀ ਬਹੁਤ ਹੱਥ ਬੰਨ ਕੇ ਹਰੇਕ ਨੂੰ ਬੇਨਤੀ ਆ, ਕੋਈ ਮੇਰੇ ਨਾਲ ਗਿਲਾ ਨਾ ਕਰੇ, ਕੋਈ ਮੇਰਾ ਕਿਸੇ ਨਾਲ ਵਿਰੋਧ ਨਹੀਂ, ਬੈਰ ਨਹੀਂ। ਤੁਸੀਂ ਇਹ YouTube ਆ ਜਿਹੜੀ ਹਰ ਬੰਦੇ ਤੱਕ ਪਹੁੰਚਾਉਣੀ ਹੈ, ਹਰ ਬੰਦਾ ਇਹਨੂੰ ਸੁਣੇ। ਗੁਰਦੁਆਰਿਆਂ ਦੇ ਵਿੱਚ, ਪ੍ਰਧਾਨਾਂ ਦੇ ਕੋਲੇ, ਜਾਂ ਜਿੰਨੀਆਂ ਵੀ ਦੁਨੀਆ 'ਚ ਜਥੇਬੰਦੀਆਂ ਨੇ, ਸਿੱਖ ਪੰਚਾਇਤ ਆ, ਜਿੰਨੇ ਵੀ ਚੈਨਲ ਨੇ, ਇੰਟਲੈਕਚੁਅਲ ਬੰਦੇ ਨੇ, ਜਾਂ ਸਿੱਖ ਨੇ, ਮਾਮਾ ਨੇ, ਧੀਆਂ ਨੇ, ਭੈਣਾਂ ਨੇ, ਮੇਰੀ ਬੇਨਤੀ ਹੈ ਤੁਹਾਨੂੰ ਹੱਥ ਬੰਨ ਕੇ, ਸਾਰਿਆਂ ਨੂੰ ਹੱਥ ਬੰਨ ਕੇ ਸੱਚੇ ਦਿਲੋਂ ਹਰ ਬੰਦਾ ਇਹ YouTube ਨੂੰ ਸੁਣੇ, ਅੱਗੇ ਕੰਮ ਕਰੇ, ਇਹਨੂੰ ਭੁਲਾ ਕੇ ਕਿ ਅਸੀਂ ਤਾਂ ਜੀ ਇਹਨੂੰ ਅੱਗੇ ਬਹੁਤ ਕਰਨ ਵਾਲਾ, ਇਹ ਚਲੋ ਇੰਨਾ ਕੁ ਹੋ ਗਿਆ, ਸਾਨੂੰ ਇੱਥੋਂ ਕੋਈ ਰਾਹ ਮਿਲਿਆ, ਪਰ ਅੱਗੇ ਤੋਂ ਅੱਗੇ ਅਸੀਂ ਇਹਨੂੰ ਕਰਾਂਗੇ। ਜਿੰਨਾ ਕੁ ਮੇਰਾ ਕੰਮ ਕੀਤਾ, ਉਹ ਕੰਮ ਨੂੰ ਅੱਗੇ ਵਧਾਓ, ਉਹਨੂੰ ਸਾਂਝਾ ਕਰੋ। ਸਿਰਫ ਇੱਕ ਬੰਦਾ, ਇੱਕ ਤੇ ਚੰਡੀਗੜ੍ਹ ਤੋਂ ਮੁੰਡਾ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, PhD ਕਰਦੇ ਨੇ, ਉਹਨਾਂ ਨੇ ਵੀ ਲਿਖਿਆ ਸੀ ਕਮੈਂਟ ਬੜਾ ਵਧੀਆ। ਇੱਕ ਕੋਈ ਕਲਕੱਤੇ ਤੋਂ ਓਂਕਾਰ ਸਿੰਘ ਨੇ, ਉਹਨਾਂ ਨੇ ਵੀ ਲਿਖਿਆ ਸੀ। ਮੈਂ ਉਹਨਾਂ ਨੂੰ ਮੈਸੇਜ ਵੀ ਪਾਇਆ, ਜਾਂ ਤਾਂ ਉਹ ਜੱਕ ਗਏ ਵੀ ਚਲੋ ਇਹ ਰਿੰਦਰ ਨੂੰ ਇੰਨਾ ਜਾਣਦਾ ਵੀ ਇਹਨੂੰ ਪਤਾ, ਪਰ ਨਹੀਂ, ਮੈਨੂੰ ਉਹਨਾਂ ਦੀ ਲੋੜ ਆ। ਮੈਂ ਉਹਨਾਂ ਨੂੰ ਠੀਕ ਲਿਖਿਆ ਸੀ ਵੀ ਤੁਸੀਂ ਇਹ ਜਿਹੜਾ ਪੜ੍ਹਿਆ ਇਹਨੂੰ ਅੱਗੇ ਲਿਆਓ, ਲੋਕਾਂ ਵਿੱਚ ਲਿਆਓ, ਸਾਡੀ ਮਦਦ ਕਰੋ, ਉੱਥੇ ਹੋਰ ਕੰਮ ਕਰੋ, ਜਿੰਨਾ ਹੋ ਗਿਆ ਹੋਰ ਕਰੋ। ਜੇ ਤੁਹਾਡੇ ਨਾਲ ਕੋਈ ਧੱਕਾ ਕਰਦਾ ਹੈ, ਉੱਥੇ ਲਿਖੋ। ਆ ਜੱਜਾਂ ਤੇ ਲਿਖਿਆ ਮੈਂ, ਜਿਹੜੇ ਧੱਕਾ ਕਰਦੇ ਨੇ ਆਪਦਾ ਨਾਂ ਕੱਢ ਕੇ ਦਿਖਾ ਦੇਣ, ਉੱਥੋਂ ਜ਼ੋਰ ਲਾ ਲੈਣ, ਉੱਥੇ ਉਵੇਂ ਹੀ ਜਾਊਗਾ। ਜਿਹੜਾ ਹੋਰ ਧੱਕਾ ਕਰਦਾ ਉਹਨੂੰ ਵੀ ਉੱਥੇ ਲੈ ਜਾਓ, ਵੀ ਇਹਨੂੰ ਵੀ ਸ਼ਾਮਿਲ ਕਰ ਲਓ ਜੀ। ਹੁਣ ਤਾਂ ਸ਼ਾਮਿਲ ਹੀ ਕਰ ਲੈਣਾ, ਚਾਹੇ ਕੋਈ ਪੁਲਿਸ ਦਾ ਅਫਸਰ ਆ, ਉੱਥੇ ਨਾਂ ਪਾ ਦਿਓ ਬਸ। ਜੇ ਉੱਥੇ ਨਾਂ ਚਲਿਆ ਗਿਆ, ਸਵਾਲ ਹੀ ਨਹੀਂ ਨਿਕਲ ਜਵੇ, ਜ਼ੋਰ ਲਾ ਲਵੇ, ਉਹ ਸਦੀਆਂ ਤੱਕ ਜ਼ੋਰ ਲਾ ਲਵੇ। ਜੇ ਗੁਨਾਹ ਕੀਤਾ, ਗੁਨਾਹਗਾਰ ਹੀ ਰਹੂਗਾ। ਇਹ ਕੰਮ ਤੁਸੀਂ ਕਿਉਂ ਨਹੀਂ ਕਰਦੇ? ਇਹ ਜਸਪਾਲ ਸਿੰਘ ਕਿਉਂ ਨਹੀਂ ਕਰਦਾ? ਮੈਂ ਤਾਂ ਉੱਥੇ ਲਿਖਿਆ, ਪੜ੍ਹ ਕੇ ਦੇਖ ਲਓ। ਤੇ ਮੈਂ ਇਹਨੂੰ ਕਿਹਾ, ਮੈਨੂੰ ਕਹਿੰਦਾ ਤਾਂ ਲਿਟਰੇਚਰ ਹੈ। ਲਿਟਰੇਚਰ ਕਹਿ ਕੇ ਤਾਂ ਮੈਨੂੰ ਗਾਲ ਕੱਢਣ ਤੋਂ ਵੀ ਮਾੜੀ ਗੱਲ ਹੈ। ਫਿਰ ਗੁਰੂ ਗ੍ਰੰਥ ਸਾਹਿਬ ਵੀ, ਇਹ ਤਾਂ ਲਿਟਰੇਚਰ 'ਚ ਤਾਂ ਬਾਣੀ ਵੀ ਆਉਂਦੀ ਹੈ, ਸਾਰਾ ਕੁਛ ਹੀ ਹੁੰਦਾ। ਆਪਦੀ ਮਰਜ਼ੀ ਨਾਲ ਹੀ ਮੈਰਿਟ ਬਣਾਈ ਹੋਈ ਆ। ਮੈਂ ਵੀ ਦੇਖਦਾ ਵਕੀਲਾਂ ਨੂੰ, ਵਰਲਡ ਦੇ ਵਿੱਚ ਬੇਲਾ ਕੋਇਲਾ, ਉਹ ਕਹਿੰਦਾ ਸਾਰੀ ਵਰਲਡ ਦੀਆਂ ਅਦਾਲਤਾਂ ਸਾਂਝੀਆਂ ਕਰ ਦੋ। ਜਦੋਂ ਉੱਥੇ ਇਹਨਾਂ ਜੱਜਾਂ ਨੂੰ ਲਿਜਾਓਗੇ, ਉਹ ਦੂਜੀਆਂ ਅਦਾਲਤਾਂ ਤੱਕ ਲਿਜਾਣਗੇ, ਪਾਰਲੀਮੈਂਟਾਂ ਤੱਕ ਲਿਜਾਣਗੇ, ਵੀ ਦੇਖੋ ਅਸੀਂ ਤਾਂ ਸਮਝਦੇ ਸਾਡੀਆਂ ਸੱਚੀਆਂ ਅਦਾਲਤਾਂ 'ਚ ਨੁਕਸ ਨੇ, ਇੱਥੇ ਅਦਾਲਤਾਂ ਜ਼ੁਲਮ ਕਰ ਲਈਓ ਬਣੀਆਂ ਹੋਈਆਂ। ਜਦੋਂ ਉੱਥੇ ਪਹੁੰਚਾਓਗੇ ਫਿਰ ਭੱਜਣਗੇ। ਕਿਹੜਾ ਨਹੀਂ ਭੱਜਦਾ? ਇਹਦੇ ਪੁੱਤ ਪੋਤੇ ਚਾਹੁੰਦੇ ਨੇ ਗਾਂ ਆਉਣ ਵਾਲੀਆਂ ਨਸਲਾਂ 'ਚ ਵੀ ਸਾਡਾ ਪਿਓ ਸਾਨੂੰ ਕਲੰਕਿਤ ਕਰਕੇ ਜਾਵੇ। ਇਹ ਕੰਮ ਕਰੋ ਤੇ ਸਹੀ, ਉੱਥੇ ਪਹੁੰਚਾਓ ਤੇ ਸਹੀ। ਜੇ ਤੁਹਾਨੂੰ ਨਹੀਂ ਪਸੰਦ, ਉਹਦੇ ਖਿਲਾਫ ਲਿਖ ਦਿਓ ਉੱਥੇ। ਇਹ ਥੋੜਾ ਇੱਥੇ ਬੈਠ ਕੇ ਆਰਾਮ ਨਾਲ ਕਿਸੇ ਦੀ ਬੇਇੱਜ਼ਤੀ ਕਰ ਦੂ। ਇਸ ਕਰਕੇ ਇਹ ਕੰਮ ਹੈ। ਹੋਰ ਹੈਗੇ ਨੇ ਵਕੀਲ, ਇੱਕ ਬੇਲਾ ਕੋਇਲ, ਇੱਕ ਇੱਥੋਂ ਦਾ ਆਪਣੇ ਪੁਰਤਗਾਲ ਦਾ,
ਉਹਨਾਂ ਦੇ ਤਾਂ ਆਮ ਹੀ ਆਰਟੀਕਲ ਬਹੁਤ ਜ਼ਿਆਦਾ ਹੁੰਦੇ ਨੇ। ਇਹਨਾਂ ਵਕੀਲਾਂ ਨਾਲ ਜਦੋਂ ਤੁਸੀਂ ਇਹ ਗੱਲ ਸਾਂਝੀ ਕਰੋਗੇ, ਵਰਲਡ ਦੇ ਵਿੱਚ ਚਲੀ ਜਾਊਗੀ। ਕੋਈ ਤੁਹਾਡੇ ਨਾਲ ਧੱਕਾ ਨਹੀਂ ਕਰ ਸਕੂਗਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਬੰਦਾ ਡਰਦਾ ਆਪਦੀ ਦੁਨੀਆ 'ਚ ਬੇਇੱਜ਼ਤੀ ਕਰਾਉਣ ਤੋਂ, ਹਰ ਬੰਦਾ। ਜੇ ਤੁਸੀਂ ਉਹਨੂੰ ਫੜਦੇ ਹੀ ਨਹੀਂ ਉਸ ਥਾਂ ਤੋਂ ਜਿੱਥੋਂ ਉਹਨੂੰ ਖਤਰਾ, ਫਿਰ ਉਹ ਤੁਹਾਡੇ ਤੇ ਜ਼ੁਲਮ ਕਰਨ ਨੂੰ ਨਹੀਂ ਹਟਦਾ। ਜ਼ੁਲਮ ਕਰਨ ਲਈ ਤੁਹਾਡੇ ਅੰਦਰ ਇੱਕ ਰੋਕਦੀ ਹੈ ਜਿਹੜੀ ਚੀਜ਼, ਉਹ ਨਹੀਂ ਹੈਗੀ। ਉਹ ਬਹੁਤ ਵੱਡੇ ਦੇਣ ਚੋਂ ਹੁੰਦੀ ਹੈ ਜਿਹੜੀ ਤੁਹਾਨੂੰ ਕਿਸੇ ਦੁਸ਼ਮਣ ਨਾਲ ਵੀ ਇਨਸਾਫ ਕਰਨ ਦੇ ਲਈ ਪ੍ਰੇਰਦੀ ਹੈ ਕਿ ਦੁਸ਼ਮਣ ਨਾਲ ਵੀ ਨਿਆਂ ਕਰਨਾ, ਉਹਨੂੰ ਵੀ ਪਿਆਰ ਕਰਨਾ, ਉਹਦੇ ਨਾਲ ਧੱਕਾ ਨਹੀਂ ਕਰਨਾ। ਰੱਬ ਦੇ ਘਰ ਦੀ ਉਹ ਲੜਾਈ ਲੜਨੀ ਹੈ। ਦੁਨੀਆਦਾਰੀ ਲੜਾਈ 'ਚ ਕਦੇ ਵੀ ਨਹੀਂ ਹੋਣਾ, ਹਾਰ ਜਿੱਤ ਤੱਕ ਕਦੇ ਵੀ ਨਹੀਂ ਹੋਣਾ। ਇਹ ਗੱਲਾਂ ਨੇ ਜਿਹੜੀਆਂ ਜਦੋਂ ਕਰੋਗੇ ਹੋ ਜਾਣਗੀਆਂ। ਜੇ ਇੱਥੇ ਤੱਕ ਕਿਸੇ ਨੇ ਕਦੇ ਕੀਤਾ, ਗਾਹਾਂ ਦੀ ਗਾਂ ਇੱਕ ਪੇਪਰ ਲਿਖਿਆ, ਉੱਥੋਂ ਪੜ੍ਹੀ ਜਾਂਦੇ ਨੇ, ਇੱਕ ਗਾਂ ਹੋਰ ਲਿਖ ਦਿੰਦੇ। ਇਹ ਤਾਂ ਚੂਹੇ ਦੇ ਖੱਡ ਪੱਟਣ ਵਾਲੀ ਗੱਲ ਹੈ। ਸਮਾਜ ਨੂੰ ਇਹਦਾ ਕੀ ਫਾਇਦਾ? ਸਮਾਜ ਨੂੰ ਤਾਂ ਫਾਇਦਾ ਜੇ ਇਹ ਗੱਲ ਕਰੋ ਵੀ ਆ ਇੰਨਾ ਕੰਮ ਹੋ ਗਿਆ, ਅੱਗੇ ਹੋ। ਇਹ ਇੰਨੇ ਪਾਸੇ ਨੇ ਕੰਮ ਕਰਨ ਵਾਲੇ, ਇਹਨਾਂ ਪਾਸਿਆਂ ਦੇ ਉੱਤੇ ਅੱਗੇ ਕੰਮ ਕਰੋ। ਬਾਕੀ ਸ਼ਹੀਦ ਦੀ ਅਰਦਾਸ ਕਿਤਾਬ ਹੈ, ਉਹਨੂੰ ਬਕਾਇਦਾ ਸਿੱਖ ਸਿਆਸਤ ਵਾਲੇ ਪੜ੍ਹਨ, ਉਹਦੇ ਉੱਤੇ ਫਿਰ ਵਿਚਾਰ ਦੇਣ, ਅੱਗੇ ਹੋਰ ਕੰਮ ਕਰ। ਉਹ ਐਪਕ ਆ, ਹੋਰ ਚੰਗੇ ਕਰ ਲਓ। ਇਹ ਥੋੜਾ ਉਹਦੇ ਖਿਲਾਫ ਬੋਲ ਕੇ ਉਹਨੂੰ ਉੱਥੇ ਬੰਦ ਕਰ ਦੋ। ਅਜਮੇਰ ਸਿੰਘ ਆ, ਇਹਨੇ ਬਹੁਤ ਨੁਕਸਾਨ ਕੀਤਾ। ਐਡੀਆਂ ਕੀਮਤੀ ਕਿਤਾਬਾਂ ਦੇ ਉੱਤੇ ਆਰਾਮ ਨਾਲ ਬੋਲ ਕੇ ਰੋਕ ਦੋ। ਤੁਹਾਨੂੰ ਕੰਮ ਕਰਨ ਵਾਲੇ ਦੀ ਹਾਲਤ ਪਤਾ ਕੀ ਬਣਦੀ ਹੈ? ਦੇਖੋ ਤਾਂ ਜਰਾ ਇੱਕ ਪੈਰਾ ਟ੍ਰਾਂਸਲੇਟ ਕਰਕੇ ਫਿਰ ਉਹਨੂੰ ਛਪਾਉਣਾ, ਫਿਰ ਦੁਨੀਆ 'ਚ ਲਿਜਾਣਾ, ਤੇ ਆਰਾਮ ਨਾਲ ਹੀ ਉਹਦੇ ਖਿਲਾਫ ਬੋਲ ਕੇ ਉਹਨੂੰ ਉੱਥੇ ਰੋਕ ਕੇ ਠੱਗੀਆਂ ਮਾਰੋ, ਲੋਕਾਂ ਨਾਲ ਪੈਸੇ ਕਮਾਓ। ਇਹ ਗੱਲਾਂ ਨੇ ਜਿਹੜੀਆਂ ਮੈਨੂੰ ਤਾਂ ਕਹਿਣੀਆਂ ਪੈਂਦੀਆਂ ਨੇ ਕਿ ਜੇ ਤੁਹਾਨੂੰ ਸਾਡੇ ਇਸ ਕੰਮ 'ਚ ਕੋਈ ਨੁਕਸ ਲੱਗਦਾ ਦੱਸੋ। ਸਾਨੂੰ ਇਹ ਰੜਕਦੇ ਨੇ ਬੰਦੇ, ਇਹ ਵਪਾਰੀ ਨੇ, ਇਹ ਵਪਾਰ ਕਰਦੇ ਨੇ ਸਿੱਖੀ ਨਾਲ। ਸਿੱਖੀ ਇੰਨੀ ਨੁਕਸਾਨ 'ਚ ਜਾ ਰਹੀ ਹੈ, ਇੰਨਾ ਦੁੱਖ ਪੈ ਰਿਹਾ ਇਹਦੇ 'ਚ ਵੀ ਵਪਾਰ ਕਰ। ਸ਼੍ਰੋਮਣੀ ਕਮੇਟੀ ਤਾਂ ਹੈ ਹੀ ਵਪਾਰੀ, ਇਹ ਤਾਂ ਛਡਾਉਣੀ ਪਊਗੀ ਤੁਹਾਨੂੰ। ਬਿਲਕੁਲ ਹੀ ਤੁਹਾਡਾ ਕੁੱਤਾ ਰੱਖਿਆ ਹੁੰਦਾ ਜੋ ਮਾਸ ਛਡਾਉਣੇ, ਤੁਹਾਡਾ ਹੱਥ ਫੜ ਲੈਂਦੇ। ਇਹ ਤੇ ਤੁਹਾਨੂੰ ਖਾਣ ਆਉਣਗੇ। ਇਹ ਇੰਨੇ ਸਸਤੇ ਵੀ ਨਹੀਂ ਛੁੱਟਣੇ, ਪਰ ਇਹਨਾਂ ਦੇ ਪੱਲੇ ਨਹੀਂ ਹੈਗਾ ਕੁਛ। ਜੇ ਤੁਸੀਂ ਸਮਝੋ ਵੀ ਤੁਹਾਨੂੰ ਇਹ ਸਿੱਖੀ ਦੇ ਦੇਣਗੇ, ਬਿਲਕੁਲ ਨਹੀਂ, ਕਿਸੇ ਕੋਲ ਨਹੀਂ, ਕਿਸੇ ਇੱਕ ਕੋਲੇ ਨਹੀਂ, ਸਭ ਕੋਡੀਆਂ ਖੋਟੇ। ਬਸ ਬਾਹਰ ਖਬਰਾਂ ਲਾਉਣ ਜਾਣਦੇ ਨੇ। ਜੇ ਬਾਹਰ ਕੋਈ ਗੱਲ ਹੁੰਦੀ ਆ, ਆਏ ਨਹੀਂ ਹੋਣਾ ਚਾਹੀਦਾ ਸੀ ਵੀ ਤੁਸੀਂ ਤਾਂ ਖੁਦ ਉਦੋਂ ਵੱਧ ਜ਼ੁਲਮ ਕਰਦੇ ਹੋ ਆਪ। ਇਹ ਗੱਲਾਂ ਨੇ ਜਿਹੜੀਆਂ ਬਹੁਤ ਤੁਹਾਨੂੰ ਨਿਰਲੇਪ ਹੋ ਕੇ ਸੱਚੇ ਸੁੱਚੇ ਹੋ ਕੇ ਕਰਨੀਆਂ ਪੈ। ਸਾਰੀ ਵਰਲਡ ਦੇ ਵਿੱਚ ਇਹ ਗੱਲਾਂ ਕਰ। ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਵੱਧ ਘੱਟ ਬੋਲੇ ਹੀ ਜਾਂਦਾ ਆਦਮੀ, ਮੈਂ ਇਕੱਲਾ ਬੰਦਾ ਆ। ਨਾਲ ਮੇਰੇ ਰੱਬ ਦਾ ਸ਼ੁਕਰ ਹੈ, ਮੈਨੂੰ ਪਤਾ ਹੀ ਨਹੀਂ ਕਿਵੇਂ ਆਪਣੇ ਗੁਰਦੀਪ ਸਿੰਘ ਜੀ ਮਿਲ ਗਏ, ਪਰ ਇਹ ਬਹੁਤ ਕੀਮਤੀ ਲਿਆਕਤ ਦੀ ਆ, ਸਭ ਕੁਛ ਆ। ਅੱਗੇ ਵਾਸਤੇ ਵੀ ਮੈਂ ਆਪਦੀਆਂ ਜਿਹੜੀਆਂ ਕਿਤਾਬਾਂ ਨੇ ਇਹਨੂੰ ਦੇ ਜਾਣੀਆਂ ਨੇ ਸਾਰੀਆਂ। ਇਹ ਅੱਗੇ ਆਪੇ ਛਪਾਉਂਦਾ ਰਹੂਗਾ, ਕੰਮ ਕਰਦਾ ਰਹੂਗਾ, ਕਿਉਂਕਿ ਇਹ ਕਿਹੜਾ ਕੋਈ ਵਪਾਰ ਦੀ ਚੀਜ਼ ਆ। ਇਹ ਤਾਂ ਦੁਨੀਆ 'ਚ ਇੱਕ ਵੰਡਣ ਵਾਲੀ ਚੀਜ਼ ਆ। ਜੈ ਜੈ ਲੰਗਰ ਵਰਤਾਤਾ, ਜੈ ਜੈ ਵਰਤਾਤੀਆਂ। ਸੋ ਅਸੀਂ ਇੰਨੀਆਂ ਕੁ ਗੱਲਾਂ ਕਹਿ ਕੇ ਹੱਥ ਬੰਨ੍ਹ ਕੇ ਮਾਫੀ ਮੰਗਦਾ ਮੈਂ ਗੁਰਦੀਪ ਸਿੰਘ ਜੀ ਨੂੰ। ਆਖਿਰ ਤੇ ਕਹਿਣਾ ਕਿ ਉਹ ਆਪਣੀ ਤਰ੍ਹਾਂ ਦੇ ਜੋ ਸ਼ਬਦ ਬੋਲਦੇ ਨੇ ਬੋਲ ਕੇ ਸੰਗਤ ਤੋਂ ਛੁੱਟੀ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਬਹੁਤ ਧੰਨਵਾਦ ਫਿਰ ਤੋਂ, ਇੰਨੀਆਂ ਸਾਰੀਆਂ ਗੱਲਾਂ ਜਾਣਕਾਰੀ ਵਾਲੀਆਂ। ਦੋਸਤੋ ਮੈਂ ਇਸ ਵੀਡੀਓਜ਼ ਨੂੰ ਮੈਂ ਖੁਦ ਕਈ ਵਾਰ ਦੇਖਦਾ। ਕਈ ਵਾਰ ਕੁਝ ਸੈਕਿੰਡਸ ਦੀ ਗੱਲ ਹੀ ਐਡੀ ਹੁੰਦੀ ਜਿਹੜੀ ਜ਼ਿੰਦਗੀ 'ਚ ਬਹੁਤ ਕੁਝ ਸਿਖਾ ਜਾਂਦੀ ਆ। ਕੱਲ੍ਹ ਨੂੰ ਜਦੋਂ ਵੀ ਕਿਸੇ ਨਾਲ ਗੱਲ ਹੁੰਦੀ ਹੈ, ਬੈਠਦੇ ਆ, ਉੱਠਦੇ ਆ, ਤੁਰਦੇ ਆ, ਤਾਂ ਉਹ ਆਪਣਾ ਇੱਕ ਕੰਮ ਕਰਦੀਆਂ ਨੇ। ਕੰਮ ਕਰਨ ਦੇ ਵਿੱਚ ਇਹ ਨਹੀਂ ਹੈ ਕਿ ਸਾਨੂੰ ਕੋਈ ਫਾਈਨੈਂਸ਼ੀਅਲ ਬੈਨੀਫਿਟਸ, ਫਾਈਨੈਂਸ਼ੀਅਲ ਗੇਨਸ ਦਿੰਦੀਆਂ ਨੇ। ਉਹ ਇੱਕ ਵਧੀਆ ਹਿਊਮਨ ਬੀਇੰਗ ਬਣਾਉਣ ਵਿੱਚ ਬੜੀ ਹੈਲਪ ਕਰਦੀਆਂ ਨੇ, ਜਿਹੜੀ ਚੀਜ਼ ਦਾ ਆਨੰਦ ਜਿਹੜਾ ਹੈ ਤੁਹਾਨੂੰ ਤੁਹਾਡੇ ਨਾਲ ਬੈਠਿਆਂ ਨੂੰ ਵੀ ਆਉਂਦਾ ਹੈ। ਇੱਦਾਂ ਹੀ ਬਾਬਾ ਜੀ ਜਿੱਦਾਂ ਇਹਨਾਂ ਤੁਸੀਂ ਤੁਹਾਡੀਆਂ ਗੱਲਾਂ ਜਿਹੜੀਆਂ ਸੁਣੀਆਂ, ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਹੁਤ ਵਿਚਾਰਨ ਵਾਲੀਆਂ, ਅਪਣਾਉਣ ਵਾਲੀਆਂ ਨੇ। ਜਿਹੜੀਆਂ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖੀਆਂ ਨੇ ਥੋੜ੍ਹੀਆਂ ਬਹੁਤ, ਉਹਦੇ ਵਿੱਚੋਂ ਇੱਕ ਬਹੁਤ ਹੀ ਵੱਡੀ ਗੱਲ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ, ਔਰ ਮੈਂ ਅਕਸਰ ਰੇਡੀਓ ਨਹੀਂ ਸੁਣਦਾ ਹੁੰਦਾ ਹੈਗਾ। ਤਾਂ ਮੈਂ ਉਸ ਦਿਨ ਬਾਬਾ ਜੀ ਰੇਡੀਓ ਔਨ ਕਰ ਲਿਆ। ਮੈਂ ਕਿਹਾ ਕਿ ਮੈਂ ਕਦੇ ਕਾਰ ਦੇ ਵਿੱਚ ਰੇਡੀਓ ਨਹੀਂ ਸੁਣਿਆ।
ਤੋ ਰੇਡੀਓ ਸੁਣਦੇ ਸਮੇਂ ਜਦੋਂ ਮੈਂ ਵੀਡੀਓ ਲਗਾਇਆ ਤੇ ਉਹਦੇ ਵਿੱਚ ਇੱਕ ਗੱਲਬਾਤ ਚੱਲ ਰਹੀ ਸੀਗੀ ਕ੍ਰਿਸਚੀਅਨ ਫਿਲਾਸਫਰਸ ਦੀ। ਤੋ ਬਾਬਾ ਜੀ ਉਹ ਦੱਸ ਰਹੇ ਸੀਗੇ ਉਦੋਂ ਸਿਰਫ 25-30 ਸੈਕਿੰਡਸ ਔਰ 40 ਸੈਕਿੰਡ ਜਾਂ ਕਹ ਲਓ 1 ਮਿੰਟ ਦੀ ਗੱਲ ਆ ਜਿਹੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀਆਂ ਲਰਨਿੰਗਸ ਦੇ ਵਿੱਚੋਂ ਇੱਕ ਹੈ। 1 ਮਿੰਟ ਦੀ ਗੱਲ ਉਹ ਦੱਸ ਰਹੇ ਸੀ ਬਾਬਾ ਜੀ ਕਿ ਦੇਖੋ ਜੀਸਸ ਕ੍ਰਾਈਸਟ ਸਾਹਿਬ ਨੇ ਜਿਹੜੇ ਉਹ ਸ਼ਹੀਦ ਹੋ ਗਏ, ਬਟ ਉਹਨਾਂ ਨੇ ਖੁਦ ਨਹੀਂ ਕਿਹਾ ਕਿ ਮੈਂ ਸਨ ਆਫ ਗੋਡ ਹੈ, ਮੈਂ ਜੋ ਮਰਜ਼ੀ ਚਾਹਾਂ ਮੈਂ ਕਰ ਸਕਦਾ, ਪਰ ਉਹ ਸ਼ਹੀਦ ਹੋ ਗਏ। ਉਹਨਾਂ ਨੇ ਨਹੀਂ ਕਿਹਾ ਕਿ ਮੈਂ ਜੀਸਸ ਕ੍ਰਾਈਸਟ ਹਾਂ, ਰਾਈਟ। ਤੋ ਆਪਣੇ ਹੁੰਦੇ ਇੱਕ ਚਾਹੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਪੰਚ ਹੁੰਦਾ, ਉਹ ਸਕੂਟਰ ਦੇ ਅੱਗੇ ਲਿਖਿਆ ਹੁੰਦਾ ਕਿ ਪੰਚ ਸਾਹਿਬ ਨੇ ਜੀ, ਜਾਂ ਸਰਪੰਚ ਹੁੰਦੇ ਨੇ ਛੋਟੇ ਜਿਹੇ ਪਿੰਡ ਦੇ ਸਰਪੰਚ ਨੇ ਜੀ, ਪਿੰਡ 'ਚ ਸਰਪੰਚ ਸਾਹਿਬ ਕਰਵਾ ਕੇ ਬੜੇ ਰਾਜੀ ਹੁੰਦੇ ਨੇ। ਫਿਰ ਮੈਂ ਸੋਚਿਆ ਕਿ ਇਹੀ ਤਾਂ ਫਰਕ ਹੈ ਜੀਸਸ ਕ੍ਰਾਈਸਟ ਨੇ ਫਿਰ ਉਹ। ਤੋ ਦੇਖੋ ਕਿੱਡੀ ਹੁਣ ਵੀ ਕਈ ਵਾਰ ਇਸ ਤਰ੍ਹਾਂ ਨਾਲ ਇਦਾਂ ਨਾਲ ਗੱਲ ਹੁੰਦੀ ਹੈ ਕਿ ਜਿੱਥੇ ਉਹ ਪੁੱਛਦੇ ਨੇ ਗੱਲ ਕਰਨ ਤੋਂ ਪਹਿਲਾਂ ਵੀ ਤੁਸੀਂ ਕੌਣ ਹੋ, ਹੈ ਤਾਂ ਬੰਦੇ ਆ ਆਪਾਂ। ਤੂੰ ਕਹਿਣ ਦਾ ਮਤਲਬ ਹੁੰਦਾ ਕਿ ਤੁਸੀਂ ਕੀ ਕਰਦੇ ਹੋ, ਕਿੰਨੀ ਤੁਹਾਡੀ ਤਨਖਾਹ ਹੈ, ਵੀ ਇੱਕ ਬੜੀ ਗੱਲ ਹੁੰਦੀ ਹੈ ਇੰਡੀਆ ਦੇ ਵਿੱਚ। ਤਾਂ ਜਦੋਂ ਹੁੰਦਾ ਉਹ ਕਹਿੰਦੇ ਜੀ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ। ਤੇ ਪਰ ਹੁਣ ਉਹ ਗੱਲ ਕਈ ਵਾਰ ਯਾਦ ਆ ਜਾਂਦੀ, ਮੈਂ ਕੋਰਿਲੇਟ ਕਰ ਰਿਹਾ ਕਿ ਸਿੱਖੀ ਹੋਈ ਗੱਲ, ਸੁਣੀ ਹੋਈ ਗੱਲ, ਉਰਨ ਦੇ ਵਿੱਚ ਆਈ ਹੋਈ ਗੱਲ ਕਿੱਦਾਂ ਨਾਲ ਆਪਦਾ ਕੰਮ ਕਰ ਜਾਂਦੀ ਹੈ। ਕਿ ਜੀਸਸ ਕ੍ਰਾਈਸਟ ਸਾਹਿਬ ਨੇ ਮਰਦੇ ਦਮ ਤੱਕ ਇਹ ਨਹੀਂ ਦੱਸਿਆ ਕਿ ਮੈਂ ਹੀ ਜੀਸਸ ਕ੍ਰਾਈਸਟ ਹੈ, ਮੈਂ ਰੱਬ ਦਾ ਮੁੰਡਾ ਵਾਂ। ਔਰ ਆਪਣੇ ਵਰਗੇ ਬੰਦੇ ਜਿਹੜੇ ਹੁੰਦੇ ਨੇ, ਸਾਡੇ ਵਰਗੇ, ਉਹ ਹੁੰਦੇ ਚਾਹੇ ਕੁਛ ਨਹੀਂ ਹੈ, ਉਹ ਫਿਰ ਸਿਰ ਦੇ ਉੱਤੇ ਵੱਡੀ ਕਲਗੀ ਲਾ ਕੇ ਦੱਸਦੇ ਮੈਂ ਤਾਂ ਸਰਪੰਚ ਹੈ, ਤੂੰ ਤਾਂ ਬੰਦੇ। ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਓਰਲ ਦੇ ਵਿੱਚੋਂ ਦੋਸਤੋ ਸਮਝ ਦੇ ਵਿੱਚ ਆ ਜਾਂਦੀਆਂ ਨੇ, ਸਾਰੀ ਜ਼ਿੰਦਗੀ ਦਾ ਇੱਕ ਸਰਮਾਇਆ ਤੁਹਾਡੇ ਨਾਲ ਬਣ ਜਾਂਦੀਆਂ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਾ ਜੀ ਨੇ ਕੀਤੀਆਂ ਇਹ ਉਸ ਲੈਵਲ ਦੀਆਂ, ਉਸ ਤੁਸੀਂ ਕਹਿ ਲਓ ਕਿ ਫੀਲਡ ਦੀਆਂ ਗੱਲਾਂ ਨੇ। ਤਾਂ ਬਹੁਤ ਕੁਝ ਸਿੱਖਣ ਨੂੰ ਜਿਹੜਾ ਮਿਲਦਾ ਹੈ। ਜੇ ਰਿਪੀਟ ਕਰਕੇ ਸੁਣਨਾ ਪੈਂਦਾ ਤਾਂ ਰਿਪੀਟ ਕਰਕੇ ਸੁਣੋ, ਤੁਸੀਂ ਵੀ ਲਾਭ ਲਓ, ਨਾਲ ਹੋਰ ਨਾਲ ਵੀ ਇਹ ਚੀਜ਼ਾਂ ਸਾਂਝੀਆਂ ਕਰੋ। ਤੇ ਐਡੀ ਛੋਟੀ ਜਿਹੀ ਬੇਨਤੀ ਸੀ ਜਿਹੜੀ ਮੇਰੀ। ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਤੋਂ। ਹੁਣ ਆਪਾਂ ਬਹੁਤ ਜਲਦੀ ਇਹ ਵਾਲਾ ਜਿਹੜੀ ਸਟ੍ਰੀਕ ਅੰਮ੍ਰਿਤ ਦੀ ਇਹ ਆਪਾਂ ਇਹਨੂੰ ਅੰਤਿਮ ਛੁਹਾਂ ਦੇਣੀਆਂ ਨੇ, ਔਰ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਣੇ ਜਿਹੜੇ ਨਵੇਂ ਸੱਜਣ ਆਪਣੇ ਨਾਲ ਮਿਲਣੇ ਨੇ। ਉਹ ਰਹਿ ਗਈਆਂ, ਹਾਂਜੀ 2 ਰਹਿ ਗਏ ਨੇ, 2 ਪਾਰਟਸ ਜਿਹੜੇ ਨੇ ਉਹ ਰਹਿ ਗਏ ਨੇ। ਤੇ ਉਹ ਵੀ ਹੁਣ ਬਹੁਤ ਜਲਦੀ ਪ੍ਰਮਾਤਮਾ ਦੇ ਆਪਣੀ ਕਿਰਪਾ ਦੇ ਨਾਲ ਉਹ ਵੀ ਹੋ ਜਾਣਗੇ ਜਲਦੀ। ਔਰ ਆਪਾਂ ਨੈਕਸਟ ਫਿਰ ਆਪਣੇ ਜਿਹੜੇ ਹੋਰ ਆਪਣੇ ਜਿਹੜੇ ਸੱਜਣ ਨੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਬਾਬਾ ਜੀ। ਤੋ ਦੋਸਤੋ ਤੁਹਾਡਾ ਫਿਰ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਤੁਸੀਂ ਇਹਦੇ ਤੋਂ ਬਹੁਤ ਕੁਝ ਸਿੱਖੋਗੇ, ਅਪਣਾਓਗੇ ਤੇ ਹੋਰਾਂ ਨਾਲ ਹੀ ਸਾਂਝਾ ਕਰੋਗੇ। ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਦੋਸਤੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।